दुनिया ਅਸੀਂ ਤੁਹਾਡਾ ਕਰਦੇ ਹਾਂ ਜੀ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਸਵਾਗਤ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੁੜ ਗਏ ਨੇ। ਪਹਿਲਾਂ ਉਹਨਾਂ ਦਾ ਵੀ ਸਵਾਗਤ ਕਰ ਲਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਦਸਾਂਝ ਸਾਹਿਬ ਜੀ ਆਇਆਂ ਨੂੰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਖਬਰ ਵੈਸੇ ਕਰਨ ਨੂੰ ਜੀਤ ਨਹੀਂ ਕਰਦਾ, ਪਰ ਰੋਜ਼ ਉਹੀ ਖਬਰ ਕਰਨੀ ਪੈ ਰਹੀ ਆ ਕਿ ਨਵਜੋਤ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ, ਉਹਨੇ ਸਾਰੀਆਂ ਖਬਰਾਂ ਬਾਕੀ ਦਬਾ ਕੇ ਰੱਖੀਆਂ ਹੋਈਆਂ। ਜਿੱਧਰ ਦੇਖੋ ਨਵਜੋਤ ਸਿੱਧੂ ਹੀ ਦਿਖਦੇ ਨੇ ਤੇ ਲੱਗਦਾ ਇੱਦਾਂ ਹੈ ਕਿ ਜਿਵੇਂ ਸਾਰਾ ਪੰਜਾਬ ਹੀ ਉਮੜ ਕੇ ਨਵਜੋਤ ਸਿੱਧੂ ਦੇ ਪਿੱਛੇ ਤੁਰ ਪਿਆ ਹੋਵੇ। ਲੋਕ ਉਹਦੇ ਨਾਲ ਫੋਟੋ ਖਿਚਾਉਣ ਨੂੰ ਕਾਹਲੇ ਨੇ, ਸੈਲਫੀਆਂ ਲੈਣ ਨੂੰ ਕਾਹਲੇ ਨੇ। ਪਰ ਕਿਸਾਨ ਅੰਦੋਲਨ ਦੇ ਕੁਝ ਲੋਕਾਂ ਨੇ ਅੱਜ ਇਹ ਦੱਸਿਆ ਕਿ ਇਸ ਤਰ੍ਹਾਂ ਦੀ ਜਿਹੜੀ ਹਵਾ ਬਣ ਰਹੀ ਆ ਬਿਨਾਂ ਕਿਸੇ ਗੱਲ ਤੋਂ, ਪੋਲੀਟੀਕਲ ਪਾਰਟੀਆਂ ਨੂੰ ਸਵਾਲ ਅੱਜ ਵੀ ਕੀਤੇ ਜਾਣਗੇ, ਭਾਵੇਂ ਉਹ ਨਵਜੋਤ ਸਿੱਧੂ ਹੋਵੇ ਤਾਂ ਵੀ ਕੀਤੇ ਜਾਣਗੇ। ਖਟਕੜ ਕਲਾਂ 'ਚ ਘਟਨਾਕ੍ਰਮ ਦੀ ਗੱਲ ਖਬਰ ਜਿਹੜੀ ਉਹ ਸਾਂਝੀ ਕਰ ਲਈਏ, ਫਿਰ ਬਾਕੀ ਵੇਖਦੇ ਹਾਂ ਕਿ ਉਹਨਾਂ ਦਾ ਅੰਮ੍ਰਿਤਸਰ 'ਚ ਕਿੱਦਾਂ ਦਾ ਸਵਾਗਤ ਹੋਇਆ, ਉਹ ਕਿੱਥੇ ਕਿੱਥੇ ਗਏ। ਤੇ ਉਹ ਇੱਕ ਕਿਸਮ ਦੀ ਇੱਕ ਟੀਵੀ ਵੇਖ ਰਿਹਾ ਸੀ, ਉਹ ਕਹਿ ਰਹੇ ਨੇ ਕਿ ਜਾਗੋ ਕੱਢ ਰਹੇ, ਜਿੱਦਾਂ ਜਾਗੋ ਨਹੀਂ ਹੁੰਦੀ ਕਿ ਲੋਕਾਂ ਨੂੰ ਨਾਲ ਉਠਾ ਕੇ ਧੱਕੇ ਨਾਲ ਤੋਰਨ ਵਾਲੀ ਗੱਲ। ਤੇ ਇੱਕ ਤਰ੍ਹਾਂ ਦੀ ਇੱਕ 4-5 ਦਿਨ ਤੋਂ ਇੱਕ ਮਾਹੌਲ ਬਣਿਆ ਹੋਇਆ ਵਿਆਹ ਵਰਗਾ। ਤੇ ਨਵਜੋਤ ਸਿੱਧੂ ਜਿੱਦਾਂ ਲਾੜਾ ਹੁੰਦਾ ਤੇ ਜਾਗੋ ਨਿਕਲ ਰਹੀ ਹੁੰਦੀ ਆ, ਘਰ ਘਰ ਜਾ ਕੇ ਲੋਕਾਂ ਨੂੰ ਨਾਲ ਤੋਰਨ ਦੀ ਜਿਹੜੀ ਕਵਾਇਦ ਹੈ ਉਹ ਕੀਤੀ ਹੋਈ ਆ। ਪਰ ਅੱਜ ਕਿਸਾਨਾਂ ਨੇ ਇਹ ਦੱਸ ਦਿੱਤਾ ਹੈ ਕਿ ਸਾਡੇ ਮਸਲੇ ਕੁਝ ਹੋਰ ਨੇ। ਸਿੱਧੂ ਦਾ ਆਉਣਾ ਜਿਹੜਾ ਆ ਪੰਜਾਬ ਦੇ ਵਿੱਚ, ਉਹ ਕੋਈ ਸਾਰੇ ਮਸਲਿਆਂ ਦਾ ਹੱਲ ਨਹੀਂ ਆ। ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ, ਐਡਮਿਨਿਸਟ੍ਰੇਸ਼ਨ ਨੇ ਸ਼ਾਇਦ ਉਹਨਾਂ ਨਾਲ ਗੱਲ ਨਹੀਂ ਕਰਨ ਦਿੱਤੀ ਜਾਂ ਉਹਨਾਂ ਨੂੰ ਭੁਲੇਖੇ 'ਚ ਰੱਖਿਆ ਕਿ ਤੁਹਾਡੀ ਗੱਲ ਕਰਾ ਦਿਆਂਗੇ। ਮੈਂ ਜਿਹੜੀਆਂ ਵੀਡੀਓ ਵੇਖੀਆਂ ਨੇ ਉਹ 'ਚ ਕਾਫੀ ਨਾਰਾਜ਼ਗੀ ਜਿਹੜੀ ਹੈ ਕਿਸਾਨ ਜਿਹੜੇ ਉਹ ਸਭ ਦਿਖਾ ਰਹੇ ਨੇ ਕਿ ਸਿੱਧੂ ਕੋਈ ਅਵਤਾਰ ਨਹੀਂ ਹੈ ਰੱਬ ਤੋਂ ਉਤਰਿਆ ਕਿ ਜਿੱਥੇ ਜਾਏਗਾ ਉਹਦੇ ਨਾਲ ਸਾਰੇ ਤੁਰ ਪਾਂਗੇ। ਕਿਸਾਨ ਆਪਣੀਆਂ ਮੰਗਾਂ ਲਈ ਉੱਦਾਂ ਹੀ ਡਟੇ ਹੋਏ ਨੇ ਤੇ ਉਹਨਾਂ ਨੇ ਸਿੱਧੂ ਦਾ ਵੀ ਵਿਰੋਧ ਕੀਤਾ ਕਾਲੇ ਝੰਡਿਆਂ ਨਾਲ। ਤੁਹਾਡਾ ਸਵਾਲ ਜਿਹੜਾ ਜੀ ਇਹ ਦੋ ਹਿੱਸੇ ਇਸ ਸਵਾਲ ਦੇ। ਤੇ ਪਹਿਲਾ ਹਿੱਸਾ ਹੈ ਕਿਸਾਨਾਂ ਬਾਰੇ ਮੈਂ ਬਾਅਦ ਗੱਲ ਕਰਦਾ। ਪਹਿਲਾ ਹਿੱਸਾ ਜਿਹੜਾ ਤੁਹਾਡੇ ਸਵਾਲ ਦਾ ਉਹ ਇਹ ਹੈ ਵੀ ਜਿਸ ਤਰ੍ਹਾਂ ਦਾ ਵਿਆਹ ਵਰਗਾ ਲੱਗਦਾ ਜਸ਼ਨ ਹੈ ਕਿ ਜਿਵੇਂ ਪੰਜਾਬ ਦੇ ਸਾਰੇ ਮਸਲੇ ਖਤਮ ਹੋ ਗਏ ਹੁੰਦੇ ਆ। ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨਾ ਜਿਹੜਾ ਸ਼ਾਇਦ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਹੋ ਗਿਆ। ਕਾਰਨ ਇਹ ਹੈ ਵੀ ਜਿਸ ਢੰਗ ਦੇ ਨਾਲ ਨਵਜੋਤ ਸਿੰਘ ਸਿੱਧੂ ਮੂਵ ਕਰ ਰਹੇ ਆ, ਉਹਦਾ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਉਹਨੂੰ ਕਾਂਗਰਸ ਹਾਈ ਕਮਾਨ ਜਾਂ ਕਹਿ ਲਓ ਗਾਂਧੀ ਪਰਿਵਾਰ ਦਾ ਪੂਰਾ ਥਾਪੜਾ ਮਿਲ ਚੁੱਕਾ ਹੈ। ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਲੋਕ ਰੂਟੀਨ ਦੇ ਵਿੱਚ ਦੇਖ ਰਹੇ ਸੀ ਵੀ ਕੈਪਟਨ ਅਮਰਿੰਦਰ ਸਹੀ ਤਰੀਕੇ ਦੇ ਨਾਲ ਲੋਕਾਂ ਨਾਲ ਮੇਲ ਗੇਲ ਨਹੀਂ ਰੱਖਦੇ, ਤੇ ਇੱਕ ਇਤਰਾਜ਼ ਕੈਪਟਨ ਅਮਰਿੰਦਰ ਤੇ ਸਦਾ ਹੀ ਰਿਹਾ ਵੀ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਉਹਦੇ ਵਿੱਚ ਰਾਬਤਾ ਲੋਕਾਂ ਦੇ ਨਾਲ ਤਾਂ ਕੀ ਉਹ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹਨਾਂ ਨਾਲ ਵੀ ਨਹੀਂ ਰਹਿੰਦਾ। ਉਹਦੇ ਤੋਂ ਜਿਹੜੇ ਲੋਕ ਦੁਖੀ ਸੀ ਉਹ ਖੁੱਲ੍ਹ ਕੇ ਹੁਣ ਨਵਜੋਤ ਸਿੰਘ ਸਿੱਧੂ ਨਾਲ ਆ ਗਏ ਨੇ। ਉਹ ਇਸ ਕਰਕੇ ਆਏ ਨੇ ਵੀ ਗਾਂਧੀ ਪਰਿਵਾਰ ਦਾ ਖੁੱਲ੍ਹਾ ਥਾਪੜਾ ਜਿਹੜਾ ਦਿਖਾਈ ਦੇ ਰਿਹਾ ਨਵਜੋਤ ਸਿੰਘ ਸਿੱਧੂ ਦੇ। ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਤਾਂ ਪਹਿਲਾਂ ਵੀ ਬਹੁਤ ਵਾਰ ਬਣੇ ਆ, ਕਦੀ ਇੱਦਾਂ ਦਾ ਮਾਹੌਲ ਨਹੀਂ ਦੇਖਿਆ ਗਿਆ ਵੀ ਹਾਂ ਬਈ ਜਿਵੇਂ ਸਰਕਾਰ ਹੀ ਬਦਲ ਗਈ ਹੁੰਦੀ ਆ ਪੰਜਾਬ ਦੇ ਵਿੱਚ। ਇਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਚੱਲ ਰਹੇ ਨੇ ਪੰਜਾਬ ਦੇ ਵਿੱਚ। ਸੋ ਮੈਨੂੰ ਲੱਗਦਾ ਇਹ ਸ਼ਾਇਦ ਉਹਨਾਂ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੋ ਸਕਦਾ, ਗਾਂਧੀ ਪਰਿਵਾਰ ਦਾ ਇੱਕ ਇਸ਼ਾਰਾ ਵੀ ਹੋ ਸਕਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਮਿਲੋ। ਪਰ ਇਹ ਕੋਈ ਬਹੁਤਾ ਲਾਭ ਦੇਣ ਵਾਲਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੂੰ ਪਰਸਨਲੀ, ਨਿੱਜੀ ਤੌਰ ਦੇ ਉੱਤੇ ਵੀ। ਇਹਦਾ ਭਵਿੱਖ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੀ ਹੋਣਾ ਹੈ, ਕਿਉਂਕਿ ਇਹ ਵੀ ਆਪਣੇ ਆਪ 'ਚ ਇੱਕ ਹੋਸ਼ਾਪਣ ਹੈ ਇਸ ਕਿਸਮ ਦਾ ਵੀ ਠੀਕ ਹੈ ਤੁਹਾਨੂੰ ਪ੍ਰਧਾਨ ਬਣਾ ਦਿੱਤਾ ਗਿਆ, ਠੀਕ ਹੈ ਤੁਸੀਂ ਆਪਣੀ ਜਿਹੜੀ ਵਰਕਿੰਗ ਸ਼ੁਰੂ ਕਰ ਲਓ ਐਜ਼ ਏ ਪ੍ਰੈਜ਼ੀਡੈਂਟ। ਤੇ ਜਿਹੜਾ ਫਾਰਮਲੀ ਜਿਹੜਾ ਇੱਕ ਤਰੀਕਾ ਹੁੰਦਾ ਵੀ ਤੁਸੀਂ ਇੱਕ ਜਥੇਬੰਦੀ ਦੇ ਪ੍ਰਧਾਨ ਬਣੇ ਹੋ, ਆਪਣੀ ਜਥੇਬੰਦੀ ਨੂੰ ਜਿਸ ਢੰਗ ਨਾਲ ਚਲਾਉਣਾ ਚਾਹੁੰਦੇ ਚਲਾਓ। ਪਰ ਕੋਈ ਸਰਕਾਰ ਬਦਲ ਗਈ ਆ ਜਾਂ ਐਂ ਲੱਗਦਾ ਕਿ ਜਿੱਦਾਂ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹੁੰਦੇ ਆ, ਜਿਸ ਤਰੀਕੇ ਨਾਲ ਢੋਲ ਧਮੱਕਿਆਂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਆ ਜਿਵੇਂ ਉਹ ਸਾਰੇ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਆ। ਸੋ ਇਹਦਾ ਇੱਕ ਵੱਡਾ ਕਾਰਨ ਇਹੀ ਹੈ ਕਿ ਗਾਂਧੀ ਪਰਿਵਾਰ ਦਾ ਉਹਨਾਂ ਨੂੰ ਥਾਪੜਾ ਹੈ ਖੁੱਲ੍ਹ ਕੇ, ਤੇ ਇਸ਼ਾਰਾ ਵੀ ਹੈ ਵੀ ਤੁਸੀਂ ਇਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਮਿਲੋ ਤਾਂ ਜੋ ਇਹ ਅਹਿਸਾਸ ਹੋਵੇ ਸਾਰਿਆਂ ਨੂੰ ਵੀ ਹਾਂ ਇਹ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਇਕੱਲਾ ਆ, ਉਹਦੇ ਨਾਲ ਬਹੁਤ ਸਾਰੇ ਹੋਰ ਲੋਕ। ਇਹ
ਪਲਾਨਡ ਤਰੀਕੇ ਨਾਲ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ। ਜਿਹੜਾ ਰਾਹੁਲ ਗਾਂਧੀ ਦੀ ਖਬਰਾਂ ਆ ਰਹੀਆਂ ਸੀ ਨਾ, ਜਦੋਂ 3 ਮੈਂਬਰੀ ਕਮੇਟੀ ਬਣਾਈ ਸੀ, ਇੱਕ ਪਾਸੇ 3 ਮੈਂਬਰੀ ਕਮੇਟੀ ਬਣਾਤੀ, ਦੂਜੇ ਪਾਸੇ ਰਾਹੁਲ ਗਾਂਧੀ ਦੀਆਂ ਖਬਰਾਂ ਆ ਰਹੀਆਂ ਸੀ ਵੀ ਰਾਹੁਲ ਗਾਂਧੀ ਕੱਲੇ ਐਮਐਲਏ ਨੂੰ ਜਿਹੜਾ ਆ ਫੋਨ ਕਰ ਰਿਹਾ, ਕੱਲੇ ਐਮਐਲਏ। ਉਹ ਉਦੋਂ ਤੋਂ ਹੀ ਅਸਲ ਦੇ ਵਿੱਚ ਪੂਰਾ ਯਤਨ ਸੀ ਵੀ ਕੱਲੇ ਐਮਐਲਏ ਨੂੰ ਫੋਨ ਕਰਕੇ ਉਹਨਾਂ ਨੂੰ ਇਸ ਢੰਗ ਦੇ ਨਾਲ ਮਤਲਬ ਤੋਰਿਆ ਜਾਵੇ ਕਿ ਜਦੋਂ ਅਨਾਉਂਸਮੈਂਟ ਹੋਵੇ ਤਾਂ ਫਿਰ ਉਹ ਨਿਕਲਣ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ। ਉਸ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਜਿਹੜਾ ਕੱਲਾ ਦਿਖਾਈ ਦੇ ਰਿਹਾ ਸੀ, ਜਿਹਦੇ ਕੋਲ ਆਪਣੇ ਧੜੇ ਦੇ ਵਿੱਚ ਪ੍ਰਗਟ ਸਿੰਘ ਤੋਂ ਬਿਨਾਂ ਤੀਜਾ ਨਾਂ ਨਹੀਂ ਸੀ ਦੱਸਣ ਨੂੰ, ਤੇ ਸਾਰਾ ਕੁਝ ਇਸ ਢੰਗ ਦੇ ਨਾਲ ਪਹਿਲੇ ਮੈਨੇਜ ਕੀਤਾ ਗਿਆ ਸੀ। ਇਹ ਹੁਣ ਸਾਫ਼ ਹੋ ਰਿਹਾ। ਇਹ ਸ਼ਕਤੀ ਪ੍ਰਦਰਸ਼ਨ, ਜਿਹੜਾ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਜਿਸ ਕਿਸਮ ਦਾ, ਇਹ ਕੀ ਕੱਲੇ ਸਿੱਧੂ ਸਾਹਿਬ ਦਾ ਸ਼ਕਤੀ ਪ੍ਰਦਰਸ਼ਨ ਹੈ ਜਾਂ ਜਿਹੜੀ ਹਾਈ ਕਮਾਂਡ ਉਹ ਵੀ ਦੱਸਣਾ ਚਾਹੁੰਦੀ ਹੈ ਕਿ ਸਾਡੀ ਪ੍ਰਭੂ ਸੱਤਾ ਹੀ ਚੱਲਦੀ ਆ, ਪੰਜਾਬ 'ਚ ਕੋਈ ਸਾਡੇ ਤੋਂ ਤਾਕਤਵਰ ਨੇਤਾ ਨਹੀਂ ਹੈ? ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ ਕੈਪਟਨ ਸਾਹਿਬ ਇੰਨੇ ਤਾਕਤਵਰ ਨੇਤਾ ਹੈ ਕਿ ਉਹਨਾਂ ਵੱਲ ਕੋਈ ਕੈਰੀ ਅੱਖ ਨਾਲ ਪੰਜਾਬ 'ਚ ਵੀ ਨਹੀਂ ਵੇਖ ਸਕਦਾ, ਤੇ ਹਾਈ ਕਮਾਂਡ ਦੀ ਜ਼ਰੂਰਤ ਵੀ ਨਹੀਂ ਕਿ ਉਹਨਾਂ ਨੂੰ ਆਪਣੀਆਂ ਕੋਈ ਜਿਹੜੀ ਸ਼ਰਤ ਬਣਾ ਸਕੇ। ਹੁਣ ਕੀ ਹਾਈ ਕਮਾਂਡ ਇੰਨੀ ਤਾਕਤਵਰ ਹੋ ਗਈ ਜਾਂ ਕੈਪਟਨ ਸਾਹਿਬ ਇੰਨੇ ਕਮਜ਼ੋਰ ਹੋ ਗਏ, ਜਾਂ ਫਿਰ ਇੱਕ ਸ਼ਕਤੀ ਪ੍ਰਦਰਸ਼ਨ ਜਿਹੜਾ ਆ ਉਹ ਸਿੱਧੂ ਸਾਹਿਬ ਕੱਲਿਆਂ ਦਾ ਜਾਂ ਹਾਈ ਕਮਾਂਡ ਦਾ ਕਿਤੇ ਨਾਲ ਦੀ ਨਾਲ ਹੈ? ਇਹ ਹਣ ਦਾ ਵੀ ਸ਼ਕਤੀ ਪ੍ਰਦਰਸ਼ਨ ਹੈ। ਈਵਨ ਜਿਹੜੇ 4 ਵਰਕਿੰਗ ਪ੍ਰੈਜ਼ੀਡੈਂਟ ਨਾਲ ਲਾਏ ਗਏ ਨੇ, ਉਹ 'ਚ ਵੀ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਉਹ 'ਚ ਵੀ ਕੈਪਟਨ ਅਮਰਿੰਦਰ ਦੀ ਕਿਤੇ ਕੋਈ ਗੱਲੀ ਨਹੀਂ ਹੈ। ਪਹਿਲਾਂ ਕਿਹਾ ਗਿਆ ਸੀ ਵੀ ਕੈਪਟਨ ਅਮਰਿੰਦਰ ਦੀ ਮਰਜ਼ੀ ਦੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਲੱਗਣਗੇ, ਪਰ ਉੱਥੇ ਕਿਤੇ ਕੈਪਟਨ ਅਮਰਿੰਦਰ ਦੀ ਮਰਜ਼ੀ ਨਹੀਂ ਹੈ। ਉਹ ਸਾਰਾ ਕੁਝ ਅਸਲ 'ਚ ਇੱਕ ਬਦਲਾ ਵੀ ਲਿਆ ਗਿਆ ਕੈਪਟਨ ਅਮਰਿੰਦਰ ਤੋਂ, ਕਿਉਂਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਚੱਲੇ ਨੇ 2002 ਤੋਂ 2007 ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ, ਜਿੱਦਾਂ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਲਾਏ ਗਏ ਕਾਂਗਰਸ ਪਾਰਟੀ ਦੇ, ਚਾਹੇ ਉਹ ਮਹਿੰਦਰ ਸਿੰਘ ਕੇਪੀ ਹੈ, ਸ਼ਮਸ਼ੇਰ ਸਿੰਘ ਦੂਲੋਂ ਆ, ਜਾਂ ਉਸ ਤੋਂ ਵੀ ਪਹਿਲਾਂ ਹਰਵਿੰਦਰ ਸਿੰਘ ਹੰਸਪਾਲ, ਐਚ.ਐਸ. ਹੰਸਪਾਲ ਜਿਹੜੀ ਨਾਮਧਾਰੀ ਹੈ, ਜਾਂ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ, ਜਾਂ ਪਹਿਲਾਂ ਬੀਬੀ ਭੱਠਲ ਦੇ ਨਾਲ ਰੇੜਕਾ, ਇਹ ਸਾਰੇ ਮਾਮਲਿਆਂ 'ਚ ਕੈਪਟਨ ਅਮਰਿੰਦਰ ਨੇ ਇੱਕ ਧਾਕੜ ਕਿਸਮ ਦੀ ਜਿਹੜੀ ਇੱਕ ਨੀਤੀ ਦੇ ਨਾਲ ਆਪਣਾ ਕੰਮ ਕੀਤਾ ਸੀ ਤੇ ਹਾਈ ਕਮਾਂਡ ਨੂੰ ਟਿੱਚ ਜਾਣਿਆ ਸੀ। ਕਿਸੇ ਦੀ ਨਹੀਂ ਸੁਣੀ, ਚਾਹੇ ਕੋਈ ਪੰਜਾਬ ਦਾ ਇੰਚਾਰਜ ਲਾ ਦਿੱਤਾ ਗਿਆ ਹੋਵੇ, ਕੋਈ ਵੀ ਹੋਵੇ, ਕੈਪਟਨ ਅਮਰਿੰਦਰ ਨੇ ਕੀਤੀ ਆਪਣੀ ਮਰਜ਼ੀ। ਤੇ ਪਿਛਲੀ ਇਲੈਕਸ਼ਨ ਦੇ ਵਿੱਚ ਤਾਂ ਅੱਖਾਂ ਦਿਖਾਈਆਂ ਸਾਫ਼ ਤੌਰ ਦੇ ਉੱਤੇ ਵੀ ਨਹੀਂ ਮੈਨੂੰ ਪ੍ਰਧਾਨ ਬਣਾਉਂਦੇ, ਨਹੀਂ ਮੈਨੂੰ ਸੀਐਮ ਦਾ ਕੈਂਡੀਡੇਟ ਬਣਾਉਂਦੇ, ਤਾਂ ਠੀਕ ਹੈ ਫਿਰ ਮੈਂ ਚੱਲਾ ਭਾਰਤੀ ਜਨਤਾ ਪਾਰਟੀ ਦੇ ਨਾਲ। ਤੇ ਉਦੋਂ ਹਾਈ ਕਮਾਂਡ ਜਿਹੜੀ ਹੈ ਉਦੋਂ ਮਜਬੂਰ ਹੋ ਕੇ ਕੈਪਟਨ ਅਮਰਿੰਦਰ ਨੂੰ ਲੈ ਕੇ ਆਈ ਸੀ। ਤੇ ਉਹ ਤੋਂ ਬਾਅਦ ਵੀ ਸਰਕਾਰ ਚਲਾਉਂਦਿਆਂ ਵੀ ਹੁਣ ਵੀ 4.5 ਸਾਲ ਤੱਕ ਨਾ ਹਾਈ ਕਮਾਂਡ ਦੀ ਸੁਣੀ, ਨਾ ਪੰਜਾਬ 'ਚ ਕਿਸੇ ਦੀ ਸੁਣੀ ਕੈਪਟਨ ਅਮਰਿੰਦਰ ਨੇ, ਨਾ ਲੋਕਾਂ ਦੀ ਤੱਕੀ ਸੁਣਨੀ ਸੀ, ਆਪਣੇ ਦੋਸਤਾਂ ਤੱਕ ਦੀ ਨਹੀਂ ਸੁਣੀ, ਜਿਹੜੇ ਆਪਣੇ ਨੇੜਲੇ ਦੋਸਤ ਸੀ, ਸੁਨੀਲ ਜਾਖੜ ਤੋਂ ਲੈ ਕੇ ਜਿੰਨੇ ਵੀ ਬਾਕੀ ਲੋਕ ਸੀ। ਤੇ ਉਹ ਸਾਰਾ ਕੁਝ ਦੇਖਿਆ ਜਾ ਰਿਹਾ ਸੀ ਤੇ ਬੜੀ ਦੇਰ ਤੋਂ ਕੈਪਟਨ ਅਮਰਿੰਦਰ ਨੂੰ ਸਾਈਡ ਤੇ ਕਰਕੇ ਕਿਸੇ ਹੋਰ ਨੂੰ ਅੱਗੇ ਲਿਆਉਣ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਇੱਕ ਯੋਜਨਾ ਸੀ, ਉਹ ਬੜੀ ਦੇਰ ਤੋਂ ਉਹਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੋ ਰਹੀ ਸੀ, ਜਿਹਦੇ 'ਚ ਨਿਕਲ ਕੇ ਆਇਆ ਨਵਜੋਤ ਸਿੰਘ ਸਿੱਧੂ। ਤੇ ਨਵਜੋਤ ਸਿੰਘ ਸਿੱਧੂ ਇੱਦਾਂ ਦੇ ਲੋਕ ਫਿਰ ਸੂਟ ਕਰਦੇ ਆ ਨਾ, ਮਤਲਬ ਲੜਨ ਦਾ ਵੀ ਇੱਕ ਤਰੀਕਾ ਹੁੰਦਾ ਵੀ ਇੱਦਾਂ ਦੇ ਲੋਕ ਸੂਟ ਕਰਦੇ ਆ। ਰਾਹੁਲ ਤੇ ਪ੍ਰਿੰਕਾ ਗਾਂਧੀ ਦਾ ਸ਼ੁਰੂ ਤੋਂ ਇਹ ਰਿਹਾ ਸੀ ਵੀ ਕੈਪਟਨ ਨੂੰ ਸਾਈਡ ਤੇ ਕਰਨਾ ਹੈ ਤੇ ਕੋਈ ਇੱਦਾਂ ਦਾ ਬੰਦਾ ਲਿਆਓ ਜਿਹੜਾ ਉਹਨੂੰ ਮੁਕਾਬਲਾ ਕਰ ਸਕੇ। ਤੇ ਲਫ਼ਜ਼ਾਂ ਦੇ ਮਾਮਲੇ ਦੇ ਵਿੱਚ, ਭੱਜ ਨੱਠ ਦੇ ਮਾਮਲੇ ਦੇ ਵਿੱਚ, ਐਨਰਜੀ ਦੇ ਮਾਮਲੇ ਦੇ ਵਿੱਚ ਇੱਕ ਉਮਰ ਦਾ ਤਕਾਜ਼ਾ ਆ, ਉਹ 'ਚ ਨਵਜੋਤ ਸਿੰਘ ਸਿੱਧੂ ਤੋਂ ਬੈਟਰ ਉਹਨਾਂ ਨੂੰ ਆਪਣਾ ਕੋਈ ਟੂਲ ਲੱਭਾ ਨਹੀਂ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ। ਉਹ ਕੋਈ ਪੰਜਾਬ ਦਾ ਵਫਾਦਾਰ ਨਹੀਂ ਹੈਗੇ ਨਵਜੋਤ ਸਿੰਘ ਸਿੱਧੂ, ਨਾ ਪੰਜਾਬੀ ਦੇ, ਨਾ ਪੰਜਾਬੀਅਤ ਦੇ, ਨਾ ਪੰਜਾਬ ਦੇ। ਉਹ ਤਾਂ ਗਾਂਧੀ ਪਰਿਵਾਰ ਦੇ ਵਫਾਦਾਰ ਆ। ਤੇ ਉਸ ਵਫਾਦਾਰ ਨੂੰ ਆਪਣੇ ਤਰੀਕੇ ਦੇ ਨਾਲ ਵਰਤ ਕੇ ਆਪਣੀ ਕਹਿ ਲਓ ਵੀ ਪੂਰੀ ਦੀ ਪੂਰੀ ਜਿਹੜੀ ਚਲਾਈ ਆ ਰਾਹੁਲ ਤੇ ਪ੍ਰਿੰਕਾ ਗਾਂਧੀ ਨੇ। ਈਵਨ ਸੋਨੀਆ ਗਾਂਧੀ ਵੀ ਜਿਹੜੇ ਆ ਉਹ ਸਾਈਡ ਤੇ ਰਹਿ ਗਏ ਆ। ਸੋ ਰਾਹੁਲ ਤੇ ਪ੍ਰਿੰਕਾ ਹੀ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਦੇਸ਼ 'ਚ ਚਲਾਉਣਗੇ ਤੇ ਰਾਹੁਲ ਤੇ ਪ੍ਰਿੰਕਾ ਹੀ ਪੰਜਾਬ ਦੇ ਵਿੱਚ ਚਲਾ ਰਹੇ ਨੇ। ਨਵਜੋਤ ਸਿੰਘ ਸਿੱਧੂ ਨਹੀਂ ਦਿਖਾਈ ਦੇ ਰਹੇ, ਉਹਨਾਂ ਦੇ ਪਿੱਛੇ ਰਾਹੁਲ ਤੇ ਪ੍ਰਿੰਕਾ ਦਿਖਾਈ ਦੇ ਰਹੇ ਆ। ਸੋ ਅਗਲੀ ਗੱਲ ਜਿਹੜੀ ਕਿਸਾਨਾਂ ਬਾਰੇ ਤੁਸੀਂ ਕਹਿ ਰਹੇ ਹੋ, ਖਟਕੜ ਕਲਾਂ ਦੇ ਵਿੱਚ ਜਿਹੜਾ ਉਹ ਇਲਾਕਾ ਹੈ ਨਾ ਜੀ, ਅਸਲ ਦੇ ਵਿੱਚ ਉਹ ਇਲਾਕਾ ਹੈਗਾ ਨਵਾਂ ਸ਼ਹਿਰ ਦਾ। ਕਿਰਤੀ ਕਿਸਾਨ ਯੂਨੀਅਨ ਜਿਹੜੀ ਹੈ ਉਹਨਾਂ ਦਾ ਕਾਫੀ ਉਸ ਇਲਾਕੇ ਦੇ ਵਿੱਚ, ਨਵਾਂ ਸ਼ਹਿਰ ਇਲਾਕੇ ਦੇ ਵਿੱਚ ਇੱਕ ਜ਼ੋਰ ਹੈ। ਕਿਸਾਨ ਜਥੇਬੰਦੀਆਂ 'ਚੋਂ ਸਭ ਤੋਂ ਜ਼ਿਆਦਾ ਅਸਰ ਜੇ ਕਿਸੇ ਜਥੇਬੰਦੀ ਦਾ ਹੈ 32 ਕਿਸਾਨ ਜਥੇਬੰਦੀਆਂ ਵਿੱਚੋਂ ਨਵੇਂ ਸ਼ਹਿਰ ਇਲਾਕੇ ਦੇ ਵਿੱਚ ਉਹ ਕਿਰਤੀ ਕਿਸਾਨ ਯੂਨੀਅਨ ਦਾ ਹੈ। ਦਰਸ਼ਨ ਖਟਕੜ ਹੋਰਾਂ ਦਾ ਪਿੰਡ ਆ।
ਨਾਲ ਹੀ। ਤੇ ਦਰਸ਼ਨ ਖਟਕੜ ਜਿਹੜੇ ਆ ਉਹ ਵੱਡੇ ਲੀਡਰ ਨੇ ਇੱਕ ਨਕਸਲੀ ਧਿਰ ਦੇ, ਤੇ ਉਹਨਾਂ ਦੀ ਫਰੰਟਲ ਆਰਗੇਨਾਈਜੇਸ਼ਨ ਹੈਗੀ ਆ ਕਿਰਤੀ ਕਿਸਾਨ ਯੂਨੀਅਨ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਭਿਣਕ ਪਈ ਕਿ ਹਾਂ ਵੀ ਖਟਕੜ ਕਲਾਂ ਵੀ ਆ ਰਿਹਾ ਨਵਜੋਤ ਸਿੰਘ ਸਿੱਧੂ, ਤਾਂ ਫਿਰ ਉਹ ਉੱਥੇ ਇਕੱਠੇ ਹੋਏ ਤੇ ਉਹਨਾਂ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਹ ਜਿਹੜੀ ਆਲੇ ਦੁਆਲੇ ਸਿਕਿਉਰਿਟੀ ਹੁੰਦੀ ਆ ਨਹੀਂ ਕਰਨ ਦਿੱਤੀ, ਤੇ ਉਹਨਾਂ ਨੇ ਕਾਫੀ ਨਾਅਰੇਬਾਜ਼ੀ ਵੀ ਕੀਤੀ, ਘੇਰਿਆ ਵੀ, ਤੇ ਨਾਲ ਇਹ ਵੀ ਕਿਹਾ ਵੀ ਇਸ ਵੇਲੇ 8 ਮਹੀਨੇ ਲਗਭਗ ਹੋ ਗਏ ਵੀ ਦਿੱਲੀ ਦੇ ਬਾਰਡਰਸ ਦੇ ਉੱਤੇ ਕਿਸਾਨ ਡਟੇ ਹੋਏ ਨੇ, ਪਾਰਲੀਮੈਂਟ ਵੱਲ ਮਾਰਚ ਹੋ ਰਿਹਾ ਅੱਜ ਤੋਂ ਕੱਲ੍ਹ ਤੋਂ, ਤੇ ਸਾਰੇ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਹੈ। ਤੇ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਕਾਂਗਰਸ ਵਰਗੀਆਂ ਪਾਰਟੀਆਂ ਜਸ਼ਨ ਮਨਾ ਰਹੀਆਂ ਕਿ ਇੱਕ ਪ੍ਰੈਜ਼ੀਡੈਂਟ ਬਣਾ ਦਿੱਤਾ ਜੀ ਨਵਾਂ ਕਾਂਗਰਸ ਪਾਰਟੀ ਨੇ। ਤੇ ਉਹੀ ਨਵਜੋਤ ਸਿੰਘ ਸਿੱਧੂ ਆ ਜਿਹੜੇ ਦਮਗੱਜੇ ਬੜੇ ਮਾਰਦੇ ਸੀ ਕਿਸਾਨਾਂ ਦੇ ਉੱਥੇ ਬਾਰਡਰ ਤੇ ਵੀ ਇੱਕ ਅੱਧੀ ਵਾਰੀ ਜਾਏ ਤੇ ਟਵੀਟ ਕਰਕੇ ਵੀ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰਦੇ ਸੀ। ਅੱਜ ਕਿਸਾਨ ਕਿੱਥੇ ਗਏ ਤੇ ਪੰਜਾਬ ਕਿੱਥੇ ਗਿਆ, ਉਹ ਸਾਰਾ ਕੁਝ ਗਵਾਚ ਗਿਆ। ਤੇ ਇਹ ਬੰਦਾ ਜਿਹੜਾ ਆ ਇਸ ਤਰ੍ਹਾਂ ਪੰਜਾਬ ਦੇ ਵਿੱਚ ਘੁੰਮ ਰਿਹਾ ਵੀ ਪਤਾ ਨਹੀਂ ਕਿਹੜੀ ਮੱਲ ਮਾਰ ਲਈ ਹੈ ਤੇ ਪਤਾ ਨਹੀਂ ਕਿਹੜੀ ਜਿੱਤ ਹਾਸਲ ਕਰ ਲਈ ਹੈ। ਤੇ ਇਸ ਕਰਕੇ ਇੱਕ ਪਾਲਿਸੀ ਦੇ ਲੈਵਲ ਦੇ ਉੱਤੇ ਕਿਸਾਨਾਂ ਨੇ ਵਿਰੋਧ ਕੀਤਾ ਹੈ ਤੇ ਇੱਕ ਸੰਕੇਤ ਦੇ ਦਿੱਤਾ ਹੈ ਵੀ ਸਾਡਾ ਵਿਰੋਧ ਕੇਵਲ ਭਾਰਤੀ ਜਨਤਾ ਪਾਰਟੀ ਜਾਂ ਸਰਕਾਰ ਦੇ ਖਿਲਾਫ ਹੀ ਨਹੀਂ ਹੈ, ਉਹਨਾਂ ਸਾਰੀਆਂ ਧਿਰਾਂ ਦੇ ਖਿਲਾਫ ਹੈ ਜਿਨ੍ਹਾਂ ਦੇ ਬੁੱਲਾਂ ਤੇ ਕੁਝ ਹੋਰ ਹੈ ਤੇ ਮਨਾਂ ਦੇ ਵਿੱਚ ਕੁਝ ਹੋਰ ਹੈ, ਜਾਂ ਵਿਚਾਰਧਾਰਕ ਤੌਰ ਦੇ ਉੱਤੇ ਉਹ ਅਸਲ ਦੇ ਵਿੱਚ ਐਂਟੀ ਪੀਪਲ ਲੋਕ ਨੇ, ਜਾਂ ਐਂਟੀ ਫਾਰਮਰ ਨੇ, ਜਾਂ ਐਂਟੀ ਐਗਰੀਕਲਚਰ ਨੇ। ਸੋ ਇਹ ਬੜਾ ਸਖਤ ਕਿਸਮ ਦਾ ਵਿਰੋਧ ਐਕਸ਼ਨ ਹੈ ਉੱਥੇ ਦਿੱਤਾ ਗਿਆ। ਇਹ ਤੇ ਹੋ ਗਈ ਨਾ ਜੀ ਆਈਡੀਓਲੋਜੀਕਲ ਗੱਲ ਕਿ ਭਾਵੇਂ ਕੋਈ ਵੀ ਹੋਵੇ, ਭਾਵੇਂ ਕਾਂਗਰਸ ਹੋਵੇ, ਭਾਵੇਂ ਬੀਜੇਪੀ ਹੋਵੇ, ਜੇ ਉਹ ਕਿਸਾਨਾਂ ਦੀ ਗੱਲ ਨਹੀਂ ਕਰਦੀ ਜਾਂ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਆ ਉਹਨਾਂ 'ਤੇ ਪਹਿਰਾ ਨਹੀਂ ਦਿੰਦੀ, ਜਿੱਦਾਂ ਕਿਸਾਨ ਕਹਿ ਰਹੇ ਉਹਨਾਂ ਦਾ ਵਿਰੋਧ ਹੋਣਾ ਹੀ ਚਾਹੀਦਾ ਤੇ ਹੋਏਗਾ ਵੀ। ਪਰ ਇਹ ਤੋਂ ਹਟ ਕੇ ਜੇ ਗੱਲ ਕੀਤੀ ਜਾਵੇ, ਜਿਵੇਂ ਤੁਸੀਂ ਦੱਸਿਆ ਆ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦਾ ਤਰੀਕਾਕਾਰ, ਵੈਸੇ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਵਿੱਚ ਵੀ ਇਹ ਗੱਲ ਬੜੀ ਬੁਰੀ ਸੀ ਕਿ ਉਹ ਕਿਸੇ ਨੂੰ ਮਿਲਣਾ ਹੀ ਨਹੀਂ ਚਾਹੁੰਦੇ, ਇੱਥੋਂ ਤੱਕ ਕਿ ਆਪਣੇ ਮਿਨਿਸਟਰਾਂ ਨੂੰ ਟਾਈਮ ਨਹੀਂ ਦਿੰਦੇ। ਤੇ ਇਸ ਵਾਰ ਉਹ ਤੋਂ ਵੀ ਗਾਂਹ ਹੱਦਾਂ ਟੱਪ ਗਏ ਉਹ, ਜਿਹਦਾ ਕਰਕੇ ਲੋਕ ਉਹਨਾਂ ਨਾਲ ਬੜੇ ਨਾਰਾਜ਼ ਨੇ। ਔਰ ਜਿਸ ਤਰੀਕੇ ਨਾਲ ਉਹਨਾਂ 4.5 ਸਾਲ ਸਰਕਾਰ ਚਲਾਈ ਆ, ਪੰਜਾਬ ਦੇ ਪੱਲੇ ਕੁਛ ਨਹੀਂ ਰਹਿਣ ਦਿੱਤਾ, ਨਾ ਹੀ ਕੋਈ ਨਵੀਂ ਚੀਜ਼ ਕਰਕੇ ਦਿਖਾਈ ਆ, ਸਗੋਂ ਇੱਕ ਮਤਲਬ ਰਜਵਾੜੇ ਤੋਂ ਵੀ ਗਾਂਹ ਲੰਘ ਕੇ ਇੱਕ ਜਿੱਦਾਂ ਇੱਕ ਬੜਾ ਆਲਸੀ ਤੇ ਵਿਲਾਸੀ ਜਿਹਾ ਪੁਰਸ਼ ਹੁੰਦਾ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਆ ਉਹ ਬਣੀ ਆ ਉਹਨਾਂ ਦੀ ਸ਼ਖਸੀਅਤ। ਤੇ ਫਿਰ ਜੇਕਰ ਹੁਣ ਉਹਨਾਂ ਨਾਲ ਜੇ ਲੱਗਦਾ ਵੀ ਆ ਕਿਸੇ ਨੂੰ ਕੋਈ ਜ਼ਿਆਦਤੀ ਹੋਈ ਆ ਜਾਂ ਉਹਨੂੰ ਹਾਈਕਮਾਂਡ ਨੇ ਲਾਂਭੇ ਕੀਤਾ, ਹਾਈਕਮਾਂਡ ਕਿੱਦਾਂ ਦੀ ਹੋਏ ਉੱਤੇ ਕਿੰਤੂ ਪਰੰਤੂ ਵੱਖਰੀ ਗੱਲ ਹੈ, ਪਰ ਕੈਪਟਨ ਨਾਲੇ ਹਮਦਰਦੀ ਹੋਣੀ ਕਿ ਉਹ ਜੀ ਇੱਕ ਸ਼ੇਰ ਸੀਗਾ ਜੀ, ਬੁੱਢੇ ਸ਼ੇਰ ਨੂੰ ਕੁਚਲ ਦਿੱਤਾ, ਪਲਾਨ ਕਰਤਾ। ਜਿਹੜਾ ਮੀਡੀਆ ਤਰ੍ਹਾਂ ਤਰ੍ਹਾਂ ਦੀਆਂ ਸਵਾਲ ਉਠਾ ਰਿਹਾ ਕਿ ਕੈਪਟਨ ਨਾਲ ਹਮਦਰਦੀ ਕਰਨੀ ਕਿਸੇ ਮਤਲਬ ਲੈਵਲ ਦੇ ਉੱਤੇ ਪੰਜਾਬੀਆਂ ਨੂੰ ਲੱਗਦਾ ਹੈ ਕਿ ਉਹਦੇ ਨਾਲ ਕੋਈ ਨੁਕਸਾਨ ਹੋ ਗਿਆ ਉਹਦੇ ਜਾਣ ਨਾਲ, ਜਾਂ ਸਿੱਧੂ ਦੇ ਆਉਣ ਨਾਲ ਬਹੁਤ ਫਾਇਦਾ ਹੋ ਗਿਆ? ਆਪਾਂ ਨੂੰ ਤਾਂ ਕੋਈ ਐਸੀ ਗੱਲ ਲੱਗਦੀ ਨਹੀਂ, ਰੋਜ਼ ਹੀ ਆਪਾਂ ਗੱਲ ਕਰਦੇ ਹਾਂ। ਦੇਖੋ ਸਾਡਾ ਤਾਂ ਬਿਲਕੁਲ ਸਾਫ਼ ਮੰਨਣਾ ਹੈ ਵੀ ਕੋਈ ਵੀ ਹੋਵੇ, ਕੈਪਟਨ ਅਮਰਿੰਦਰ ਹੋਵੇ ਜਾਂ ਹੁਣ ਨਵਜੋਤ ਸਿੰਘ ਸਿੱਧੂ ਆ, ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਤਾਂ ਕਿਤੇ ਨਹੀਂ ਜੁੜਿਆ ਹੋਇਆ। ਇਹਨਾਂ ਦਾ ਸਾਰਿਆਂ ਦਾ ਆਪੋ ਆਪਣਾ ਵੱਡੀ ਕੁਰਸੀ ਲਈ ਯੁੱਧ ਹੈ, ਤੇ ਉਸ ਯੁੱਧ ਦੇ ਵਿੱਚ ਕਦੀ ਕੋਈ ਥੱਲੇ ਆ ਤੇ ਕਦੀ ਕੋਈ ਉੱਤੇ ਆ। ਕਿਸੇ ਵੇਲੇ ਕੈਪਟਨ ਅਮਰਿੰਦਰ ਦਾ ਜਿਹੜੇ ਹੱਥ ਉੱਤੇ ਦਿਖਾਈ ਦਿੰਦੇ ਰਹੇ ਆ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਜਿੰਨੇ ਵੀ ਪ੍ਰਧਾਨ ਬਣਾਏਗਾ ਉਹਨਾਂ ਨੂੰ ਕਿਸੇ ਨੂੰ ਚੱਲਣ ਤੱਕ ਨਹੀਂ ਦਿੱਤਾ। ਕੈਪਟਨ ਅਮਰਿੰਦਰ ਨੇ ਆਪਣੀ ਮਰਜ਼ੀ ਕੀਤੀ ਤੇ ਆਖਰਕਾਰ ਆਪਣੀ ਮਰਜ਼ੀ ਪੁਗਾਈ ਤੇ ਆਪਣੀ ਮਰਜ਼ੀ ਦੇ ਨਾਲ ਸਰਕਾਰ ਚਲਾਈ। ਤੇ ਇਸੇ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ ਆ। ਸੋ ਨਵਜੋਤ ਸਿੰਘ ਸਿੱਧੂ ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਵੀ ਉਹ ਠੀਕ ਆ, ਗੱਲਾਂ ਕਰਦੀਆਂ ਹੋਰ ਹੁੰਦੀਆਂ, ਭਾਸ਼ਣਬਾਜ਼ੀ ਹੋਰ ਚੀਜ਼ ਹੈ, ਅਮਲੀ ਰੂਪ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ। ਤੇ ਸਪੈਸ਼ਲੀ ਪੰਜਾਬ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਪੰਜਾਬ ਦੇ ਮੁੱਦਿਆਂ ਦੇ ਉੱਤੇ ਤੁਹਾਡੀ ਕੀ ਸਮਝਦਾਰੀ ਹੈ, ਉਹ ਟਵੀਟ ਰਾਹੀਂ ਨਹੀਂ ਤੁਸੀਂ ਜਿਹੜਾ ਉਹ ਲੋਕਾਂ ਨੂੰ ਦੱਸ ਸਕਦੇ, ਉਹ ਤੁਹਾਡੇ ਅਮਲ 'ਚ ਚਾਹੀਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈ ਉਹ ਜਿਹੜੇ ਮੁੱਦੇ ਵੀ ਉਠਾਉਂਦੇ ਰਹੇ ਆ, ਤੇ ਖਾਸ ਤੌਰ ਦੇ ਉੱਤੇ ਜਿਹੜੀ ਲੜਾਈ ਦਾ ਐਲਾਨ ਵੀ ਕਰਦੇ ਰਹੇ ਆ, ਭਾਵੇਂ ਉਹ ਕੈਪਟਨ ਅਮਰਿੰਦਰ ਦੇ ਖਿਲਾਫ ਲੜਾਈ ਸੀ, ਪਰ ਅਲਟੀਮੇਟਲੀ ਕਿਹਾ ਕੀ ਸੀ ਉਹਨਾਂ ਨੇ ਕਿ ਮੇਰੀ ਇਸ ਸਿਸਟਮ ਦੇ ਖਿਲਾਫ ਲੜਾਈ ਹੈ। ਉਸ ਸਿਸਟਮ ਦੇ ਖਿਲਾਫ ਲੜਾਈ ਦਾ ਦਾਅਵਾ ਕਰਨ ਵਾਲਾ ਉਸੇ ਸਿਸਟਮ ਦਾ ਪੁਰਜਾ ਬਣ ਗਿਆ, ਜਾਂ ਪੁਰਜਾ ਸੀ ਜਾਂ
ਹੁਣ ਕਹਿ ਲਓ ਵੀ ਉੱਥੇ ਪੱਕੀ ਮੋਹਰ ਲੱਗ ਗਈ, ਕਿਉਂਕਿ ਉਸੇ ਸਿਸਟਮ ਦਾ ਇੱਕ ਵੱਡੀ ਜਿਹੜੀ ਜਥੇਬੰਦੀ ਜਾਂ ਪਾਰਟੀ ਹੈ ਉਸੇ ਸਿਸਟਮ 'ਚ ਕੰਮ ਕਰਨ ਵਾਲੀ, ਉਹਦਾ ਪੰਜਾਬ ਦਾ ਪ੍ਰੈਜ਼ੀਡੈਂਟ ਬਣ ਗਿਆ। ਉਹਦੇ ਤੋਂ ਫਿਰ ਕੀ ਤੁਸੀਂ ਬਦਲਾਅ ਦੀ ਤਵੱਕੋ ਕਰ ਸਕਦੇ ਹੋ? ਜਦੋਂ ਕੱਲ੍ਹ ਉਹ ਖਟਕੜ ਕਲਾਂ ਸੀਗੇ, ਨਵਜੋਤ ਸਿੰਘ ਸਿੱਧੂ ਜਿਵੇਂ ਨਾਅਰੇ ਮਾਰੇ, ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਅਮਰ ਰਹੇ ਜਾਂ ਜ਼ਿੰਦਾਬਾਦ, ਜਾਂ ਬਾਕੀ ਗੱਲਾਂ ਕੀਤੀਆਂ ਜਿੱਦਾਂ ਉਹ ਕਰਦੇ ਨੇ, ਤਾਂ ਮੈਨੂੰ ਉਹ ਸੀਨ ਯਾਦ ਆ ਰਿਹਾ ਸੀ ਜਦੋਂ ਮਨਪ੍ਰੀਤ ਬਾਦਲ ਖਟਕੜ ਕਲਾਂ ਗਏ ਸੀ। ਮਨਪ੍ਰੀਤ ਬਾਦਲ ਵੀ ਇੱਥੇ ਖਟਕੜ ਕਲਾਂ ਗਏ ਸੀ, ਤੇ ਮਨਪ੍ਰੀਤ ਬਾਦਲ ਨੇ ਵੀ ਉੱਥੇ ਮਿੱਟੀ ਚੁੱਕ ਕੇ ਆਪਣੇ ਮੱਥੇ ਤੇ ਲਾਈ ਸੀ ਭਗਤ ਸਿੰਘ ਦੇ ਪਿੰਡ ਦੀ, ਵੀ ਮੈਂ ਨਿਜ਼ਾਮ ਬਦਲ ਦੇਣਾ, ਪਰ ਉਸੇ ਨਿਜ਼ਾਮ ਦਾ ਹਿੱਸਾ ਬਣ ਗਏ ਮਨਪ੍ਰੀਤ ਬਾਦਲ। ਤੇ ਹੁਣ ਏਦਾਂ ਹੀ ਆ ਨਵਜੋਤ ਸਿੰਘ ਸਿੱਧੂ, ਇਹ ਉਹੀ ਨਵਜੋਤ ਸਿੰਘ ਸਿੱਧੂ ਆ ਜਿਹੜੇ ਇੱਕੋ ਦਿਨ ਦੇ ਵਿੱਚ ਖਟਕੜ ਕਲਾਂ ਵੀ ਚਲ ਜਾਂਦੇ ਆ, ਦਰਬਾਰ ਸਾਹਿਬ ਵੀ ਮੱਥਾ ਟੇਕ ਕੇ ਆਉਂਦੇ ਆ, ਤੇ ਦੁਰਗਿਆਣਾ ਮੰਦਿਰ ਵੀ ਚਲ ਜਾਂਦੇ ਆ, ਹਰ ਥਾਂ ਹੀ ਪਹੁੰਚਦੇ, ਘਰ ਆਪਣੇ ਹਵਨ ਯੱਗ ਵੀ ਕਰਾ ਲੈਂਦੇ ਆ। ਤੇ ਇੱਕ ਕਿਸਮ ਦਾ ਪੂਰਾ ਜਿਹੜਾ ਉਹਨਾਂ ਦਾ ਕਾਰ ਵਿਹਾਰ ਹੈ, ਉਹ ਤੋਂ ਪਤਾ ਲੱਗਦਾ ਹੈ ਵੀ ਉਹ ਕਿਤੇ ਵੀ ਨਹੀਂ ਖੜਦੇ, ਉਹ ਸਿਰਫ ਤੇ ਸਿਰਫ ਆਪਣੇ ਲਈ ਖੜੇ ਆ। ਸਿਰਫ ਤੇ ਸਿਰਫ ਆਪਣੇ ਲਈ ਖੜਨ ਵਾਲੇ ਬੰਦੇ ਕਦੇ ਵੀ ਕਿਸੇ ਆਵਾਮ ਦਾ, ਕਿਸੇ ਲੋਕਾਂ ਦਾ, ਕਿਸੇ ਖਾਸ ਸੂਬੇ ਦਾ ਕੋਈ ਭਲਾ ਨਹੀਂ ਕਰ ਸਕਦੇ। ਤੇ ਦੂਜੀ ਗੱਲ, ਮੈਨੂੰ ਤਾਂ ਉਸ ਦਿਨ ਤੋਂ ਇਤਰਾਜ਼ ਹੈ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹੈ। ਜਿਹੜੇ ਲੋਕ ਗਾਂਧੀ ਪਰਿਵਾਰ ਦੇ ਵਫਾਦਾਰ ਹੋਣਗੇ, ਉਹ ਪੰਜਾਬ ਦੇ ਵਫਾਦਾਰ ਕਿੱਦਾਂ ਹੋ ਸਕਦੇ ਆ? ਸੋ ਦੋਨੋਂ ਹੀ ਇੱਕੋ ਜਿਹੇ ਨੇ, ਥੋੜਾ ਬਹੁਤ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਜੀ। ਇੱਕ ਬਿਆਨ ਆਇਆ ਦਸਾਂਝ ਸਾਹਿਬ ਬ੍ਰਹਮਿੰਦਰਾ ਹਰਾਂ ਦਾ, ਉਹ ਕੈਪਟਨ ਦੇ ਕੈਂਪ ਦੇ ਕਾਫੀ ਨੇੜੇ ਦੱਸੇ ਜਾਂਦੇ ਆ, ਕੈਪਟਨ ਦੇ ਬੰਦੇ ਦੱਸੇ ਜਾਂਦੇ। ਵੈਸੇ ਪਹਿਲਾਂ ਤੇ ਲੰਬਾ ਸਮਾਂ ਇਹ ਵੀ ਸੀਗੇ ਉਹਨਾਂ ਦਾ ਮੋਤੀ ਮਹਿਲ ਦੇ ਨੇੜੇ ਤੇੜੇ ਕਿਤੇ ਘਰ ਆ, ਤੇ ਪਟਿਆਲਾ ਨੂੰ ਬਿਲੋਂਗ ਕਰਦੇ ਆ, ਤੇ ਕੈਪਟਨ ਸਾਹਿਬ ਉਹਨਾਂ ਨਾਲ ਦੁਆ ਸਲਾਮ ਨਹੀਂ ਕਰਦੇ ਹੁੰਦੇ, ਪਰ ਇਸ ਵਾਰੀ ਕਾਫੀ ਉਹਨਾਂ ਨੂੰ ਨੇੜੇ ਰੱਖਿਆ ਗਿਆ। ਪਤਾ ਨਹੀਂ ਕਿੰਨੇ ਉਹਨਾਂ ਦਾ ਸਮਝੌਤਾ ਕਰਾਇਆ, ਤੇ ਹੁਣ ਉਹ ਕਹਿ ਰਹੇ ਆ ਕਿ ਮਤਲਬ ਕੈਪਟਨ ਦੇ ਬਿਆਨ 'ਤੇ ਉਹ ਬਿਆਨ ਦੇ ਰਿਹਾ ਕਿ ਕੈਪਟਨ ਕੋ ਮਾਫੀ ਨਹੀਂ ਜਿੰਨਾ ਚਿਰ ਮੰਗਦਾ ਉਹਨਾਂ ਚਿਰ ਮੈਂ ਵੀ ਉਹਨਾਂ ਨੂੰ ਨਹੀਂ ਮਿਲਣਾ ਚਾਹੁੰਦਾ। ਮਤਲਬ ਉਹ ਕਿੱਡੀ ਵੱਡੀ ਸ਼ਖਸੀਅਤ ਨੇ ਬ੍ਰਹਮਿੰਦਰਾ ਹਰੀ, ਕਿ ਪੰਜਾਬ ਦੇ ਇਹੋ ਜਿਹੇ ਬਿਆਨ ਨਾਲ ਪੰਜਾਬ ਦੀ ਸਿਆਸਤ 'ਤੇ ਕੋਈ ਅਸਰ ਪਾ ਸਕਦੇ ਆ? ਦੇਖੋ, ਬ੍ਰਹਮਿੰਦਰਾ ਜਿਹੜੇ ਆ ਕੈਬਨਿਟ ਦੇ ਵਿੱਚ ਕਾਫੀ ਹੈਸੀਅਤ ਰੱਖਦੇ ਆ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਬਈ ਬ੍ਰਹਮਿੰਦਰਾ ਜਿਹੜੇ ਆ ਉਹ ਬਹੁਤ ਮੋਤੀ ਮਹਿਲ ਦੇ ਸਾਹਮਣੇ ਉਹਨਾਂ ਦਾ ਇੱਕ ਕੋਠੀ ਹੈ, ਤੇ ਉਹਨਾਂ ਦਾ ਆਪੋ ਵਿੱਚ ਹੀ ਕੋਈ ਬਹੁਤ ਜ਼ਿਆਦਾ ਰਾਬਤਾ ਨਹੀਂ ਰਿਹਾ ਪਿਛਲੇ ਵੇਲਿਆਂ ਦੇ ਵਿੱਚ। ਕਿਸੇ ਵੇਲੇ ਬਹੁਤ ਨੇੜੇ ਸੀਗੇ ਕੈਪਟਨ ਅਮਰਿੰਦਰ ਦੇ, ਫਿਰ ਰਾਬਤਾ ਟੁੱਟ ਗਿਆ। ਪਰ ਇਸ ਸਰਕਾਰ ਦੇ ਵਿੱਚ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਬਹੁਤ ਵਧੀਆ ਇੱਕ ਰਿਸ਼ਤਾ ਜਿਹਾ ਬਣ ਗਿਆ ਕੈਪਟਨ ਅਮਰਿੰਦਰ ਦਾ। ਇਹਨਾਂ ਦੇ ਅਸਲ ਦੇ ਵਿੱਚ ਜਿਹੜੀ ਐਂਟੀ ਪੀਪਲ ਪੋਲੀਟਿਕਸ ਹੁੰਦੀ ਹੈ ਨਾ ਜੀ, ਇਹਦੇ 'ਚ ਪੱਕੇ ਤੌਰ ਤੇ ਤੁਹਾਡਾ ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ। ਇਹਦੇ 'ਚ ਜਿਹੜੇ ਲੋਕ ਤੁਹਾਨੂੰ ਲੱਗਦਾ ਕਿ ਬਹੁਤ ਦੂਰ ਨੇ ਇੱਕ ਦੂਜੇ ਤੋਂ, ਕਦੋਂ ਉਹਨਾਂ ਨੇ ਨੇੜੇ ਆ ਜਾਣਾ ਕੁਝ ਨਹੀਂ ਕਿਹਾ ਜਾ ਸਕਦਾ। ਸਭ ਤੋਂ ਵੱਡੀ ਮਿਸਾਲ ਤਾਂ ਸੁਖਪਾਲ ਸਿੰਘ ਖਹਿਰੇ ਦੀ ਹੈ। ਅੱਜ ਸੁਖਪਾਲ ਸਿੰਘ ਖਹਿਰਾ ਕੈਪਟਨ ਅਮਰਿੰਦਰ ਦੇ ਝੰਡੇ ਹੇਠਾਂ ਆ, ਤੇ ਕਿਸੇ ਵੇਲੇ ਵੀ ਨਵਜੋਤ ਸਿੰਘ ਸਿੱਧੂ ਹਾਈ ਕਮਾਨ ਦੇ ਹੁਕਮ ਦੇ ਨਾਲ ਜਦੋਂ ਮਰਜ਼ੀ ਦਰਵਾਜ਼ਾ ਖੜਕਾ ਦੇਣਗੇ ਕੈਪਟਨ ਅਮਰਿੰਦਰ ਦਾ, ਤੇ ਉੱਥੇ ਉਹਨਾਂ ਦੇ ਗੋਲੀ ਹੱਥ ਲਾ ਦੇਣਗੇ, ਤੇ ਫਿਰ ਪਿਓ ਪੁੱਤਰ ਦੀ ਜੋੜੀ ਬਣ ਜਾਊਗੀ। ਪਰ ਅੰਦਰੋਂ ਜਿਹੜੇ ਵਿਰੋਧ ਹੁੰਦੇ ਆ ਉਹ ਕਈ ਵਾਰੀ ਜਿਹੜੇ ਆ ਉਹ ਦੂਰ ਤੱਕ ਚੱਲਦੇ ਆ। ਬ੍ਰਹਮਿੰਦਰਾ ਜਿਹੜੇ ਆ ਉਹ ਪਰ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਦਾ ਦਿਖਾਈ ਦੇ ਰਹੇ ਆ। ਕੈਪਟਨ ਅਮਰਿੰਦਰ ਦੇ ਕੈਂਪ ਵੱਲੋਂ ਕੋਈ ਵੱਡੇ ਪੱਧਰ ਦੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਹਾਲੇ ਕੋਈ ਏਦਾਂ ਮੁਕਾਬਲੇ ਦੀ ਰਣਨੀਤੀ ਜਿਹੜੀ ਹੈ ਸ਼ਾਇਦ ਤੈਅ ਨਹੀਂ ਕੀਤੀ ਗਈ। ਇੱਕ ਗੱਲ ਆ ਰਹੀ ਸੀ ਵੀ ਸ਼ਾਇਦ ਜਿੱਦਾਂ ਪਹਿਲਾਂ ਕਿਹਾ ਗਿਆ ਕਿ 21 ਤਰੀਕ ਨੂੰ ਲੰਚ ਕਾਲ ਕਰ ਲਿਆ ਕੈਪਟਨ ਅਮਰਿੰਦਰ ਨੇ ਆਪਣੇ MLAs ਦਾ ਤੇ ਨਾਲ ਦੀ ਨਾਲ MPs ਦਾ, ਤੇ ਪਰ ਉਹ 4 ਘੰਟੇ ਬਾਅਦ ਹੀ ਜਿਹੜਾ ਉਹਦੇ ਤੋਂ ਵੀ ਗੱਲ ਵਾਪਸੀ ਉਹਦੀ ਹੋ ਗਈ, ਤੇ ਕਿਹਾ ਗਿਆ ਕਿ ਰਵਿੰਦਰ ਠਕਰਾਲ ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਹੈ, ਉਹਨਾਂ ਇੱਕ ਟਵੀਟ ਕੀਤਾ ਕਿ ਨਹੀਂ ਕੋਈ ਅਸੀਂ ਇੱਦਾਂ ਦਾ ਲੰਚ ਦੀ ਕਾਲ ਕੀਤਾ। ਉਹ ਵੀ ਹਾਈ ਕਮਾਂਡ ਦਾ ਦਖਲ ਸੀ, ਫੋਨ ਤੋਂ ਫੋਨ ਖੜਕ ਰਹੇ ਸੀ। ਉੱਥੇ ਤਾਂ ਇਹ ਵੀ ਸੀ ਵੀ G23 ਦੇ ਕੋਈ ਲੀਡਰਾਂ ਦੇ ਪਹੁੰਚਣ ਦੀ ਵੀ ਗੱਲ ਕੀਤੀ ਜਾ ਰਹੀ ਸੀ। ਸੋ ਕਿਤੇ ਨਾ ਕਿਤੇ ਇੱਕ ਪੈਚਅਪ ਦੀ ਜਿਹੜੀ ਕੋਸ਼ਿਸ਼ ਹੈਗੀ ਆ, ਉਸ ਪੈਚਅਪ ਦੀ ਕੋਸ਼ਿਸ਼ ਦੇ ਦੌਰਾਨ ਹੀ ਬ੍ਰਹਮਿੰਦਰਾ ਦਾ ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਹ ਇਹੀ ਦਰਸਾਉਂਦਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਵੱਲੋਂ ਜਿਹੜਾ ਆ ਕੁਝ ਨਾ ਕੁਝ ਇੱਦਾਂ ਦੀ ਗੱਲ ਕਹੀ ਜਾਂ ਕਹਾਈ ਜਾ ਰਹੀ ਹੈ, ਤਾਂ ਜੋ ਇੱਕ ਜਿਹੜਾ ਦਬਾਅ ਥੋੜ੍ਹਾ ਬਹੁਤ ਜਿਹੜਾ ਹਾਈਕਮਾਨ 'ਤੇ ਬਣਿਆ ਰਹੇ ਕਿ ਪੈਚਅਪ ਦੀ ਸਥਿਤੀ ਬਣੇ ਤੇ ਉਹਨਾਂ ਦੇ ਗੋਡੀ ਹੱਥ ਲਾਉਣ ਆਵੇ ਨਵਜੋਤ ਸਿੰਘ ਸਿੱਧੂ। ਇੰਨੀ ਕੁ ਗੱਲ ਆ, ਹੋਰ ਕੋਈ ਬਹੁਤੀ ਗੱਲ ਹੈ ਨਹੀਂ, ਕਿਉਂਕਿ ਹੁਣ ਜਨਤਕ ਤੌਰ ਦੇ ਉੱਤੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਮਾਫੀ ਮੰਗਣ ਦੀ ਪੋਜੀਸ਼ਨ ਨਹੀਂ ਹੈ, ਨਾ ਹੀ ਉਹਨੂੰ ਮੰਗਣੀ ਹੈ। ਪਰ ਜਿੱਦਾਂ ਮੈਂ ਕਿਹਾ ਕਿ ਕੋਈ ਪੱਕਾ ਮਿੱਤਰ ਨਹੀਂ, ਕੋਈ ਪੱਕਾ ਦੁਸ਼ਮਣ ਨਹੀਂ, ਐਂਟੀ
ਜਿਹੜੀ ਪੀਪਲ ਪੋਲਿਟਿਕਸ ਹੁੰਦੀ ਹੈ। ਸੋ ਉਹ ਸਿੱਧੇ ਤੌਰ ਦੇ ਉੱਤੇ ਰਾਣਾ ਕੇਪੀ ਨੂੰ ਵੀ ਇਸੇ ਕਰਕੇ ਇਕੱਲੇ ਤੌਰ ਤੇ ਮਿਲਣ ਗਏ ਸੀ। ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਅੱਜ ਉਸ ਤੋਂ ਬਾਅਦ ਸ਼ਾਇਦ ਕੱਲ ਨੂੰ ਪਰਸੋਂ ਨੂੰ 2 ਦਿਨਾਂ ਦੇ ਵਿੱਚ ਇਦਾਂ ਦਾ ਸੀਨ ਅਸੀਂ ਦੇਖ ਸਕਾਂਗੇ ਵੀ ਰਾਣਾ ਕੇਪੀ ਰਾਹੀਂ ਜਾਂ ਇਕੱਲੇ ਤੌਰ ਦੇ ਉੱਤੇ ਤਾਲਮੇਲ ਬਿਠਾ ਕੇ ਨਵਜੋਤ ਸਿੰਘ ਸਿੱਧੂ ਪਹੁੰਚਣਗੇ ਕੈਪਟਨ ਅਮਰਿੰਦਰ ਕੋਲ, ਗੋਡੀ ਹੱਥ ਲਾਉਣਗੇ, ਤਸਵੀਰਾਂ ਵਾਇਰਲ ਹੋਣਗੀਆਂ, ਕਿਹਾ ਜਾਊਗਾ ਕਿ ਕਾਂਗਰਸ ਦਾ ਮਸਲਾ ਹੱਲ ਹੋ ਗਿਆ ਜੀ, ਹੁਣ ਇਹ ਰਲ ਕੇ ਚੱਲਣਗੇ, ਇਹ ਪਿਓ ਪੁੱਤਰ ਦੀ ਜੋੜੀ ਆ। ਇਹ ਸੰਭਾਵਨਾ ਦਿਖਾਈ ਦੇ ਰਹੀ ਆ। ਉਸੇ ਸੰਭਾਵਨਾ ਨੂੰ ਕਿਤੇ ਨਾ ਕਿਤੇ ਅਮਲੀ ਰੂਪ ਦੇਣ ਵਾਸਤੇ ਬ੍ਰਹਮਿੰਦਰਾ ਦਾ ਜਿਹੜਾ ਬਿਆਨ ਹੈ ਉਹ ਦਵਾਇਆ ਗਿਆ ਜੀ। ਇੱਕ ਦਸਾਂਝ ਸਾਹਿਬ, ਜਿਹੜੀ ਪੰਜਾਬ ਦੀ ਕੈਬਨਿਟ ਹੈ ਉਹ 'ਚ ਰੀਸ਼ਫਲ ਦੀ ਗੱਲ ਚੱਲ ਰਹੀ ਸੀਗੀ, ਉਹ ਕਿਤੇ ਠੰਡੇ ਬਸਤੇ 'ਚ ਪੈ ਗਈ ਆ ਜਾਂ ਅਜੇ ਵੀ ਕੋਈ ਟਾਰਗੇਟ ਤੇ ਕੁਝ ਲੋਕ ਹਨ? ਉਹ 'ਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ 2 ਕੁ ਮਾਝੇ ਦੇ ਮੰਤਰੀ ਤੇ ਜਿਹੜੇ ਰਾਣਾ ਕੇਪੀ ਸਿੰਘ ਹੈ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇ, ਸਪੀਕਰ ਹਰਪ੍ਰਤਾਪ ਅਜਨਾਲਾ ਨੂੰ ਗੱਲਾਂ, ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸੀ। ਕੀ ਉਹ ਠੰਡੇ ਬਸਤੇ 'ਚ ਪੈ ਗਿਆ ਮਸਲਾ ਫਿਲਹਾਲ, ਜਾਂ ਉੱਤੇ ਵੀ ਚਰਚਾ ਹੋਏਗੀ ਜੀ? ਦੇ ਹੋਏਗੀ ਹਾਲੇ, ਪਰ ਥੋੜਾ ਸਮਾਂ ਲੱਗੇਗਾ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਅੱਜ ਨਵਜੋਤ ਸਿੰਘ ਸਿੱਧੂ ਨੂੰ ਆਫੀਸ਼ੀਅਲੀ ਪ੍ਰੈਜ਼ੀਡੈਂਟ ਐਲਾਨਣ ਦਾ ਦਿਨ ਹੈ, ਉਸ ਤੋਂ ਪਹਿਲਾਂ ਤੱਕ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਨੂੰ ਸ਼ਾਇਦ ਇੱਦਾਂ ਫਰੀ ਹੈਂਡ ਕਰ ਦਿੱਤਾ ਗਿਆ ਵੀ ਤੁਸੀਂ ਰੀਸ਼ਫਲ ਆਪਣੀ ਮਰਜ਼ੀ ਨਾਲ ਕਰ ਲਓ, ਪਰ ਤੁਸੀਂ ਸਹਿਮਤੀ ਦਿਓ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਜ਼ੀਡੈਂਟ ਬਣਾਉਣ ਲਈ। ਜੋ ਸਹਿਮਤੀ ਦੇ ਵੀ ਦਿੱਤੀ ਸੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ, ਸਿਰਫ ਕੁਝ ਸ਼ਰਤਾਂ ਸੀਗੀਆਂ ਕੈਪਟਨ ਅਮਰਿੰਦਰ ਦੀਆਂ, ਕੁਝ ਤੌਖਲੇ ਸੀ ਉਹਨੇ ਸਾਂਝੇ ਕਰ ਰਹੇ ਸੀ, ਤੇ ਪਰ ਸਹਿਮਤੀ ਦੇ ਦਿੱਤੀ ਗਈ ਸੀ। ਹੁਣ ਵੀ ਜਦੋਂ ਪ੍ਰਧਾਨ ਬਣਾ ਦਿੱਤਾ ਗਿਆ ਤੇ ਹੁਣ ਵੀ ਉਹ ਜਾਣਬੁੱਝ ਕੇ ਇੱਕ ਗੱਲ ਉਠਾਈ ਆ ਕੈਪਟਨ ਅਮਰਿੰਦਰ ਨੇ ਵੀ ਇਹ ਜਨਤਕ ਤੌਰ ਤੇ ਮਾਫੀ ਮੰਗਣ, ਪ੍ਰਧਾਨ ਬਣਾਤਾ ਤੁਸੀਂ, ਮੈਨੂੰ ਇੱਥੇ ਕੋਈ ਇਤਰਾਜ਼ ਨਹੀਂ। ਤੇ ਇੱਦਾਂ ਹੀ ਜਿਹੜਾ ਫੇਰਬਦਲ ਦਾ ਮਾਮਲਾ ਆ ਉਹ ਪ੍ਰਧਾਨ ਰਸਮੀ ਤੌਰ ਤੇ ਐਲਾਨਣ ਤੋਂ ਪਹਿਲਾਂ ਤੱਕ ਹੋਰ ਤਰ੍ਹਾਂ ਸੋਚਿਆ ਜਾ ਰਿਹਾ ਸੀ ਵੀ ਜਿਹੜੇ ਕੁਝ ਮੰਤਰੀ ਹੈਗੇ ਆ ਜਿਹੜੇ ਲਗਾਤਾਰ ਆਲੋਚਕ ਬਣ ਕੇ ਰਹੇ ਨੇ ਕੈਪਟਨ ਅਮਰਿੰਦਰ ਦੇ, ਸ਼ਾਇਦ ਉਹਨਾਂ ਨੂੰ ਪਾਸੇ ਕੀਤਾ ਜਾਏਗਾ, ਨਵੇਂ ਲੋਕਾਂ ਨੂੰ ਸ਼ਾਇਦ ਸ਼ਾਮਲ ਕੀਤਾ ਜਾਏਗਾ। ਤੇ ਪਰ ਹੁਣ ਜਿਹੜੀਆਂ ਖਬਰਾਂ ਆਈਆਂ ਵੀ ਨਾਲ ਦੀ ਨਾਲ ਕੁਝ ਇੱਦਾਂ ਦੀਆਂ ਇੰਡੀਕੇਸ਼ਨ ਦਿੱਤੀਆਂ ਗਈਆਂ ਵੀ ਹਾਈਕਮਾਨ ਚਾਹੁੰਦਾ ਆ ਵੀ ਜਿਹੜਾ ਕੋਈ ਰੱਦੋ ਬਦਲ ਹੋਵੇ ਉਹਦੇ 'ਚ ਨੌਜਵਾਨ ਚਿਹਰੇ ਜਿਹੜੇ ਆ ਉਹ ਜ਼ਰੂਰ ਸ਼ਾਮਲ ਕੀਤੇ ਜਾਣ। ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਗਏ ਨੇ ਉਹਨਾਂ ਵਿੱਚੋਂ ਵੀ ਸੰਗਤ ਸਿੰਘ ਗਿੱਲ ਦੀਆਂ ਜਾਂ ਕੁਲਦੀਪ ਨਾਗਰਾ ਵਗੈਰਾ, ਇਹਨਾਂ ਨੂੰ ਮੰਤਰੀ ਮੰਡਲ 'ਚ ਲਿਆ ਜਾਏ। ਇਹ ਹਾਈਕਮਾਨ ਵੱਲੋਂ ਕਿਤੇ ਨਾ ਕਿਤੇ ਇੱਕ ਮੈਸੇਜ ਹੈ। ਤੇ ਮੈਨੂੰ ਲੱਗਦਾ ਕਿ ਹੁਣ ਜਦੋਂ ਪੈਚਅਪ ਦੀ ਕੋਸ਼ਿਸ਼ ਹੋ ਰਹੀ ਹੈ ਅੰਦਰ ਖਾਤੇ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਦਾ, ਜਦੋਂ ਪੈਚਅਪ ਹੋਏਗਾ ਉਸ ਤੋਂ ਬਾਅਦ ਫਿਰ ਜਿਹੜਾ ਵਜ਼ਾਰਤੀ ਰੱਦੋ ਬਦਲ ਹੋਏਗਾ। ਤੇ ਹੁਣ ਇਹ ਗੱਲ ਖਤਮ ਹੀ ਹੈ ਲਗਭਗ ਵੀ ਜਿਹੜਾ ਸੋਚਿਆ ਜਾ ਰਿਹਾ ਸੀ ਸੁਰਿੰਦਰ ਸਿੰਘ ਰੰਧਾਵਾ ਵਰਗੇ ਲੋਕ, ਤਰਿੰਦਰ ਸਿੰਘ ਬਾਜਵਾ ਵਰਗੇ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਨਾਲ ਹੁਣ ਦਿਖਾਈ ਦੇ ਰਹੇ ਆ, ਸ਼ਾਇਦ ਉਹਨਾਂ ਨੂੰ ਵੀ ਜਿਹੜਾ ਛੱਡਿਆ ਜਾ ਸਕਦਾ ਨਵੀਂ ਵਜ਼ਾਰਤ ਦੇ ਵਿੱਚ, ਪਰ ਹੁਣ ਉਹਨਾਂ ਨੂੰ ਛੱਡਣਾ ਬਹੁਤ ਜ਼ਿਆਦਾ ਮੁਸ਼ਕਲ ਹੋਏਗਾ ਕੈਪਟਨ ਅਮਰਿੰਦਰ ਲਈ। ਜੇ ਉਹਨਾਂ ਨੂੰ ਛੱਡਦੇ ਆ ਤੇ ਫਿਰ ਇੱਕ ਨਵੀਂ ਲੜਾਈ ਜਿਹੜੀ ਹੈ ਕਾਂਗਰਸ ਪਾਰਟੀ ਦੀ ਸ਼ੁਰੂ ਹੋ ਜਾਏਗੀ ਪੰਜਾਬ ਦੇ ਵਿੱਚ, ਜੋ ਹਾਲ ਫਿਲਹਾਲ ਨਾ ਤਾਂ ਕੈਪਟਨ ਅਮਰਿੰਦਰ ਨੂੰ ਸੂਟ ਕਰੇਗੀ, ਨਾ ਨਵਜੋਤ ਸਿੰਘ ਸਿੱਧੂ ਨੂੰ, ਨਾ ਹਾਈਕਮਾਨ ਨੂੰ। ਅਗਲੀ ਲੜਾਈ ਜਿਹੜੀ ਹੁਣ ਤਾਂ ਜੋ ਦਿਖਾਈ ਦੇ ਰਿਹਾ ਇਹਦੇ 'ਚ ਪੈਚਅਪ ਹੀ ਨਿਕਲੂਗਾ। ਅਗਲੀ ਲੜਾਈ ਅਸਲ 'ਚ ਸ਼ੁਰੂ ਹੋਣੀ ਹੈ ਟਿਕਟਾਂ ਦੀ ਵੰਡ ਵੇਲੇ, ਫਿਰ ਹੋਰ ਤਰ੍ਹਾਂ ਦੀਆਂ ਸਥਿਤੀਆਂ ਹੋਣਗੀਆਂ। ਹਾਲ ਫਿਲਹਾਲ ਹਾਲਾਤ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਇਹ ਥੋੜੀ ਜਿਹੀ ਕੇਂਦਰੀ ਲੀਡਰਸ਼ਿਪ ਦੀ ਵੀ ਗੱਲ ਕਰ ਲਈਏ। ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਬੜਾ ਦਬਾਅ ਕਿਸਾਨਾਂ ਵੱਲੋਂ ਬਣਾਇਆ ਗਿਆ ਸੀਗਾ, ਪੋਲੀਟੀਕਲ ਪਾਰਟੀਆਂ ਨੇ ਉਹਦੇ ਵਿੱਚ ਕੰਮ ਰੋਕੂ ਪ੍ਰਸਤਾਵ ਵੀ ਲਿਆਂਦੇ, ਤੇ ਹੁਣ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਜਿਹੜਾ ਸੈਸ਼ਨ ਹੈ ਉਹਨੂੰ, ਕਿਉਂਕਿ ਉੱਥੇ ਗੱਲ ਨਹੀਂ ਕੋਈ ਹੋ ਰਹੀ। ਔਰ ਦੂਜੇ ਪਾਸੇ ਮੋਦੀ ਜੀ ਜਿਹੜੇ ਆ ਉਹ ਪਹਿਲੀ ਵਾਰ ਲੱਗਿਆ ਕਿ ਬੜੇ ਬੇਵੱਸ ਨੇ, ਉਹਨਾਂ ਦੀ ਗੱਲ ਵੀ ਨਹੀਂ ਸੁਣੀ ਗਈ, ਔਰ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਵੇਖ ਰਿਹਾ ਕਿ ਲੋਕ ਇੰਨੇ ਨੈਗੇਟਿਵ ਵੀ ਹੋ ਸਕਦੇ ਆ, ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਆ ਰਹੇ ਆ। ਪਰ ਦੂਜੇ ਪਾਸੇ ਜਿਹੜੇ ਖੇਤੀ ਮੰਤਰੀ ਆ ਉਹ ਇੱਕੋ ਹੀ ਗੱਲ ਤੇ ਅੜੇ ਹੋਏ ਆ, ਲਗਾਤਾਰ ਤੋਤਾ ਰੱਟ ਕੇ MSP ਜਿਹੜੀ ਆ ਜੀ ਉਹ ਜਾਰੀ ਆ, ਜੇ ਵੀ ਚੱਲ ਰਹੀ ਆ, ਤੇ ਕਿਸਾਨ ਮੱਦਾਂ ਦੇ ਉੱਤੇ ਗੱਲ ਕਰ ਲੈਣ, ਯਾਨੀ ਕਿ ਉਹਨਾਂ ਨੂੰ ਇਹ ਤੋਂ ਗਾਂ ਪਤਾ ਹੀ ਨਹੀਂ ਲੱਗਦਾ, ਜਾਂ ਉਹਨਾਂ ਨੂੰ ਅਜੇ ਤੱਕ ਇੱਥੇ ਰੋਕ ਕੇ ਰੱਖਿਆ ਗਿਆ, ਇਹੋ ਪਹਾੜਾ ਪੜਾਇਆ ਗਿਆ ਵੀ ਤੁਸੀਂ ਬਸ ਦੂਣੀ ਦਾ ਪਹਾੜਾ ਹੀ ਪੜੀ ਜਾਣਾ, ਅੱਗੇ ਨਹੀਂ ਜਾਣਾ ਅਜੇ। ਬਿਲਕੁਲ ਉਹਨਾਂ ਨੂੰ ਜੋ ਕਿਹਾ ਜਾਂਦਾ ਉਹ, ਕਿਉਂਕਿ ਇੱਥੇ ਕਿਸੇ ਦੀ ਕੋਈ ਹੈਸੀਅਤ ਨਹੀਂ ਹੈ। ਮਤਲਬ ਚਾਹੇ ਉਹ ਖੇਤੀ ਮੰਤਰੀ ਹੈ, ਚਾਹੇ ਐਜੂਕੇਸ਼ਨ ਮਿਨਿਸਟਰ ਹੈ, ਮਤਲਬ ਜਿਹੜਾ ਐਜੂਕੇਸ਼ਨ ਮਿਨਿਸਟਰ ਸੀ ਨਿਸ਼ੰਕ, ਉਹਨੂੰ ਬਦਲ ਦਿੱਤਾ ਗਿਆ ਹੁਣ। ਤੇ ਉਹਨੇ ਜਦੋਂ +2 ਵਾਲਾ ਮਾਮਲਾ ਸੀ, ਜਿਹੜਾ CBSE ਦੇ ਐਗਜ਼ਾਮ ਦਾ ਮਾਮਲਾ ਸੀ, ਉਹਦੇ 'ਚ ਉਹਦੀ ਕਿਤੇ ਕੋਈ ਦਖਲ ਨਹੀਂ ਸੀ, ਤੇ ਪ੍ਰਧਾਨ ਮੰਤਰੀ ਨੂੰ ਖੁਦ ਸਾਹਮਣੇ ਆ ਕੇ ਕਹਿਣਾ ਪਿਆ
ਵੀ ਅਸੀਂ ਜੀ ਬੱਚਿਆਂ ਦਾ ਬੜਾ ਖਿਆਲ ਰੱਖਦੇ ਹਾਂ, ਕਰੋਨਾ ਕਾਲ ਹੈ ਤੇ ਇਸ ਕਰਕੇ ਅਸੀਂ ਉਹ ਜਿਹੜੇ ਐਗਜ਼ਾਮ ਆ ਕਰਵਾਉਣੇ ਨਹੀਂ, ਉਹ ਰੱਦ ਕਰ ਦਿੱਤੇ ਗਏ ਆ ਤੇ ਬੱਚਿਆਂ ਨੂੰ ਇਸੇ ਤਰ੍ਹਾਂ ਪ੍ਰਮੋਟ ਕਰਨਾ। ਜਿਹੜੀ ਐਜੂਕੇਸ਼ਨ ਮਿਨਿਸਟਰ ਦੀ ਕੋਈ ਹੈਸੀਅਤ ਨਹੀਂ। ਇੱਦਾਂ ਹੀ ਹੁਣ ਨਹੀਂ ਹੈਗੇ ਸੁਸ਼ਮਾ ਸਵਰਾਜ, ਜਦੋਂ ਫਾਰਨ ਮਿਨਿਸਟਰ ਹੁੰਦੇ ਸੀ ਤੇ ਪਤਾ ਹੀ ਨਹੀਂ ਸੀ ਵੀ ਸਾਡੇ ਫਾਰਨ ਮਿਨਿਸਟਰ ਸੁਸ਼ਮਾ ਸਵਰਾਜ ਹੈ। ਜੋ ਕਰਦੇ ਸੀ ਨਰਿੰਦਰ ਮੋਦੀ ਕਰਦੇ ਸੀ। ਇੱਦਾਂ ਹੀ ਨਰਿੰਦਰ ਤੋਮਰ ਵਰਗੇ ਲੋਕ ਜਿਹੜੇ ਆ, ਉਹ ਜੋ ਕਹਿੰਦੇ ਨੇ ਉਹ ਆਪ ਨਹੀਂ ਕਹਿੰਦੇ, ਉਹਨਾਂ ਤੋਂ ਕਹਾਇਆ ਜਾਂਦਾ ਵੀ ਆਹੀ ਤੁਸੀਂ ਤੋਤਾ ਰੱਟ ਰੱਖਣੀ ਹੈ, ਹਾਲੇ ਇਹ ਤੋਂ ਅੱਗੇ ਨਹੀਂ ਜਾਣਾ। ਸੋ ਉਹੀ ਕੁਝ ਕਹਿੰਦੇ ਆ ਬਾਰ-ਬਾਰ, ਇੱਕ ਵਾਰੀ ਥੋੜ੍ਹਾ ਉਹਨਾਂ ਦਾ 50 ਵਾਰ ਇਹੀ ਬਿਆਨ ਆਇਆ, ਬਾਰ-ਬਾਰ ਆਇਆ। ਹੁਣ ਵੀ ਜਦੋਂ ਕਿਸਾਨਾਂ ਦਾ ਇੱਕ ਪ੍ਰੈਸ਼ਰ ਬਿਲਡ ਹੋਇਆ ਪਾਰਲੀਮੈਂਟ ਦੇ ਅੰਦਰ, ਵਿਰੋਧੀ ਪਾਰਟੀਆਂ ਨੇ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਨਰਿੰਦਰ ਮੋਦੀ ਨੂੰ ਬੋਲਣ ਤੱਕ ਨਹੀਂ ਦਿੱਤਾ, ਜਿੱਦਾਂ ਤੁਸੀਂ ਕਿਹਾ ਕਿ ਇਹ ਲੱਗਦਾ ਕਿ ਇੱਦਾਂ ਦਾ ਬੇਵਸੀ ਦਾ ਆਲਮ ਤਾਂ ਪ੍ਰਧਾਨ ਮੰਤਰੀ ਲਈ ਕਦੀ ਵੀ ਨਹੀਂ ਸੀ। ਪ੍ਰਧਾਨ ਮੰਤਰੀ ਤਾਂ ਮਤਲਬ ਜਿਹੜੇ ਚੁੱਪ ਨਹੀਂ ਸੀ ਹੁੰਦੇ, ਜਿਹੜੇ ਚਟਕਾਰੇ ਲੈ ਲੈ ਕੇ ਬੋਲਿਆ ਕਰਦੇ ਸੀ ਪਾਰਲੀਮੈਂਟ ਦੇ ਵਿੱਚ, ਜਿਹੜੇ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ, ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਤੇ ਉਹ ਇਹ ਕਹਿ ਕੇ ਬੈਠ ਗਏ ਵੀ ਭਾਈ ਆਹ ਤੁਹਾਨੂੰ ਦੇ ਦਿੱਤੀ ਸੂਚੀ, ਇਹਨਾਂ ਨੂੰ ਤੁਸੀਂ ਇੰਟਰੋਡਿਊਸ ਹੋਇਆ ਸਮਝ ਲਓ ਮੰਤਰੀਆਂ ਨੂੰ, ਵੀ ਇਹ ਸੁਣਨਾ ਨਹੀਂ ਚਾਹੁੰਦੇ ਕਿਸੇ ਨੂੰ ਵੀ, ਤੇ ਉਹ ਬੈਠ ਗਏ। ਇਹਦਾ ਮਤਲਬ ਹੈ ਸਰਕਾਰ ਹੀ ਬੈਠ ਗਈ। ਸੋ ਸਰਕਾਰ ਦੀ ਬੇਬਸੀ, ਨਰਿੰਦਰ ਮੋਦੀ ਦੀ ਬੇਬਸੀ ਆਪਣੀ ਥਾਂ ਤੇ ਹੈ, ਪਰ ਉਹ ਬੇਬਸੀ ਦੇ ਨਾਲ ਨਾਲ ਜਿਹੜਾ ਇੱਕ ਕਿਤੇ ਨਾ ਕਿਤੇ ਸੁਪਰ ਈਗੋ ਜਿਹੜੀ ਆ ਹਾਲੇ ਵੀ ਕਾਇਮ ਹੈ। ਹਾਲੇ ਵੀ ਇੱਕ ਅੰਦਰੋਂ ਸਰਕਾਰ ਹਿੱਲੀ ਹੋਈ ਆ, ਡਰੀ ਹੋਈ ਹੈ, ਪਰ ਦਿਖਾਉਣਾ ਇਹ ਚਾਹੁੰਦੀ ਹੈ ਵੀ ਅਸੀਂ ਬੜੇ ਮਜ਼ਬੂਤ ਹੈ, ਅਸੀਂ ਨਹੀਂ ਤੁਹਾਡੀ ਸੁਣਨੀ। ਇਸ ਕਰਕੇ ਜਿਹੜੇ ਦੋ ਗੱਲਾਂ ਹੋ ਰਹੀਆਂ, ਚਲੋ ਇਹ ਤਾਂ ਨਰਿੰਦਰ ਤੋਮਰ ਦੀ ਗੱਲ ਕੀਤੀ ਹੈ ਨਾ ਜੀ ਤੁਸੀਂ, ਦੋ ਗੱਲਾਂ ਜਿਹੜੀਆਂ ਕੱਲ ਹੋਈਆਂ ਤੁਹਾਡੇ, ਤਾਂ ਅੱਜ ਹੀ ਕਹਿ ਲਓ ਤੁਸੀਂ, ਜਿਹੜਾ ਪਾਰਲੀਮੈਂਟ ਦੇ ਵਿੱਚ ਬੜੀਆਂ ਡੈਮੇਜਿੰਗ ਹੈ। ਨਰਿੰਦਰ ਮੋਦੀ ਨੇ ਜਾਂ ਕਹਿ ਲਓ ਸਰਕਾਰ ਵੱਲੋਂ ਇਹ ਕਿਹਾ ਗਿਆ ਵੀ ਜਿਹੜੇ ਕਿਸਾਨ ਹੈ, ਜਿਹੜੇ ਸ਼ਹੀਦ ਹੋ ਗਏ ਕਿਸਾਨ, ਵੀ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਜਦੋਂ ਚੱਲੀ, ਵੀ ਉਹਨਾਂ ਵਾਸਤੇ ਨਾ ਤਾਂ ਸਾਡੇ ਕੋਲ ਕੋਈ ਵਿਵਸਥਾ ਆ ਵੀ ਉਹਨਾਂ ਨੂੰ ਅਸੀਂ ਮੁਆਵਜ਼ਾ ਦੇਣਾ, ਤੇ ਨਾ ਹੀ ਸਾਡੇ ਕੋਲ ਕੋਈ ਰਿਕਾਰਡ ਹੈ ਵੀ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਗਏ ਕਿਸਾਨ, ਉਹਨਾਂ ਦੇ ਪਰਿਵਾਰਾਂ ਵਾਸਤੇ ਕੋਈ ਮੁਆਵਜ਼ੇ ਦਾ ਨਾ ਸਾਡੇ ਕੋਲ ਕੋਈ ਵਿਵਸਥਾ, ਨਾ ਸਾਡੇ ਕੋਲ ਉਹਨਾਂ ਦਾ ਕੋਈ ਰਿਕਾਰਡ। ਬੜੀ ਸ਼ਰਮ ਵਾਲੀ ਗੱਲ ਹੈ ਕਿ ਚਲੋ ਮੁਆਵਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਨੂੰ ਯਾਦ ਹੈ ਸ਼ਾਇਦ ਮੈਂ ਗੱਲ ਕੀਤੀ ਤੁਹਾਡੇ ਨਾਲ ਕਿ ਨਹੀਂ, ਜਿਹੜੇ ਖਿਡਾਰੀ ਸਾਡੇ ਓਲੰਪਿਕ ਦੇ ਵਿੱਚ ਗਏ ਤੇ ਉਹਦੇ 'ਚ PV ਸਿੱਧੂ ਜਿਹੜੀ ਸਾਡੀ ਇੱਕ ਸ਼ਟਲਰ ਹੈ, ਉਹਦੇ ਨਾਲ ਆਨਲਾਈਨ ਜਿਹੜਾ ਵਰਚੁਅਲ ਜਿਹੜੀ ਚੱਲ ਰਹੀ ਸੀ ਗੱਲਬਾਤ ਖਿਡਾਰੀਆਂ ਨਾਲ, ਉਹਦੇ 'ਚ ਪ੍ਰਧਾਨ ਮੰਤਰੀ ਉਹਨੂੰ ਕਹਿ ਰਹੇ ਆ PV ਸਿੰਧੂ ਨੂੰ ਵੀ ਤੂੰ ਜਿੱਤ ਕੇ ਆ, ਤੇ ਜਦੋਂ ਤੂੰ ਜਿੱਤ ਕੇ ਆਏਂਗੀ ਤੇਰੇ ਨਾਲ ਮੈਂ ਆਈਸਕ੍ਰੀਮ ਖਾਊਂਗਾ। ਦੂਜੀ ਘਟਨਾ ਜਿਹੜੀ ਅਫਗਾਨਿਸਤਾਨ ਦੇ ਵਿੱਚ ਦਾਨਿਸ਼ ਸਦੀਕੀ ਨਾਂ ਦਾ ਸਾਡਾ ਇੱਕ ਪੱਤਰਕਾਰ ਸ਼ਹੀਦ ਹੋ ਗਿਆ ਜੀ। ਦਾਨਿਸ਼ ਸਦੀਕੀ ਜਿਹੜਾ ਬਹੁਤ ਵੱਡਾ ਫੋਟੋਗ੍ਰਾਫਰ ਸੀ, ਮੈਗਸਾਸੇ ਪੁਰਸਕਾਰ ਵੀ ਸ਼ਾਇਦ ਉਹਨੂੰ ਮਿਲਿਆ ਸੀ, ਤੇ ਉਹ ਬੰਦਾ ਸ਼ਹੀਦ ਹੋ ਗਿਆ। ਇੱਕ ਲਫ਼ਜ਼ ਨਹੀਂ ਹੈ ਸਾਡੇ ਪ੍ਰਧਾਨ ਮੰਤਰੀ ਕੋ ਉਹਨੂੰ ਸ਼ਰਧਾਂਜਲੀ ਦੇਣ ਲਈ। 21 ਜਵਾਨ ਸਾਡੇ ਉੱਥੇ ਲੇਹ ਲਦਾਖ ਦੇ ਵਿੱਚ ਦਫਨ ਹੋ ਗਏ ਬਰਫ਼ ਦੇ ਵਿੱਚ, ਇੱਕ ਲਫ਼ਜ਼ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ। PV ਸਿੱਧੂ ਨਾਲ ਆਈਸਕ੍ਰੀਮ ਖਾਣ ਦੀਆਂ ਗੱਲਾਂ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਕੋਲ ਪਾਰਲੀਮੈਂਟ ਦੇ ਵਿੱਚ ਕੀ ਆਪਣੇ ਮਨ ਕੀ ਬਾਤ ਜਿਹੜੀ ਹਰ ਮਹੀਨੇ ਕਰਦੇ ਆ, ਉਹਦੇ 'ਚ ਵੀ ਇੱਕ ਲਫ਼ਜ਼ ਨਹੀਂ ਹੈ ਕਿਸਾਨਾਂ ਲਈ, ਜਿਹੜੇ ਕਿਸਾਨ ਸ਼ਹੀਦ ਹੋਏ। ਇਸ ਤਰ੍ਹਾਂ ਦੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਮੁਲਕ ਦੇ ਬਾਦਸ਼ਾਹ ਜਿਹੜੇ ਹੈਗੇ ਆ ਨਰਿੰਦਰ ਮੋਦੀ, ਉਹਨਾਂ ਦਾ ਆਹ ਵਤੀਰਾ ਆ, ਬਿਹੇਵ ਹੈ, ਤੇ ਮੁਆਵਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਸਰਕਾਰ ਦੀਆਂ ਤਰਜੀਹਾਂ ਕੀ ਹੈ। ਭਾਵੇਂ ਮੈਂ ਕਿਹਾ ਕਿ ਸਰਕਾਰ ਅੰਦਰੋਂ ਡਰੀ ਹੋਈ ਹੈ, ਹਿੱਲੀ ਹੋਈ ਹੈ, ਪਰ ਇੱਕ ਦਿਖਾਵਾ ਜਿਹੜਾ ਹਿਟਲਰ ਸ਼ਾਹੀ ਦਾ, ਇੱਕ ਕਹਿ ਲਓ ਵੀ ਸੁਪਰ ਈਗੋ ਜਾਂ ਅਹਿਮ ਜਿਹੜਾ ਆ, ਉਹ ਇੰਨਾ ਹਾਵੀ ਹੈ ਵੀ ਅਸੀਂ ਕਿਸੇ ਦੀ ਨਹੀਂ ਸੁਣਦੇ, ਪਰ ਲੋਕ ਸੁਣਾ ਦਿਆ ਕਰਦੇ ਆ, ਅੱਜ ਨਹੀਂ ਤੇ ਕੱਲ ਲੋਕ ਸੁਣਾਈ ਦੇਣਗੇ। ਇਹ 1924 ਚ ਸਭ ਕੁਝ ਸਾਹਮਣੇ ਆ ਜਾਏਗਾ ਕਿ ਆਪਣੇ ਦਸਾਂਝ ਸਾਹਿਬ, ਜਿਹੜੀ ਇਹਨਾਂ ਦੀ ਹੈਂਕੜ ਆ, ਜਿਸ ਤਰੀਕੇ ਨਾਲ ਇਹ ਕਹਿ ਰਹੇ ਆ ਨਾ ਸਾਡੇ ਕੋਲ ਕੋਈ ਉਹਨਾਂ ਦਾ ਲਿਸਟ ਹੀ ਨਹੀਂ ਹੈਗੀ ਵੀ ਕੌਣ ਮਰ ਗਿਆ ਜਾਂ ਕੌਣ ਹਿੰਦੁਸਤਾਨ 'ਚ ਜਿੰਦਾ ਆ। ਸਦੀਕੀ ਵਾਲੀ ਗੱਲ ਤੇ ਵੱਖਰੀ ਹੈ ਨਾ, ਉਹਨਾਂ ਦਾ ਤਾਂ ਇਹਨਾਂ ਕਰਨਾ ਹੀ ਨਹੀਂ ਸੀ, ਕਿਉਂਕਿ ਉਹ ਨਾਲ ਸਦੀਕੀ ਨਾਂ ਲੱਗਿਆ ਹੋਇਆ। ਕਿਸਾਨ ਇਹਨਾਂ ਨੂੰ ਜ਼ਰੂਰ ਸਬਕ ਸਿਖਾ ਦੇਣਗੇ ਕਿ ਕਿਸ ਤਰ੍ਹਾਂ ਤੁਸੀਂ ਇਹ ਚੀਜ਼ ਕਹਿ ਸਕਦੇ ਹੋ। ਤੁਹਾਡੀ ਜਿਹੜੀ ਇਹ ਬਦਨੀਤੀ ਹੈ ਨਾ, ਇਹਦਾ ਕਿਤੇ ਨਾ ਕਿਤੇ ਇਹਨਾਂ ਨੂੰ ਜ਼ਰੂਰ ਉਹਦਾ, ਜਿੱਦਾਂ ਕੈਪਟਨ ਸਾਹਿਬ ਨੂੰ ਭੁਗਤਣਾ ਪੈ ਰਿਹਾ, ਇਹ ਦਿਨ ਮੋਦੀ ਸਾਹਿਬ ਤੋਂ ਬਹੁਤ ਜਲਦੀ ਆਉਣ ਵਾਲੇ ਆ ਸ਼ਾਇਦ। ਬਿਲਕੁਲ ਲਾਜ਼ਮੀ ਹੈ ਜੀ, ਇਹ ਲਾਜ਼ਮੀ ਹੈ, ਹੋਣਾ ਹੀ ਹੁੰਦਾ।
ਵੱਖਰੀ ਗੱਲ ਹੈ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਯਕੀਨ ਹੈ ਵੀ ਅਸੀਂ ਬਹੁਤ ਸਾਰੇ ਜਿਹੜੇ ਹੇਰਾ ਫੇਰੀਆਂ ਕਰਕੇ ਈਵਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹੜੀਆਂ ਆ ਉਹਨਾਂ ਤੇ ਵੀ ਇਹਨਾਂ ਨੂੰ ਬੜਾ ਸ਼ਾਇਦ ਕਿਤੇ ਨਾ ਕਿਤੇ ਯਕੀਨ ਹੈ ਵੀ ਹੋਰ ਨਹੀਂ ਤਾਂ ਇਹ ਤਾਂ ਸਾਡੇ ਕੋਲ ਹਥਿਆਰ ਦੇ ਤੌਰ ਤੇ ਹੈ। ਪਰ ਚੀਜ਼ਾਂ ਬਦਲ ਜਾਇਆ ਕਰਦੀਆਂ, ਕਦੀ ਵੀ ਸਾਰਾ ਕੁਝ ਇੱਕੋ ਜਿਹਾ ਨਹੀਂ ਚੱਲਦਾ। ਇਤਿਹਾਸ ਇਸ ਗੱਲ ਦਾ ਗਵਾਹ ਆ। ਬਾਦਸ਼ਾਹ ਕਦੀ ਬਾਦਸ਼ਾਹ ਨਹੀਂ ਰਹਿੰਦੇ, ਤੇ ਕਈ ਵਾਰੀ ਬਾਦਸ਼ਾਹ ਜਿਹੜੇ ਆ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਦਫਨ ਕਰ ਦਿੱਤਾ ਜਾਂਦਾ ਹੈ ਕਿ ਲੋਕ ਉਹਨਾਂ ਦਾ ਜ਼ਿਕਰ ਤੱਕ ਨਹੀਂ ਕਰਦੇ। ਸੋ ਲੋਕਾਂ ਨੇ ਤਾਂ ਰਹਿਣਾ ਹੀ ਰਹਿਣਾ ਆ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਭਾਰਤ ਦੇ ਵਿੱਚ ਜਿਹੜਾ ਸਧਾਰਨ ਕਿਰਤੀ ਆ, ਕਿਸਾਨ ਹੈ, ਉਹਨੇ ਤਾਂ ਰਹਿਣਾ ਹੀ ਰਹਿਣਾ ਆ। ਕਿਉਂਕਿ ਭਾਰਤ ਹੋਵੇ ਜਾਂ ਦੁਨੀਆ, ਕੋਈ ਵੀ ਮੁਲਕ ਹੋਵੇ, ਇਸ ਦੁਨੀਆ ਦੀ ਉਸਾਰੀ ਜਿਹੜੀ ਹੈ ਨਾ ਜੀ, ਉਹ ਕਿਰਤੀ ਹੱਥਾਂ ਨੇ ਕੀਤੀ ਹੈ। ਜੋ ਕੁਝ ਵੀ ਅਸੀਂ ਖੂਬਸੂਰਤ ਦੇਖ ਰਹੇ ਹਾਂ ਦੁਨੀਆ ਦੇ ਵਿੱਚ, ਉਹ ਕਿਰਤੀ ਹੱਥਾਂ ਦਾ ਉਸਾਰਿਆ ਹੋਇਆ, ਤੇ ਉਹਨਾਂ ਕਿਰਤੀ ਹੱਥਾਂ ਨੇ ਤਾਂ ਰਹਿਣਾ ਹੀ ਰਹਿਣਾ। ਤੇ ਜਿਹੜੇ ਲੋਕ ਬਾਦਸ਼ਾਹ ਹੁੰਦੇ ਆ ਜਾਂ ਜਿਹੜੇ ਜਿਸ ਕਿਸਮ ਦਾ ਕਹਿ ਲਓ ਵੀ ਆਪੋ ਆਪਣੇ ਸਮੇਂ ਦੇ ਵਿੱਚ ਵਿਵਹਾਰ ਕਰਦੇ ਰਹੇ ਆ ਜਾਂ ਕਰਦੇ ਆ, ਉਹਦੇ ਕਰਕੇ ਫਿਰ ਇਹਨਾਂ ਨੇ ਤਾਂ ਜਾਣਾ ਹੈ। ਦਸਾਂਝ ਸਾਹਿਬ, ਸਾਡੇ ਮੁਲਕਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਜਾਂ ਲੋਕਾਂ ਤੱਕ ਪਹੁੰਚਦੀ ਨਹੀਂ। ਜਿਹੜੀ ਹੁਣ ਇਹ ਘਟਨਾਕ੍ਰਮ ਹੋਇਆ, ਪੈਗਾਸਸ ਵਾਲੀ ਸੂਚੀ ਜਿਹੜੀ ਆਈ ਆ, ਜਿਸ ਤਰੀਕੇ ਨਾਲ ਇਜ਼ਰਾਈਲ ਵਾਲਾ ਸੌਫਟਵੇਅਰ ਇਹਨਾਂ ਵਰਤਿਆ ਆ, ਦੁਨੀਆ ਭਰ 'ਚ ਹਲਚਲ ਆ। ਫਰਾਂਸ ਨੇ ਉੱਤੇ ਇਨਕੁਆਇਰੀ ਬਿਠਾ ਦਿੱਤੀ ਆ, ਔਰ ਹੋਰ ਕਈ ਮੁਲਕ ਆ ਜਿਹੜੇ ਉੱਤੇ ਗੱਲ ਕਰ ਰਿਹਾ ਕਿ ਇਹ ਜਿਹੜਾ ਇਹਦਾ ਮਿਸਯੂਜ਼ ਕਿਤੇ ਵੀ ਹੋ ਸਕਦਾ ਹੈ। ਤੇ ਕਿਹਾ ਜਾਂਦਾ ਕਿ ਭਾਰਤ ਨੇ ਪਹਿਲੀ ਵਾਰ ਨਹੀਂ ਕੀਤਾ। ਇਹ ਆਪਾਂ ਨੂੰ ਯਾਦ ਹੋਣਾ ਕਿ ਵਾਟਰਗੇਟ ਸਕੈਂਡਲ ਇੱਕ ਹੋਇਆ ਸੀਗਾ, ਰਾਸ਼ਟਰਪਤੀ ਨੂੰ ਹੱਥ ਧੋਣੇ ਪਏ ਸੀ ਅਮਰੀਕਾ ਦੇ ਨੂੰ। ਤੇ ਇਹ ਜਿਸ ਤਰੀਕੇ ਨਾਲ ਇਹ ਤੁਸੀਂ ਕਹਿ ਰਹੇ ਹੋ ਕਿ ਵੋਟਿੰਗ ਮਸ਼ੀਨਾਂ ਦੀ ਗੱਲ, ਉੱਤੋਂ ਤੇ ਬਹੁਤ ਅੱਗੇ ਨਿਕਲ ਗਏ ਨੇ। ਜਿਸ ਤਰੀਕੇ ਨਾਲ ਇਹ ਜਸੂਸੀ ਕਰ ਰਹੇ ਨੇ, ਜਿਸ ਤਰੀਕੇ ਨਾਲ ਪੱਤਰਕਾਰਾਂ ਦੇ ਉੱਤੇ ਹੋ ਰਿਹਾ, ਜਿਸ ਤਰੀਕੇ ਨਾਲ ਆਪੋਜੀਸ਼ਨ ਲੀਡਰਾਂ 'ਤੇ ਹੋ ਰਿਹਾ, ਬੜੇ ਨਾਂ ਆ ਰਹੇ ਨੇ। ਤੇ ਸਾਡੇ ਭਾਰਤ ਵਿੱਚ ਕਿਉਂਕਿ ਸਿਸਟਮ ਇੱਦਾਂ ਦਾ ਬਣਿਆ, ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਦਬਾਅ ਨਹੀਂ ਬਣਾਉਂਦੇ ਜਾਂ ਇਸ ਚੀਜ਼ ਨੂੰ ਸਮਝਦੇ ਹੀ ਨਹੀਂ ਕਿ ਇਹ ਕਿੱਡੀ ਕੁ ਖਤਰਨਾਕ ਜਿਹੜੀ ਗੱਲ ਹੈ ਚੱਲ ਰਹੀ ਹੈ ਪਿੱਛੇ। ਲੋਕ ਇਹਨੂੰ ਆਮ ਖਬਰਾਂ ਨੂੰ ਲੈ ਲੈਂਦੇ ਆ। ਸ਼ਾਇਦ ਇਸ ਕਰਕੇ ਹੀ ਜਿਹੜੇ ਲੋਕ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਦਾ ਇੰਨਾ ਜ਼ਿਆਦਾ ਹੌਸਲਾ ਵੱਧ ਜਾਂਦਾ ਕਿ ਸਾਨੂੰ ਕੀ ਹੋਣ ਲੱਗਾ ਜੀ, ਕੁਝ ਨਹੀਂ ਹੁੰਦਾ। ਸੋ ਖਾਸ ਕਰਕੇ ਜਿਹੜਾ ਹੈ ਜਸੂਸੀ ਵਾਲਾ ਮਾਮਲਾ ਆ, ਜੇ ਇਹਦੇ 'ਤੇ ਤਵੱਜੋ ਦਿੱਤੀ ਜਾਵੇ, ਇਹਦੇ 'ਤੇ ਇੱਕ ਲੋਕ ਰਾਏ ਲਾਮਬੰਦ ਕੀਤੀ ਜਾਵੇ, ਤੇ ਮੋਦੀ ਰੀ ਇਹਦੇ ਵਿੱਚ ਵੀ ਬੜੀ ਬੁਰੀ ਤਰ੍ਹਾਂ ਫਸਦੇ ਨੇ। ਲਾਜ਼ਮੀ ਹੈ। ਦੇਖੋ, ਭਾਰਤ ਸਰਕਾਰ ਤਾਂ ਹੈ ਹੀ, ਇਹਦੇ 'ਚ 1000 ਦੇ ਕਰੀਬ ਲੋਕ ਨੇ ਭਾਰਤ ਦੇ ਵਿੱਚ ਜਿਨ੍ਹਾਂ ਤੇ ਇਸ ਤਰ੍ਹਾਂ ਨਿਗਾਹ ਰੱਖੀ ਜਾ ਰਹੀ ਸੀ। ਉਹ ਜਦੋਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਜਦੋਂ ਕਹਿੰਦੇ ਆ ਪਾਰਲੀਮੈਂਟ ਦੇ ਵਿੱਚ, ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਕੋਲ ਤਾਂ ਜੀ ਕਿਸਾਨਾਂ ਦੀ ਸੂਚੀ ਹੈ ਨਹੀਂ ਜਿਹੜੇ ਸ਼ਹੀਦ ਹੋਏ। ਮਤਲਬ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਸਰਕਾਰ, ਜੇ ਸਰਕਾਰ ਦੀ ਜ਼ਦ ਦੇ ਵਿੱਚ, ਜੇ ਸਰਕਾਰ ਦੀ ਨਜ਼ਰ ਦੇ ਵਿੱਚ ਹਰ ਆਮ ਨਾਗਰਿਕ ਹੈ, ਹਰ ਆਮ ਨਾਗਰਿਕ ਦੀ ਛੋਟੀ ਤੋਂ ਛੋਟੀ ਗਤੀਵਿਧੀ, ਸਰਗਰਮੀ ਜਿਹੜੀ ਹੈ ਉਹਨਾਂ ਦੀ ਨੋਟਿਸ 'ਚ ਹੈ। ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਕਿ 1000 ਦੇ ਕਰੀਬ ਲੋਕ ਹੈ ਜਿਨ੍ਹਾਂ 'ਤੇ ਸਪੈਸ਼ਲੀ ਨਜ਼ਰ ਰੱਖੀ ਜਾ ਰਹੀ ਹੈ। ਦੁਨੀਆ ਭਰ ਦੇ ਵਿੱਚ 50,000 ਦੇ ਕਰੀਬ ਫੋਨ ਜਿਹੜੇ ਆ ਉਹ ਇਸ ਢੰਗ ਦੇ ਨਾਲ ਉਹਨਾਂ 'ਤੇ ਨਜ਼ਰ ਰੱਖੀ ਗਈ ਹੈ, ਜਿਸ 'ਚੋਂ 1000 ਦੇ ਕਰੀਬ ਭਾਰਤ ਦੇ ਵਿੱਚ ਹੈ, ਜਿਸ 'ਚ ਵੱਡੇ ਲੋਕ ਨੇ, ਪ੍ਰਸ਼ਾਂਤ ਕਿਸ਼ੋਰ ਵਰਗੇ, ਰਾਹੁਲ ਗਾਂਧੀ ਵਰਗੇ, ਹੋਰ ਬੜੇ ਲੋਕ ਨੇ। ਈਵਨ ਸਰਕਾਰ 'ਚ, ਆਪਣੀ ਸਰਕਾਰ 'ਚ ਬੈਠੇ ਕੁਝ ਲੋਕਾਂ ਦੀ ਵੀ ਜਸੂਸੀ ਜਿਹੜੀ ਹੈ ਉਹ ਸਰਕਾਰ ਕਰਾ ਰਹੀ ਹੈ। ਤੇ ਫਿਰ ਇਹ ਠੀਕ ਆ ਗੱਲ ਤੁਹਾਡੀ ਕਿ ਫਿਰ ਤਾਂ ਜਿਹੜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਗੱਲ ਹੈ ਜਾਂ ਹੋਰ ਗੱਲ ਹੈ, ਉਹ ਤਾਂ ਛੋਟੀਆਂ ਚੀਜ਼ਾਂ ਰਹਿ ਜਾਂਦੀਆਂ। ਹਰ ਕੁਝ ਵੀ ਕਰਨ ਦੀ ਜਿਹੜੀ ਸਮਰੱਥਾ ਜਿਹੜੀ ਸਟੇਟ ਕੋਲ ਹਮੇਸ਼ਾ ਹੁੰਦੀ ਹੈ। ਹੁਣ ਤਾਂ ਸਮੇਂ ਬਦਲ ਗਏ ਆ, ਤੇ ਸਟੇਟ ਜਿਹੜੀ ਆ ਨਵੀਆਂ ਟੈਕਨੀਕਸ ਦੀ ਜਿਹੜੀ ਮਿਸਯੂਜ਼ ਕਰਕੇ, ਦੁਰਵਰਤੋਂ ਕਰਕੇ ਹੋਰ ਬੜਾ ਕੁਝ ਕਰਨ ਦੀ ਤਾਕਤ ਜਿਹੜੀ ਰੱਖਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜਦੋਂ ਆਪਾਂ ਲੋਕਾਂ ਦਾ ਜ਼ਿਕਰ ਕਰਦੇ ਹਾਂ ਕਿ ਲੋਕ ਸ਼ਾਇਦ ਉਸ ਲੈਵਲ ਦੇ ਉੱਤੇ ਵਿਰੋਧ ਨਹੀਂ ਉਸਾਰ ਪਾਉਂਦੇ, ਉਹਦੇ ਵੀ ਕਾਰਨ ਹੁੰਦੇ ਆ। ਤੇ ਅਪਡੇਟ ਨਹੀਂ ਹੋ ਪਾਉਂਦੇ ਕਈ ਵਾਰੀ ਲੋਕ ਉਸ ਲੈਵਲ ਦੇ ਉੱਤੇ, ਨਾ ਉਹਨਾਂ ਨੂੰ ਅਪਡੇਟ ਹੋਣ ਨਹੀਂ ਦਿੱਤਾ ਜਾਂਦਾ, ਉਹਨਾਂ ਦੀ ਮਾਨਸਿਕਤਾ ਉਸ ਲੈਵਲ ਤੱਕ ਜਿਹੜੀ ਬਣਾ ਕੇ ਰੱਖੀ ਜਾਂਦੀ ਹੈ। ਪਰ ਫਿਰ ਵੀ ਇਹਦੀ ਇੱਕ ਪ੍ਰਕਿਰਿਆ ਹੁੰਦੀ ਹੈ। ਹੌਲੀ ਹੌਲੀ ਇਹ ਚੀਜ਼ਾਂ ਜਦੋਂ ਬਾਹਰ ਆਉਣਗੀਆਂ ਤੇ ਫਿਰ ਲਾਜ਼ਮੀ ਹੈ ਕਿ ਸਰਕਾਰ ਦੇ ਖਿਲਾਫ ਇੱਕ ਗੁੱਸੇ ਦਾ ਆਲਮ ਹੋਏਗਾ। ਪਰ ਜਿਹੜੇ ਵੱਡੇ ਮੀਡੀਆ ਹਾਊਸ ਹੈ, ਉਹਨਾਂ ਨੂੰ ਜਿੱਦਾਂ ਕੰਟਰੋਲ ਕੀਤਾ ਹੋਇਆ ਧਨ ਬਲ ਦੇ ਨਾਲ, ਉਹ ਅਸਲ ਦੇ ਵਿੱਚ ਇੱਕ ਸਭ ਤੋਂ ਵੱਡੀ ਰੁਕਾਵਟ ਵੀ ਦਿਖਾਈ ਦੇ ਰਹੀ ਹੈ। ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਉੱਤੇ ਤਾਂ ਲਗਭਗ ਇਹ ਹਾਰ ਗਏ ਨੇ। ਸੋਸ਼ਲ ਮੀਡੀਆ ਤੇ ਹਾਰਨ ਦਾ ਇੱਕ ਪ੍ਰਮਾਣ ਇਹਨਾਂ ਦਾ ਇਹ ਹੈ ਵੀ ਜਿਹੜਾ ਸੋਸ਼ਲ ਮੀਡੀਆ ਤੇ ਲਗਾਮ ਕੱਸਣ ਦੀਆਂ ਬਾਰ-ਬਾਰ ਗੱਲਾਂ ਹੋ ਰਹੀਆਂ। ਸੋਸ਼ਲ ਮੀਡੀਆ ਤੇ ਜਿਹੜਾ 7 ਸਾਲ ਪਹਿਲਾਂ, 8 ਸਾਲ ਪਹਿਲਾਂ ਇੱਕ ਵੇਵ ਸੀ ਨਰਿੰਦਰ ਮੋਦੀ ਦੀ, ਜਾਂ ਕਹਿ ਲਓ ਵੀ ਭਾਰਤੀ ਜਨਤਾ ਪਾਰਟੀ ਐਨਡੀਏ ਦੀ, ਉਹ ਹੁਣ ਨਹੀਂ ਹੈ। ਇਸੇ ਕਰਕੇ ਸੋਸ਼ਲ ਮੀਡੀਆ ਦੀਆਂ ਲਗਾਮਾਂ ਕੱਸਣ ਦੀ ਕੋਸ਼ਿਸ਼ ਕਰਦੇ ਆ।
ਹੁਣ ਤਾਂ ਇਸ ਵੇਲੇ ਜਿਹੜੇ ਮੀਮ ਜਾਂ ਜਿਹੜੇ ਮਜ਼ਾਕ ਕਿਸੇ ਵੇਲੇ ਰਾਹੁਲ ਗਾਂਧੀ ਦੇ ਬਣਦੇ ਸੀ, ਉਹ ਨਰਿੰਦਰ ਮੋਦੀ ਦੇ ਬਣਦੇ ਆ, ਤੇ ਇੰਨੀ ਵੱਡੀ ਤਾਦਾਦ 'ਚ ਬਣਦੇ ਆ ਵੀ ਇਸ ਕਰਕੇ ਉਹਨਾਂ ਨੂੰ ਤਕਲੀਫ ਹੁੰਦੀ ਹੈ। ਸੋਸ਼ਲ ਮੀਡੀਆ ਦੀ ਨੱਥ ਜਿਹੜੀ ਹੈ ਆਪਣੇ ਹੱਥ 'ਚ ਰੱਖਣ ਦੀ ਉਹ ਕੋਸ਼ਿਸ਼ ਕਰਦੇ ਆ। ਪਰ ਜਿਹੜਾ ਬਾਕੀ ਜਿਹੜਾ ਸੋ ਕਾਰਡ ਮੀਡੀਆ, ਤੇ ਜਿਹਨੂੰ ਤੁਸੀਂ ਵੀ ਕਹਿੰਦੇ ਹੁੰਦੇ ਆ, ਮੈਂ ਵੀ ਕਹਿੰਦਾ, ਇਹ ਨੈਸ਼ਨਲ ਮੀਡੀਆ ਕਹਿੰਦੇ, ਅਸੀਂ ਸਮਝਦੇ ਹਾਂ ਨੈਸ਼ਨਲ ਮੀਡੀਆ ਨਹੀਂ, ਇੱਕ ਧਿਰ ਦਾ ਮੀਡੀਆ ਆ। ਤੇ ਉਹਨੂੰ ਜਿੱਦਾਂ ਕਾਬੂ ਕੀਤਾ ਹੋਇਆ, ਉਹਨੂੰ ਜਿੱਦਾਂ ਆਪਣਾ ਗੋਲਾ ਬਣਾਇਆ ਹੋਇਆ, ਆਪਣਾ ਟੂਲ ਬਣਾਇਆ ਹੋਇਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਢੰਗ ਨਾਲ ਡਿਜ਼ਾਈਨ ਕਰਕੇ ਦਿੰਦਾ, ਲੋਕਾਂ ਦੀ ਮਾਨਸਿਕਤਾ ਨੂੰ ਬਦਲ ਦੇਣ ਦੀ ਜਿਹੜੀ ਉਹਦੀ ਇੱਕ ਤਾਕਤ ਹੈ, ਉਹਦੀ ਮਿਸਯੂਜ਼ ਇੱਦਾਂ ਕਰਦਾ ਵੀ ਉਹ ਬਾਰ-ਬਾਰ ਉਹਨਾਂ ਨੂੰ ਪੇ ਕਰਦਾ ਪਿਆ। ਇਹ ਕੁਝ ਹੈਗੇ ਨੇ ਖਤਰੇ ਦਰਕਾਰ, ਜਿਨ੍ਹਾਂ ਦਾ ਮੁਕਾਬਲਾ ਵੀ ਲੋਕਾਂ ਨੇ ਕਰਨਾ ਹੀ ਹੈ। ਕਿਸ ਰੂਪ 'ਚ ਹੁੰਦਾ, ਕਿਸ ਰੂਪ 'ਚ ਨਹੀਂ। ਕਿਸਾਨ ਅੰਦੋਲਨ ਇੱਕ ਪੁਲ ਦੇ ਤੌਰ ਦੇ ਉੱਤੇ ਸਾਡੇ ਸਾਹਮਣੇ ਹੈ। ਇਸ ਪੁਲ ਤੋਂ ਗੁਜ਼ਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਹੋਰ ਜਨ ਅੰਦੋਲਨ ਉਸਰਨੇ ਹੈ, ਉਹਨਾਂ ਨੇ ਚੈਲੰਜ ਕਰਨਾ ਹੈ। ਪੋਲੀਟੀਕਲੀ ਵੋਟ ਪੈਟਰਨ ਜਿਹੜਾ ਸਾਡਾ, ਜਾਂ ਕਹਿ ਲਓ ਵੀ ਇਲੈਕਸ਼ਨ ਪ੍ਰੋਸੈਸ ਜਿਹੜਾ ਸਾਡਾ, ਉਹਦੇ ਰਾਹੀਂ ਇੱਦਾਂ ਦੀਆਂ ਤਾਕਤਾਂ ਨੂੰ ਕੋਈ ਚੈਲੰਜ ਕਰਨ ਦੀ ਸਥਿਤੀ ਨਹੀਂ ਬਣਦੀ। ਕਿਉਂਕਿ ਜਿਹੜੇ ਲੋਕ ਚੈਲੰਜ ਕਰਨ ਦੀਆਂ ਗੱਲਾਂ ਕਰਦੇ ਆ, ਜਿੱਦਾਂ ਆਪਾਂ ਅੱਗੇ ਵੀ ਕਹਿੰਦੇ ਆ, ਉਹ ਪੋਲੀਟੀਕਲੀ ਕਰੈਕਟਰ ਜਿਹੜਾ ਉਹਨਾਂ ਦਾ ਵੀ ਇਹਨਾਂ ਵਰਗਾ ਹੀ ਹੈ। ਇਸ ਕਰਕੇ ਉਹਦੇ ਰਾਹੀਂ ਕੋਈ ਬਹੁਤ ਵੱਡੇ ਬਦਲ ਦੀ ਜਿਹੜੀ ਆ, ਬਦਲਾਅ ਦੀ ਜਿਹੜੀ ਹੈ, ਉਹ ਸਾਹਮਣੇ ਕੋਈ ਸੰਭਾਵਨਾ ਨਹੀਂ। ਦਸਾਂਝ ਸਾਹਿਬ, ਜਿੱਥੋਂ ਤੱਕ ਵਿਰੋਧੀਆਂ ਦਾ ਸੰਬੰਧ ਹੈ ਜਾਂ ਕੁਝ ਪੱਤਰਕਾਰਾਂ ਦਾ ਸੰਬੰਧ ਹੈ ਜਿਨ੍ਹਾਂ ਤੋਂ ਇਹਨਾਂ ਨੂੰ ਖਤਰਾ ਹੋਏਗਾ, ਜਾਂ ਜਿਸ ਤਰ੍ਹਾਂ ਮਮਤਾ ਬੈਨਰਜੀ ਦੇ ਭਤੀਜੇ ਦਾ ਨਾਂ ਆ ਰਿਹਾ, ਪ੍ਰਸ਼ਾਂਤ ਕਿਸ਼ੋਰ ਦਾ ਆ ਰਿਹਾ, ਰਾਹੁਲ ਦਾ ਆ ਰਿਹਾ, ਪਰ ਹੈਰਾਨੀ ਦੀ ਗੱਲ ਹੈ ਕਿ 2 ਦਿਨ ਪਹਿਲਾਂ ਬਿਆਨ ਆਇਆ ਸੀਗਾ IT ਮੰਤਰੀ ਹੈ ਜਿਹੜਾ ਭਾਰਤ ਦਾ, ਵੈਸ਼ਨਵ, ਉਹਨਾਂ ਨੇ ਕਿਹਾ ਸੀਗਾ ਕਿ ਭਾਰਤ ਦੇ ਲੋਕਤੰਤਰ ਨੂੰ ਬਦਨਾਮ ਕਰਨ ਲਈ ਇਹ ਕਿਹਾ ਜਾ ਰਿਹਾ, ਇਦਾਂ ਦਾ ਕੁਝ ਵੀ ਨਹੀਂ। ਤੇ ਹੁਣ ਗੱਲ ਆ ਰਹੀ ਹੈ ਕਿ ਉਹਨਾਂ ਦਾ ਨਾਮ ਵੀ ਉਹਦੇ ਵਿੱਚ ਸ਼ਾਮਲ ਹੈ। ਇੱਥੋਂ ਤੱਕ ਕਿ ਜਿਹੜਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਹੈ ਪ੍ਰਹਲਾਦ ਜੋਸ਼ੀ, ਉਹਦਾ ਵੀ ਨਾਂ ਸ਼ਾਮਲ ਹੈ। ਇਹ ਆਪਣੇ ਬੰਦਿਆਂ ਤੇ ਇਹ ਨਿਗਰਾਨੀ, ਇਹਦਾ ਕੀ ਕਾਰਨ? ਸਿਮਰਤੀ ਇਰਾਨੀ ਦੇ ਵੀ ਦਫ਼ਤਰ ਦੇ ਬਹੁਤ ਸਾਰੇ ਲੋਕਾਂ ਦੇ ਨਾਂ ਹੈਗੇ ਆ। ਜਿਹੜੇ ਸਿਮਰਤੀ ਇਰਾਨੀ ਜਿਹੜੇ ਆ, ਉਹ ਖਾਸਮ ਖਾਸ ਹੈ ਨਰਿੰਦਰ ਮੋਦੀ। ਇਹਦਾ ਮਤਲਬ ਹੈ ਕਿ ਇਹ ਕੁਝ ਆਪਣੇ ਲੋਕ ਵੀ ਜਿਹੜੇ ਆ, ਜਿਹਨਾਂ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਕਿਸਮ ਦਾ ਕੁਝ ਨਾ ਕੁਝ ਸ਼ੱਕ ਸ਼ੁਬਾ ਰਹਿੰਦਾ ਆ, ਉਹਨਾਂ ਦੇ ਆਲੇ ਦੁਆਲੇ ਜਿਹੜੇ ਜੁੜੇ ਹੋਏ ਲੋਕ ਹੈ, ਉਹਨਾਂ ਦੀ ਟੀਮ ਦੇ ਜਿਹੜੇ ਲੋਕ ਹੈ, ਉਹਨਾਂ ਦੀ ਵੀ ਨਿਗਰਾਨੀ ਕਰੋ। ਇਹਦਾ ਮਤਲਬ ਯਕੀਨ ਕਿਸੇ ਤੇ ਨਹੀਂ ਹੈ। ਹਾਲੇ ਤਾਂ ਇਹ ਚੀਜ਼ਾਂ ਆ ਗਈਆਂ, ਹਾਲੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਲੋਕ ਹੋਣਗੇ, ਬਹੁਤ ਸਾਰੀਆਂ ਚੀਜ਼ਾਂ ਹਾਲੇ ਹੋਰ ਬਾਹਰ ਆਉਣ ਵਾਲੀਆਂ। ਸੋ ਯਕੀਨ ਜਿਹੜਾ ਆਪਣਿਆਂ ਤੇ ਵੀ ਨਹੀਂ, ਕੁਝ ਆਪਣੇ ਵੀ ਹੁੰਦੇ ਆ ਜਿਨ੍ਹਾਂ ਨੂੰ ਨਾਲ ਦੀ ਨਾਲ ਉਹਨਾਂ ਤੇ ਇੱਕ ਨਜ਼ਰ ਰੱਖਣੀ ਪੈਂਦੀ ਹੈ, ਤੇ ਉਹ ਨਜ਼ਰ ਰੱਖ ਰਹੇ ਨੇ। ਤੇ ਇੱਦਾਂ ਬਾਕੀ ਓਪੋਜੀਸ਼ਨ ਦੇ ਲੋਕ ਨੇ, ਤੇ ਜਿਹਦਾ ਜ਼ਿਕਰ ਕੀਤਾ ਆਪਾਂ, ਬਹੁਤ ਸਾਰੇ ਇੱਦਾਂ ਦੇ ਲੋਕ ਜਿਹੜੇ ਵੱਖ-ਵੱਖ ਸੈਕਟਰ 'ਚ ਕੰਮ ਕਰ ਰਹੇ ਨੇ। ਇੱਕ ਉਹ ਕੰਗ ਹੈ ਕੁੜੀ, ਜਿਹੜੀ ਜੀਵਾਣੂ ਵਿਗਿਆਨਕ ਹੈਗੀ ਆ, ਤੇ ਉਹਨੇ ਵੀ ਉਹਨਾਂ 'ਚ ਬਹੁਤੇ ਲੋਕ ਜਿਹੜੇ ਓਪੋਜੀਸ਼ਨ 'ਚ ਨੇ ਜਾਂ ਜਿਹੜੇ ਵੱਖ-ਵੱਖ ਸੈਕਟਰ 'ਚ ਕੰਮ ਕਰਦੇ ਨੇ, ਉਹ ਨੇ ਜਿਹੜੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਸਰਕਾਰ ਦੀ, ਚਾਹੇ ਉਹ ਵੈਕਸੀਨ ਦੀ ਪਾਲਿਸੀ ਜਿਹੜੀ ਆ, ਜਾਂ ਓਵਰਆਲ ਜਿਹੜੀਆਂ ਪਾਲਿਸੀਜ਼ ਜਿਹੜੀਆਂ ਦੇਸ਼ ਦੀਆਂ, ਉਹਦੇ ਖਿਲਾਫ ਕਿਤੇ ਨਾ ਕਿਤੇ ਕੁਝ ਨਾ ਕੁਝ ਉਹਨਾਂ ਨੇ ਕੋਈ ਬਿਆਨਬਾਜ਼ੀ ਕੀਤੀ ਹੋਈ ਆ, ਜਾਂ ਵਰਕ ਇੱਦਾਂ ਕਰਦੇ ਆ ਜਿਹੜੇ ਸ਼ਾਇਦ ਸਰਕਾਰ ਨੂੰ ਸੂਟ ਨਹੀਂ ਕਰਦਾ। ਇੱਦਾਂ ਹੀ ਆਪਣੇ ਸਰਕਾਰ 'ਚ ਸ਼ਾਮਲ ਜਾਂ ਆਪਣੇ ਹੀ ਲੋਕ ਕੁਝ ਇੱਦਾਂ ਦੇ ਹੈਗੇ ਜਿਨ੍ਹਾਂ 'ਤੇ ਉਹਨਾਂ ਨੂੰ ਸ਼ਾਇਦ ਯਕੀਨ ਨਹੀਂ ਹੈ, ਜਿਨ੍ਹਾਂ ਦੀ ਉਹ ਨਿਗਰਾਨੀ ਜਾਂ ਜਸੂਸੀ ਕਰਾ ਰਹੇ ਆ। ਦਸਾਂਝ ਸਾਹਿਬ, ਤੁਸੀਂ ਚੰਡੀਗੜ੍ਹ ਦੇ ਮੋਹਾਲੀ 'ਚ ਰਹਿੰਦੇ ਹੋ, ਤੇ ਮੋਹਾਲੀ ਤੋਂ ਜਦੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਆ ਨਾ, 70 ਸੈਕਟਰ ਮੋਹਾਲੀ ਦਾ ਜਿਹੜਾ, ਉਹ ਤੋਂ ਪਹਿਲਾਂ ਇੱਕ ਸਲਮ ਏਰੀਆ ਜਿਹਾ ਆਉਂਦਾ, ਜਿੱਥੇ ਕਿ ਜੇ ਆਪਣਾ ਰਾਧਾ ਸੁਆਮੀਆਂ ਦਾ ਬਣਿਆ ਸੱਜਾ ਹੱਥ ਤੋਂ ਪਹਿਲਾਂ ਇੱਕ ਚੌਂਕ ਵੀ ਆਉਂਦਾ ਆ, ਥੋੜ੍ਹੀਆਂ ਉੱਥੇ ਝੌਂਪੜੀਆਂ ਜੇ ਵੀ ਨਜ਼ਰ ਆਉਂਦੀਆਂ ਨੇ, ਛੋਟੀਆਂ ਛੋਟੇ ਖੋਖੇ ਦੁਕਾਨਾਂ ਨੇ। ਤੇ ਮੇਰੇ ਕਜ਼ਨ ਰਹਿੰਦੇ ਨੇ ਅੱਗੇ 70 ਸੈਕਟਰ 'ਚ, ਉਹਨਾਂ ਮੈਨੂੰ ਦੱਸਿਆ ਕਿ ਇਸ ਚੌਂਕ ਦਾ ਨਾਂ ਝੋਟਾਕੁੱਟ ਚੌਂਕ ਹੈ। ਬੜਾ ਅਜੀਬ ਜਿਹਾ ਲੱਗਦਾ ਵੀ ਝੋਟਾਕੁੱਟ ਚੌਂਕ ਕੀ ਹੁੰਦਾ ਹੈ। ਬਾਅਦ 'ਚ ਮੈਨੂੰ ਦੱਸਿਆ ਗਿਆ ਕਿ ਇੱਥੇ ਇੱਕ ਥਾਣੇਦਾਰ ਹੁੰਦਾ ਸੀ, ਉਹ ਜਿਹੜੇ ਵੀ ਵਿਅਕਤੀ ਨੂੰ ਫੜਦਾ ਸੀ ਉਹਨੂੰ ਝੋਟੇ ਵਾਂਗੂ ਕੁੱਟਦਾ ਸੀ ਡਾਂਗਾਂ ਨਾਲ। ਤੇ ਹੁਣ ਇੱਕ ਖਬਰ ਆ ਰਹੀ ਆ ਗੂਗਲ ਅਰਥ ਵੱਲੋਂ, ਪਟਿਆਲੇ ਦਾ ਇੱਕ ਚੌਂਕ ਹੈ, ਉਹਦਾ ਨਾਂ ਤੁਸੀਂ ਗੂਗਲ ਅਰਥ ਤੇ ਜਾ ਕੇ ਵੇਖੋ, ਜਿੱਥੇ ਰੋਜ਼ ਮੁਜ਼ਾਹਰੇ ਹੁੰਦੇ ਆ ਕੈਪਟਨ ਦੇ ਘਰ ਦੇ ਬਾਹਰ, ਉਹਦਾ ਨਾਂ ਗੂਗਲ ਨੇ ਰੱਖਿਆ ਡਾਂਗਾ ਵਾਲਾ ਚੌਂਕ, ਜਿੱਥੇ ਰੋਜ਼ ਡਾਂਗ ਵਾਹੀ ਜਾਂਦੀ ਆ ਲੋਕਾਂ ਨੂੰ। ਤੇ ਦੂਜੇ ਪਾਸੇ ਸਾਨੂੰ ਬੜੀ ਹਮਦਰਦੀ ਹੋ ਰਹੀ ਆ ਕਿ ਮਹਾਰਾਜਾ ਸਾਹਿਬ ਜਿਹੜੇ ਆ ਉਹ ਬਹੁਤ ਇਸ ਵੇਲੇ ਦੁੱਖ 'ਚ ਨੇ, ਔਰ ਉਹਨਾਂ ਦਾ ਦੁੱਖ ਵੇਖਿਆ ਨਹੀਂ ਜਾਂਦਾ। ਏਡੇ ਵੱਡੇ ਬੰਦੇ ਨੂੰ ਇੰਨਾ ਜਲੀਲ ਕਰਕੇ ਕੱਢਣਾ, ਕੁਝ ਲੋਕ ਇੱਦਾਂ ਦੀਆਂ ਵੀ ਗੱਲਾਂ ਕਰ ਰਹੇ ਆ। ਮੈਂ ਸਮਝਦਾ ਜਿੰਨਾ ਹੋਇਆ ਘੱਟ ਹੋਇਆ, ਇਹੋ ਜਿਹੇ ਵਿਅਕਤੀ ਨਾਲ ਇਹਦੋਂ ਵੀ ਜ਼ਿਆਦਾ ਹੋਣਾ ਚਾਹੀਦਾ, ਜਦੋਂ ਉਹ ਆਪਣੇ ਬੱਚਿਆਂ ਨੂੰ ਹੀ ਰੋਜ਼ ਇੰਨੀ ਡਾਂਗ ਵਰਾਉਂਦੇ ਆ। ਔਰ ਗੂਗਲ ਅਰਥ ਤੇ ਜਾ ਕੇ ਵੇਖਿਆ ਜਾ ਸਕਦਾ, ਉਹਦਾ ਸੱਚੀ ਮੁੱਚੀ ਪੰਜਾਬੀ 'ਚ ਲਿਖਿਆ ਹੋਇਆ ਡਾਂਗਾ ਵਾਲਾ ਚੌਂਕ। ਤੇ ਮੈਨੂੰ ਝੋਟਾਕੁੱਟ ਚੌਂਕ ਯਾਦ ਆ ਗਿਆ ਸੀ ਉਹਨੂੰ ਵੇਖ ਕੇ। ਫਿਰ ਹੁਣ ਗੂਗਲ ਅਰਥ ਨੇ ਪਤਾ ਨਹੀਂ ਕਦੋਂ ਕਿਹੜੇ ਵੇਲੇ ਮੋਤੀ ਮਹਿਲ ਦੇ ਨਾਲ ਨਾਂ ਜਿਹੜਾ ਉਹ ਜਲੀਲ ਮਹਿਲ ਰੱਖ ਦੇਣਾ,
ਜਿੱਦਾਂ ਦੀ ਹਾਲਤ ਬਣ ਗਈ। ਹੂੰ, ਤੇ ਦੇਖੋ ਗੱਲ ਇਹ ਆ, ਇਹ ਠੀਕ ਆ, ਕੁਝ ਜਿਹੜੀਆਂ ਨਾ ਅਸਲ ਅਸਲ 'ਚ ਸਾਡੀ ਇਹੀ ਖੂਬੀ ਹੈ, ਮਤਲਬ ਪੰਜਾਬੀਆਂ ਦੀ ਇਹ ਖੂਬੀ ਆ ਵੀ ਅਸੀਂ ਬੜੀ ਛੇਤੀ ਜਿਹੜਾ ਆ ਦੁੱਖ ਚੋਂ ਵੀ ਨਿਕਲ ਆਉਣੇ ਆ, ਤੇ ਕਈ ਵਾਰੀ ਅਸੀਂ ਸਟਾਇਰ ਵੀ ਕਰਦੇ ਆ, ਜਿੱਦਾਂ ਝੋਟਾ ਚੁੱਕ ਕਹਿ ਲਓ, ਕੁੱਟ ਚੌਕ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰੇ ਨਾਂ ਇਦਾਂ ਦੇ ਝੋਟਾ ਅਸੀਂ ਕੁੱਟ ਆਪ ਚੌਂਕ, ਕਰਦੇ ਰਹਿੰਦੇ। ਝੋਟਾ ਕੁੱਟ ਚੌਂਕ ਕਹਿੰਦੇ ਜੀ, ਥਾਣੇਦਾਰ ਝੋਟੇ ਵਾਂਗੂ ਕੁੱਟਦਾ ਸੀ ਲੋਕਾਂ ਨੂੰ ਉੱਥੇ। ਬਿਲਕੁਲ ਏਦਾਂ ਹੀ, ਜਦੋਂ ਪੰਜਾਬ ਦੀ ਦਹਿਸ਼ਤਗਰਦੀ ਦਾ ਦੌਰ ਰਿਹਾ, ਉਦੋਂ ਵੀ ਕੁਝ ਥਾਣੇਦਾਰਾਂ ਦੇ ਨਾਂ ਦੇ ਉੱਤੇ ਵੀ ਬੜਾ ਇਦਾਂ ਦੇ ਜੀ, ਨਾਂ ਜਿਹੜੇ ਰਹੇ ਆ, ਮੈਨੂੰ ਹੁਣ ਯਾਦ ਨਹੀਂ ਆ ਰਹੇ, ਇਦਾਂ ਦਾ ਬੜਾ ਲੋਕ ਝੱਟ ਇੱਕ ਮਜ਼ਾਹੀਆ ਅੰਦਾਜ਼ ਦੇ ਵਿੱਚ ਹੀ ਕਈ ਚੀਜ਼ਾਂ ਨੂੰ ਲੈ ਲੈਂਦੇ ਆ। ਤੇ ਬਾਕੀ ਜੇ ਜਿਸ ਤਰ੍ਹਾਂ ਦੀ ਸਥਿਤੀ ਹੈ, ਉਹਦੇ ਜਿੱਦਾਂ ਤੁਸੀਂ ਕੈਪਟਨ ਅਮਰਿੰਦਰ ਦਾ ਜ਼ਿਕਰ ਕੀਤਾ, ਡਾਂਗਾ ਵਾਲਾ ਚੌਕ ਦਾ ਜ਼ਿਕਰ ਕੀਤਾ, ਤੇ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ ਭਾਵੇਂ ਉਹਦਾ ਚੌਕ ਦਾ ਨਾਂ ਤਾਂ ਮਟਕਾ ਚੌਕ ਹੈ, ਪਰ ਉਹ ਕਿਸੇ ਵੇਲੇ ਬਹੁਤ ਪਾਪੂਲਰ ਰਿਹਾ ਕਿ ਹਰ ਤਰ੍ਹਾਂ ਦਾ ਮੁਜ਼ਾਹਰਾ, ਹਰ ਤਰ੍ਹਾਂ ਦਾ ਧਰਨਾ ਉੱਥੇ ਹੁੰਦਾ ਸੀ। ਉੱਥੇ ਚੌਕ ਗਵਾਹ ਆ ਵੀ ਕਿੰਨਾ ਲੋਕਾਂ ਦੇ ਉੱਤੇ ਕੀਤਾ ਤਸ਼ੱਦਦ ਰਿਹਾ। ਮਟਕਾ ਚੌਂਕ ਦੀ ਗੱਲ ਕਰ ਰਹੇ ਹੋ? ਜੀ ਜੀ, ਮਟਕਾ ਚੌਕ। ਹਾਂਜੀ, ਤੇ ਹੁਣ ਇਹ ਕਰਦਾ ਵੀ ਖਾਸ ਤੌਰ ਤੇ ਜਿਹੜਾ ਹੁਣ ਕਿਸਾਨਾਂ ਨੇ ਸੰਜੇ ਟੰਡਨ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਦਾ ਲੀਡਰ ਹੈ, ਉਹਦਾ ਵਿਰੋਧ ਕੀਤਾ ਜਿੱਦਣ ਕਿਸਾਨਾਂ ਤੇ ਲਾਠੀ ਚਾਰਜ ਹੋਇਆ। ਤੇ ਈਵਨ ਇੱਕ ਬੱਚਾ ਜਿਹੜਾ ਬੜਾ ਪਾਪੂਲਰ ਹੋ ਗਿਆ ਇਸ ਐਜੀਟੇਸ਼ਨ ਦੇ ਵਿੱਚ, ਸ਼ਾਇਦ ਉਹ ਬੱਚੇ ਦਾ ਨਾਂ ਯੁੱਧਵੀਰ ਹੈ, ਉਹਨੂੰ ਵੀ ਬੱਸ 'ਚ ਬਿਠਾ ਲਿਆ, ਗ੍ਰਿਫਤਾਰ ਕਰਕੇ ਲਿਆਂਦਾ, ਦਿਖਾਇਆ ਜਾ ਰਿਹਾ ਸੀ ਤੇ ਬੜਾ ਵਧੀਆ ਬੇਬਾਕੀ ਨਾਲ ਬੋਲ ਰਿਹਾ ਸੀ। ਕੱਲ੍ਹ ਉਹਨੂੰ ਬਲਵੀਰ ਸਿੰਘ ਰਾਜੇਵਾਲ ਵੀ ਮਿਲੇ। ਇਸ ਤੋਂ ਬਾਅਦ, ਇਸ ਘਟਨਾ ਚੱਕਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਲਕੁਲ ਸਖਤੀ ਨਾਲ ਕਹਿ ਦਿੱਤਾ ਵੀ ਕਿਸੇ ਕਿਸਮ ਦੀ ਟਰੈਕਟਰ ਟਰਾਲੀ ਕੋਈ ਚੰਡੀਗੜ੍ਹ 'ਚ ਨਹੀਂ ਵੜੂਗੀ। ਜੇ ਕਿਸੇ ਨੇ ਧਰਨਾ ਲਾਉਣਾ, ਮੁਜ਼ਾਹਰਾ ਕਰਨਾ, ਉਹ 25 ਸੈਕਟਰ ਜਾਣ ਜਿੱਥੇ ਸ਼ਮਸ਼ਾਨ ਘਾਟ ਹੈ। ਪਹਿਲਾਂ ਹੀ ਵੈਸੇ ਤਾਂ ਮਟਕਾ ਚੌਕ ਤੋਂ ਚੱਕ ਦਿੱਤਾ ਗਿਆ ਸੀ। ਹੁਣ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਕਿਸਾਨ ਜਿਹੜੇ ਆ ਉਹ ਵੜਦੇ ਸੀ ਵੱਖ-ਵੱਖ ਸੈਕਟਰਾਂ ਰਾਹੀਂ ਚੰਡੀਗੜ੍ਹ ਦੇ ਵਿੱਚ, ਤੇ ਹੁਣ ਉੱਥੇ ਪੂਰਨ ਪਾਬੰਦੀ ਲਾ ਕੇ ਸ਼ਮਸ਼ਾਨ ਘਾਟ ਵਾਲਾ ਜਿਹੜਾ ਸੈਕਟਰ ਹੈ, 25 ਸੈਕਟਰ, ਉੱਥੇ ਕਰ ਦਿੱਤਾ ਗਿਆ ਵੀ ਉਸ ਤੋਂ ਬਿਨਾਂ ਚੰਡੀਗੜ੍ਹ 'ਚ ਕੋਈ ਟਰੈਕਟਰ ਨਹੀਂ ਦਾਖਲ ਹੋ ਸਕਦਾ, ਟਰਾਲੀ ਨਹੀਂ ਦਾਖਲ ਹੋ ਸਕਦੀ ਚੰਡੀਗੜ੍ਹ, ਕਿਉਂਕਿ ਪ੍ਰਸ਼ਾਸਨ ਜਿਹੜਾ ਹੈ, ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਉਹ ਕੇਂਦਰ ਸਰਕਾਰ ਦੀ ਹੈ। ਸੋ ਇੱਕ ਘਬਰਾਹਟ ਜਿਹੜੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ 'ਚ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਦਿਖਾਈ ਦੇ ਰਹੀ ਹੈ। ਇੱਦਾਂ ਪਟਿਆਲੇ ਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ, ਰੋਜ਼ ਹੀ ਪਟਿਆਲੇ 'ਚ ਕਿਸੇ ਨਾ ਕਿਸੇ ਕਿਸਮ ਦਾ ਕੋਈ ਧਰਨਾ ਮੁਜ਼ਾਹਰਾ ਹੁੰਦਾ ਹੈ, ਰੋਜ਼ ਹੀ ਡਾਂਗ ਸੋਟਾ ਉੱਤੇ ਚੱਲਦਾ ਹੈ। ਤੇ ਕੈਪਟਨ ਅਮਰਿੰਦਰ ਦੀ ਮੁਸੀਬਤ ਕੇਵਲ ਤੇ ਕੇਵਲ ਹੁਣ ਨਵਜੋਤ ਸਿੱਧੂ ਨਹੀਂ ਹੈ, ਨਾਲ ਦੀ ਨਾਲ ਵੱਖ-ਵੱਖ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚ, ਜਾਂ ਅਧਿਆਪਕ ਨੇ ਬੇਰੁਜ਼ਗਾਰ, ਉਹਨਾਂ ਦੇ ਲਗਾਤਾਰ ਹੁੰਦੇ ਪ੍ਰਦਰਸ਼ਨ ਵੀ ਕੈਪਟਨ ਅਮਰਿੰਦਰ ਲਈ ਮੁਸੀਬਤ ਬਣੇ ਹੋਏ ਨੇ। ਡਾਂਗਾ ਵਾਲਾ ਚੌਕ ਜਿਹੜਾ ਤੁਸੀਂ ਜ਼ਿਕਰ ਕੀਤਾ ਉੱਥੇ ਜੀ। ਦਸਾਂਝ ਸਾਹਿਬ, ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ 25 ਸੈਕਟਰ ਸ਼ਮਸ਼ਾਨ ਘਾਟ ਉਹਨਾਂ ਨੇ ਨਿਰਧਾਰਤ ਕਰਤਾ, ਮੇਰੇ ਖਿਆਲ ਉਹਨਾਂ ਠੀਕ ਹੀ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ तमाम ਜਿਹੜੇ ਵੱਡੇ ਲੀਡਰ ਤੇ ਬਿਊਰੋਕਰੇਟ ਨੇ ਨਾ, ਉਹਨਾਂ ਦੀ ਜ਼ਮੀਰ ਕਿਤੇ ਮਰ ਚੁੱਕੀ ਆ ਤੇ ਸ਼ਮਸ਼ਾਨ ਘਾਟ 'ਚ ਹੀ ਉਹ ਦਫਨ ਹੈ। ਤਾਂ ਕਰਕੇ ਉੱਥੇ ਲੋਕਾਂ ਨੂੰ ਕਿਹਾ ਕਿ ਉੱਥੇ ਜਾ ਕੇ ਉਹਨਾਂ ਦੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰੋ, ਹੋਰ ਕਿਤੇ ਕੋਈ ਕੁਛ ਗੱਲ ਨਹੀਂ ਬਣਨੀ। ਦੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ, ਤੇ ਇਹ ਵੈਸੇ ਤਾਂ ਕਾਫੀ ਦੇਰ ਤੋਂ ਕੀਤਾ ਹੋਇਆ, ਮੇਰੇ 10-12 ਸਾਲ ਹੋ ਗਏ। ਮਟਕਾ ਚੌਕ ਜਿਹੜਾ ਆ, ਕਿਉਂ ਮਟਕਾ ਚੌਕ ਦੇ ਨਾਲ ਹੀ ਲੱਗਦਾ ਦੂਸਰਾ ਆਪਣਾ ਜਿਹੜਾ ਉਹ ਫੁੱਲਾਂ ਵਾਲਾ ਗੁਲਾਬ ਵਾਲਾ ਜਿਹੜਾ ਰੋਜ਼ ਗਾਰਡਨ, ਰੋਜ਼ ਰੋਜ਼ ਗਾਰਡਨ। ਰੋਜ਼ ਗਾਰਡਨ, ਹਾਂਜੀ ਰੋਜ਼ ਗਾਰਡਨ ਆ, ਤੇ ਨਾਲ ਹੀ 17 ਸੈਕਟਰ ਪੈਂਦਾ ਆ। ਤੇ ਜਦੋਂ ਬਹੁਤ ਵੱਡੇ ਵੱਡੇ ਮੋਰਚੇ ਲੱਗਦੇ ਰਹੇ ਆ ਮਟਕਾ ਚੌਕ ਦੇ ਵਿੱਚ, ਕਈ ਦਿਨ ਦੇ ਜਿਹੜੇ ਆ ਕਿਸਾਨਾਂ ਦੇ ਜਿਹੜੇ ਧਰਨੇ ਚੱਲਦੇ ਰਹਿਣੇ, ਮੋਰਚਾ ਲਾ ਲੈਣਾ ਕਿਸਾਨਾਂ ਨੇ ਜਾਂ ਵੱਖ-ਵੱਖ ਹੋਰ ਵਰਗਾਂ ਦੇ ਲੋਕਾਂ ਨੇ, ਤਾਂ ਫਿਰ ਉਹ ਸਵੇਰ ਦੇ ਨਜ਼ਾਰੇ ਦੇਖਣ ਵਾਲੇ ਹੁੰਦੇ ਸੀ। ਉੱਥੇ ਸਾਰਾ ਜਿਹੜਾ ਰੋਜ਼ ਗਾਰਡਨ, ਸਾਰਾ 17 ਸੈਕਟਰ ਭਰਿਆ ਹੁੰਦਾ ਸੀ ਕਿਸਾਨਾਂ ਦੇ ਨਾਲ, ਤੇ ਬਕਾਇਦਾ ਨਹਾਉਣ ਧੋਣ ਦਾ ਕੰਮ ਉਹਨਾਂ ਦਾ ਸਾਰਾ ਉੱਥੇ ਹੁੰਦਾ ਸੀ। ਤੇ ਇਹ ਲੱਗਦਾ ਸੀ ਵੀ ਇਹਨਾਂ ਨੇ ਆਪਣਾ ਨਵਾਂ ਪਿੰਡ ਵਸਾ ਲਿਆ, ਜਿੱਦਾਂ ਹੁਣ ਦਿੱਲੀ ਬਾਰਡਰਸ ਦੇ ਉੱਤੇ ਪਿੰਡ ਵਸੇ ਹੋਏ ਨੇ। ਇੱਦਾਂ ਮਟਕਾ ਚੌਕ 'ਚ ਵੀ ਕਈ ਦਿਨ ਪਿੰਡ ਵਸੇ ਰਹਿੰਦੇ ਸੀ ਕਿਸਾਨਾਂ ਦੇ। ਤੇ ਉਹਦੇ ਤੋਂ ਦੁਖੀ ਹੋ ਕੇ 10-12 ਸਾਲ ਪਹਿਲਾਂ ਮਟਕਾ ਚੌਕ ਤੋਂ ਕਿ ਸਾਰੇ ਚੰਡੀਗੜ੍ਹ ਤੋਂ ਬੇਦਖਲ ਕਰ ਦਿੱਤਾ ਗਿਆ ਸੀ ਧਰਨਿਆਂ ਨੂੰ, ਮੁਜ਼ਾਹਰਿਆਂ ਨੂੰ, ਤੇ ਉਦੋਂ ਕਹਿ ਦਿੱਤਾ ਗਿਆ ਸੀ ਵੀ 25 ਸੈਕਟਰ ਤੁਹਾਡੇ ਲਈ ਰਾਖਵਾਂ ਜੀ, ਉੱਥੇ ਜਾਓ, ਨਾਲ ਹੀ ਸ਼ਮਸ਼ਾਨ ਘਾਟ ਹੈ। ਤੇ ਹੁਣ ਜਦੋਂ ਕਿਸਾਨ ਅੰਦੋਲਨ ਜਿਹੜਾ ਇੱਕ ਪੀਕ ਤੇ ਆ, ਤੇ ਫਿਰ ਕਿਸਾਨਾਂ ਨੇ ਚੰਡੀਗੜ੍ਹ ਦੇ ਅੰਦਰ ਤੱਕ ਜਾਣਾ ਸ਼ੁਰੂ ਕਰ ਦਿੱਤਾ ਸੀ। ਪਰ ਜਿਹੜਾ ਤਾਜ਼ਾ ਚੱਕਰ ਹੋਇਆ, ਜਿੱਥੇ ਲਾਠੀ ਚਾਰਜ ਵੀ ਹੋਇਆ, ਕਿਸਾਨ ਗ੍ਰਿਫਤਾਰ ਵੀ ਕੀਤੇ ਗਏ, ਬੀਜੇਪੀ ਦੇ ਲੀਡਰਾਂ ਦਾ ਬੜਾ ਤਿੱਖਾ ਵਿਰੋਧ ਹੋਇਆ, ਉਸ ਤੋਂ ਬਾਅਦ ਬਹੁਤ ਜ਼ਿਆਦਾ ਸਖਤੀ ਨਾਲ ਕੀਤਾ ਗਿਆ ਵੀ ਕੋਈ ਟਰੈਕਟਰ ਟਰਾਲੀ ਵੀ ਚੰਡੀਗੜ੍ਹ 'ਚ ਨਹੀਂ ਦਾਖਲ ਹੋ ਸਕਦੀ। ਤੇ ਇਹਦਾ ਮੁਕਾਬਲਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਕਰਨਗੇ। ਇੱਦਾਂ ਦੀ ਗੱਲ ਨਹੀਂ ਹੈ ਕਿ ਜਦੋਂ ਕੋਈ ਐਕਸ਼ਨ ਹੋਏਗਾ, ਸੱਦਾ ਹੋਏਗਾ,
ਤਾਂ ਫਿਰ ਚੰਡੀਗੜ੍ਹ ਵੱਲ ਜਾਣ ਦੀ ਕੋਸ਼ਿਸ਼ ਤਾਂ ਕਿਸਾਨਾਂ ਦੀ ਰਹੇਗੀ, ਭਾਵੇਂ ਟਕਰਾਅ ਹੋਵੇ ਜੀ। ਦਸਾਂਝ ਸਾਹਿਬ, ਪਟਿਆਲੇ ਨੂੰ ਵੈਸੇ ਸ਼ਾਹੀ ਸ਼ਹਿਰ ਕਹਿੰਦੇ ਆ, ਤੇ ਪਟਿਆਲੇ ਦੇ ਜਿਹੜੇ ਲੋਕ ਨੇ ਮੈਂ ਵੇਖਿਆ ਹੈ ਕਿ ਭਾਵੇਂ ਕੋਈ ਉੱਥੋਂ ਦੇ ਕੱਟੜ ਹਿੰਦੂ ਹੋਣ, ਮੈਂ ਬਹੁਤ ਸਾਰੇ ਦੋਸਤਾਂ ਨੂੰ ਜਾਣਦਾ ਜਿਹੜੇ ਦੁਕਾਨਦਾਰ ਵੀ ਨੇ, ਉਹ ਮਤਲਬ ਜਿਹੜਾ ਇਹ ਸ਼ਾਹੀ ਪਰਿਵਾਰ ਆ ਇਹਦੀਆਂ ਸਿਫਤਾਂ ਦੇ ਪੁਲ ਬਣਦੇ ਨਹੀਂ ਥੱਕਦੇ। ਤੇ ਬਹੁਤ ਸਾਰੇ ਪਟਿਆਲੇ ਦੇ ਲੋਕ ਇਹ ਵੀ ਕਹਿੰਦੇ ਆ ਕਿ ਜਦੋਂ ਕੈਪਟਨ ਸਾਹਿਬ ਹੁੰਦੇ ਆ ਪਾਵਰ 'ਚ ਤੇ ਪਟਿਆਲੇ ਦੀ ਨੁਹਾਰ ਬਦਲ ਜਾਂਦੀ ਆ, ਬੜਾ ਕੰਮ ਕੀਤਾ ਜਾਂਦਾ, ਜਿੱਦਾਂ ਬਾਦਲਾਂ ਨੇ ਆਪਣੇ ਇਲਾਕੇ 'ਚ ਕਰਾਇਆ, ਬਠਿੰਡੇ 'ਚ ਕਰਾਇਆ ਦੱਸਿਆ ਜਾਂਦਾ। ਹਾਲਾਂਕਿ ਉੱਥੇ ਵੀ ਕਹਿੰਦੇ ਆ ਕਿ ਉਹਨਾਂ ਨੇ ਕਿਹਾ ਸੀਗਾ, ਪਤਾ ਨਹੀਂ DC ਨੂੰ ਫੋਨ ਕਰਕੇ ਹਰਸਿਮਰਤ ਨੇ ਵੀ ਪਤਾ ਨਹੀਂ ਡੀਪ ਟੋਏ ਕਿ ਕੀ ਇੰਗਲਿਸ਼ ਦਾ ਸ਼ਬਦ ਬੋਲਿਆ ਸੀ, ਬੜਾ ਪਪੂਲਰ ਹੋਇਆ ਸੀਗਾ। ਤੇ ਹੁਣ ਮੀਂਹ ਵਰਿਆ ਥੋੜ੍ਹਾ ਜਿਹਾ ਤੇ ਸਾਰਾ ਪਟਿਆਲਾ ਡੁੱਬਿਆ ਪਿਆ। ਜਿਹੜੀਆਂ ਤਸਵੀਰਾਂ ਦਿਖ ਰਹੇ ਨੇ ਆਪਾਂ ਆਪਣੇ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ, ਰਘੂ ਮਾਜਰਾ ਵਗੈਰਾ ਦੂਜੇ ਤੀਜੇ ਥਾਂ, ਤੇ ਅਜੇ ਤੇ ਮੌਨਸੂਨ ਪੰਜਾਬ 'ਚ ਅਜੇ ਆਈ ਨਹੀਂ ਪ੍ਰੋਪਰਲੀ। ਕੱਲ੍ਹ ਨੂੰ ਘੱਗਰ ਦਰਿਆ ਨੇ ਚੜ੍ਹਨਾ, ਫਿਰ ਰਾਜੇ ਨੇ ਨੱਥ ਪਾਉਣ ਵੀ ਜਾਣਾ ਆ, ਨੱਥ ਲਈ ਕੇ ਪਾਣੀ ਦਾ ਵਹਾਅ ਥੱਲੇ ਕਰਨ ਜਾਣਾ ਆ, ਡਰਾਮੇਬਾਜ਼ੀ ਹੋਣੀ ਆ। ਤੇ ਕਿੰਨਾ ਕੁ ਵਿਕਾਸ ਪਟਿਆਲੇ ਦਾ ਕਰਤਾ ਕਿ ਇੱਕ ਛੋਟਾ ਜਿਹਾ ਇੱਕ ਦਿਨ ਦਾ ਮੀਂਹ ਸਹਾਰ ਨਹੀਂ ਸਕਿਆ, ਔਰ ਲੋਕਾਂ ਦੀਆਂ ਗੱਡੀਆਂ ਡੁੱਬੀਆਂ ਪਈਆਂ ਨੇ, ਲੋਕਾਂ ਦਾ ਗਲ ਤੱਕ ਪਾਣੀ ਭਰਿਆ ਪਿਆ। ਤੇ ਕਿਸ ਤਰ੍ਹਾਂ ਦਾ ਇਹ ਸ਼ਾਹੀ ਸ਼ਹਿਰ ਹੈ ਤੇ ਕਿੱਦਾਂ ਦਾ ਇਹ ਸ਼ਾਹੀ ਖਾਨਦਾਨ ਹੈ ਜਿਹੜਾ ਆਪਣੇ ਸ਼ਹਿਰ ਨੂੰ ਵੀ ਨਹੀਂ ਸਵਾਰ ਸਕਿਆ, ਦੂਜਿਆਂ ਨੂੰ ਕੀ ਸਵਾਰਨਾ। ਹੁਣ ਤਾਂ ਸੱਤਾ ਦਾ ਕੇਂਦਰ ਹੀ ਪੂਰੀ ਤਰ੍ਹਾਂ ਪਟਿਆਲਾ ਹੋ ਗਿਆ। ਕਾਂਗਰਸ ਦਾ ਪ੍ਰਧਾਨ ਵੀ ਜਿਹੜਾ ਕੈਪਟਨ ਅਮਰਿੰਦਰ ਦੇ ਮੁਕਾਬਲੇ ਲਿਆਂਦਾ ਗਿਆ, ਨਵਜੋਤ ਸਿੰਘ ਸਿੱਧੂ, ਉਹ ਵੀ ਪਟਿਆਲੇ ਤੋਂ ਆ, ਤੇ ਕੈਪਟਨ ਅਮਰਿੰਦਰ ਪਟਿਆਲੇ ਤੋਂ ਆ। ਠੀਕ ਹੈ ਨਾ ਜੀ। ਹੁਣ ਤਾਂ ਸਾਰਾ ਪਟਿਆਲੇ 'ਚ ਕੇਂਦਰਿਤ ਹੋ ਗਿਆ, ਤੇ ਜਿਹੜੇ ਦਾਅਵੇ ਕੀਤੇ ਜਾਂਦੇ ਰਹੇ ਆ ਉਹ ਸਾਰੇ ਫਜ਼ੂਲ ਹੈ। ਉਹ ਇੱਕ ਦਿਨ ਦਾ ਮੀਂਹ ਦੱਸ ਦਿੰਦਾ ਹੈ। 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕੇ ਜਿਹੜੇ ਡੁੱਬ ਗਏ, ਹੜ੍ਹ ਆਏ, ਤੇ ਉਦੋਂ ਵੀ ਪਟਿਆਲੇ ਦੀ ਜਿਹੜੀ ਹਾਲਤ ਸੀ, ਲਗਭਗ 10-12 ਦਿਨ ਪਟਿਆਲਾ ਲਗਭਗ ਡੁੱਬਿਆ ਹੀ ਰਿਹਾ। ਉਹਦੇ ਤੋਂ ਕੋਈ ਬਦਲੀ ਹੋਈ ਹਾਲਤ ਤਾਂ ਨਹੀਂ ਹੈ। ਠੀਕ ਹੈ ਕਿ ਵਿਕਾਸ ਦੇ ਨਾਂ ਦੇ ਉੱਤੇ ਕੁਝ ਸੜਕਾਂ ਜਿਹੜੀਆਂ ਮੇਨ ਸੜਕਾਂ ਨੇ ਉਹ ਠੀਕ ਕਰ ਦਿੱਤੀਆਂ, ਜਾਂ ਕੁਝ ਜਿਹੜੀਆਂ ਬਿਲਡਿੰਗਾਂ ਉਸਰ ਗਈਆਂ, ਪਰ ਜਿਹੜੇ ਨੀਵੇਂ ਇਲਾਕੇ ਨੇ, ਉਹ ਜਿਹੜੇ ਪੁਰਾਣਾ ਸ਼ਹਿਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਰਘੂ ਮਾਜਰਾ ਵਾਲਾ ਏਰੀਆ ਸਾਰਾ ਜਿਹੜਾ ਜੀ, ਹਾਂਜੀ ਬਿਲਕੁਲ ਹਰ ਸ਼ਹਿਰ ਕਾਲੇ ਮੂੰਹ ਵਾਲੀ ਬਗੀਚੀ, ਰਘੂ ਮਾਜਰਾ, ਮੈਂ ਪਟਿਆਲੇ ਪੜ੍ਹਿਆ ਜੀ, ਮੈਨੂੰ ਪਤਾ ਉਹ ਸਾਰੇ ਇਲਾਕੇ ਦਾ। ਲੋਅਰ ਮਾਲ ਤੋਂ ਲੱਗ ਕੇ ਜਦੋਂ ਫੁਹਾਰੇ ਚੌਂਕ ਤੋਂ ਅੰਦਰ ਨੂੰ ਜਾਂਦੇ ਆ, ਔਰ ਸਾਰਾ ਇਲਾਕਾ ਨੀਵਾਂ ਇਲਾਕਾ, ਉੱਥੇ ਬਹੁਤ ਹਾਲਤ ਬੁਰੀ ਹੁੰਦੀ ਲੋਕਾਂ ਦੀ ਜਦੋਂ ਬਾਰਿਸ਼ ਹੁੰਦੀ ਹੈ। ਨਾਲ ਹੀ ਉਹ ਤੁਸੀਂ ਦੇਖਿਆ ਹੋਣਾ, ਮੈਂ ਤਾਂ ਪਟਿਆਲਾ ਮਤਲਬ ਘੁੰਮਿਆ ਨਹੀਂ, ਉਹ ਨਾਲਾ ਵੀ ਨਾਲ ਦੀ ਨਾਲ ਹੀ ਚੱਲਦਾ ਇੱਕ। ਹਾਂਜੀ, ਉਹ ਨਾਲੇ ਕੇ ਗਹਿਲ ਕਹਿੰਦੇ ਪਟਿਆਲੇ ਵਾਲੇ, ਪਟਿਆਲਾ ਕੇ ਵਿੱਚ ਮੈਂ, ਪਟਿਆਲਾ ਕੇ ਵਿੱਚ ਮੈਂ, ਨਾਲੇ ਕੇ ਗਹਿਲ ਨਾਲੇ ਕੇ ਗਹਿਲ ਉੱਥੇ ਹਾਲਤ ਬਹੁਤ ਬਦਤਰ ਹੈ ਜੀ। ਉਹ ਤਾਂ ਰੂਟੀਨ ਦੇ ਵਿੱਚ ਹਾਲਤ ਬਦਤਰ ਹੈ। ਜੇ ਤੁਸੀਂ ਮੀਂਹ ਆ ਗਿਆ ਵੱਖਰੀ ਗੱਲ ਹੈ, ਉਹਨੇ ਤਾਂ ਕਰਨੀ ਹੈ ਬੁਰੀ ਹਾਲਤ, ਪਰ ਜੇ 5-7 ਦਿਨ ਲਗਾਤਾਰ ਝੜੀ ਲੱਗ ਜਾਵੇ, ਜਿਹੜੀ ਅਕਸਰ ਪੰਜਾਬ 'ਚ ਲੱਗਦੀਆਂ ਰਹੀਆਂ, ਤੇ ਜੇ ਹੁਣ ਝੜੀ ਲੱਗ ਜਾਵੇ 5-7 ਦਿਨ, ਤਾਂ ਫਿਰ ਕੀ ਹਾਲਤ ਬਣੇਗੀ ਉੱਥੇ ਦੀ। ਤੇ ਉੱਦਾਂ ਰੂਟੀਨ 'ਚ ਵੀ ਜਾਓ ਤੁਸੀਂ, ਜਿਹੜਾ ਮੌਸਮ ਠੀਕ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਤਾਂ ਵੀ ਇਹਨਾਂ ਇਲਾਕਿਆਂ ਦੀ ਹਾਲਤ ਬਹੁਤ ਬੁਰੀ ਹੈ, ਬਹੁਤ ਬੁਰੀ ਆ। ਜਿਹੜੇ ਪੁਰਾਣੇ ਸ਼ਹਿਰ, ਜਿਹੜੇ ਹਰ ਸ਼ਹਿਰ ਦੇ ਵਿੱਚ ਇੱਕ ਪੁਰਾਣਾ ਸ਼ਹਿਰ ਜਿਹੜਾ ਅਸਲ ਦੇ ਸ਼ਹਿਰ ਹੁੰਦਾ ਸੀ, ਉੱਥੇ ਇਹੀ ਸਥਿਤੀ ਆ। ਮਤਲਬ ਜਲੰਧਰ ਵਰਗਾ ਸ਼ਹਿਰ ਜਿਹੜਾ ਆ, ਜਿਹੜਾ ਮਾਡਰਨ ਸ਼ਹਿਰ ਮੰਨਿਆ ਜਾਂਦਾ ਜੀ, ਬਸਤੀਆਂ ਜਿਹੜੀਆਂ ਉੱਥੇ ਜੋਧਾ ਬਸਤੀ, ਦੂਜੀ ਬਸਤੀਆਂ ਦਾ ਹਾਲ ਇਹੀ ਹੈ ਜੀ, ਬਹੁਤ ਬੁਰੀ ਹਾਲਤ ਹੈ। ਇੱਥੇ ਲੁਧਿਆਣਾ ਆ, ਅੰਮ੍ਰਿਤਸਰ ਦੇ ਵਿੱਚ ਵੀ ਜੀ, ਜਿਹੜੇ ਅੰਦਰੂਨੀ ਇਲਾਕੇ ਆ, ਮਤਲਬ ਕਿਸੇ ਕਿਸਮ ਦਾ ਕੋਈ ਇੰਨਾ ਸਮਾਂ ਬਦਲ ਗਿਆ, ਚੀਜ਼ਾਂ ਬਦਲ ਗਈਆਂ, ਬਹੁਤ ਕੁਝ ਆ ਗਿਆ। ਮਾਡਰਨ ਜਿਹੜੇ ਕੋਈ ਕਹਿ ਲਓ ਵੀ ਮਾਡਲ ਟਾਊਨ ਉਸਰ ਗਏ ਜੀ, ਕੋਈ ਨਵੇਂ ਏਰੀਏ ਉਸਰ ਗਏ, ਪਰ ਜਿਹੜਾ ਬੇਸ ਜਿਹੜਾ ਕਿਸੇ ਵੀ ਇਲਾਕੇ ਦਾ, ਸ਼ਹਿਰ ਦਾ, ਉਹ ਉੱਦਾਂ ਦਾ ਉੱਦਾਂ ਹੀ ਹੈ। ਉਹਦੇ 'ਚ ਕੋਈ ਤਬਦੀਲੀ ਨਹੀਂ ਹੈ। ਉਹਨਾਂ ਤਕਲੀਫਾਂ 'ਚ, ਉਹਨਾਂ ਮੁਸ਼ਕਲਾਂ 'ਚ ਲੰਘ ਰਹੇ ਆ। ਦਾਅਵੇ ਵਾਅਦੇ ਉਹ ਹਰ ਵਾਰੀ ਹੁੰਦੇ ਆ। ਤੇ ਹੁਣ ਵੀ ਇਹ ਕਿਹਾ ਜਾ ਰਿਹਾ ਕਿ ਪਟਿਆਲਾ ਜੀ, ਹੁਣ ਤਾਂ ਕੈਪਟਨ ਦੇ ਨਾਲ ਨਵਜੋਤ ਸਿੱਧੂ ਵੀ ਪਟਿਆਲੇ ਤੋਂ, ਹੁਣ ਤਾਂ ਪਟਿਆਲੇ ਦੀ ਨੁਹਾਰ ਬਦਲ ਜਾਏਗੀ। ਅਸੀਂ ਇਹਦੇ 'ਚ ਇਹ ਵੀ ਕਹਿੰਦੇ ਹਾਂ ਵੀ ਪਟਿਆਲੇ ਦੀ ਨੁਹਾਰ ਕਿਉਂ ਬਦਲੇਗੀ ਇਕੱਲੀ ਬਈ, ਜਾਂ ਬਾਦਲ ਦਾ ਜਿਹੜਾ ਇਲਾਕਾ ਆ, ਮੁਕਤਸਰ ਦਾ ਇਲਾਕਾ ਹੈ, ਜਾਂ ਉਹਨਾਂ ਦੇ ਪਿੰਡ ਦੇ ਆਲੇ ਦੁਆਲੇ ਸਾਰਾ ਕੁਝ ਕਿਉਂ ਬਦਲੇ, ਸਾਰਾ ਪੰਜਾਬ ਕਿਉਂ ਨਾ ਬਦਲੇ। ਮਤਲਬ ਤੁਸੀਂ ਪਟਿਆਲੇ ਦੇ ਮੁੱਖ ਮੰਤਰੀ ਹੋ, ਜਾਂ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ, ਜਾਂ ਪਟਿਆਲੇ ਦੇ ਪ੍ਰਧਾਨ ਹੋ, ਜਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਜਾਂ ਪਿੰਡ ਬਾਦਲ ਦੇ, ਜਾਂ ਮੁਕਤਸਰ ਜ਼ਿਲ੍ਹੇ ਦੇ ਮੁੱਖ ਮੰਤਰੀ ਹੋ, ਸਾਰੇ ਪੰਜਾਬ ਦਾ ਜ਼ਿੰਮਾ ਤੁਹਾਡੇ ਦੇ ਉੱਤੇ ਹੈ। ਉਹ ਕਰਨ ਦੀ ਥਾਂ ਦੇ ਉੱਤੇ ਬਸ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਨੁਹਾਰ ਬਦਲਤੀ ਪਟਿਆਲੇ ਦੀ, ਫਲਾਨਾ ਕਰਤਾ। ਨਾ ਪੰਜਾਬ ਬਦਲਿਆ, ਨਾ ਪਟਿਆਲਾ ਬਦਲਿਆ, ਨਾ ਮੁਕਤਸਰ ਬਦਲਿਆ। ਥੋੜ੍ਹੇ ਬਹੁਤ ਚਮਕ ਦਮਕ ਸੜਕਾਂ 'ਤੇ ਹੋ ਸਕਦੀ ਹੈ, ਬੇਸਿਕ ਜਿਹੜੀਆਂ ਚੀਜ਼ਾਂ ਉਹ ਕਿਤੇ ਨਹੀਂ ਬਦਲੀਆਂ।
ਬਿਲਕੁਲ ਦਸਾਂਝ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਤੇ ਇਹੋ ਜਿਹੀਆਂ ਨੇ, ਲੋਕ ਉਹਦੇ ਵੱਲ ਧਿਆਨ ਹੀ ਨਹੀਂ ਕਰਦੇ। ਆਪਾਂ ਬਹੁਤ ਫਿਰ ਕੱਲ ਵਾਲੀ ਚੇਤਨਾ ਵਾਲੀ ਗੱਲ ਨਾਲ ਸ਼ੁਰੂ ਹੋ ਜੇ, ਲੋਕ ਸਿਸਟਮ 'ਚ ਇੱਦਾਂ ਮਤਲਬ ਯੂਜ਼ ਟੂ ਹੋ ਗਿਆ ਕਿ ਜੋ ਮਰਜ਼ੀ ਹੋ ਜਾਏ, ਲੋਕਾਂ ਨੂੰ ਸਹਿਣ ਦੀ ਆਦਤ ਪੈ ਗਈ ਆ। ਉਪਾਸ਼ ਨੇ ਕਿਹਾ ਨਾ, ਜਿਹੜੀ ਕਵਿਤਾ 'ਚ ਸਭ ਸਹਿਣ ਕਰ ਜਾਣਾ, ਜਿਹੜਾ ਵਾਲੀ ਕਵਿਤਾ ਹੈ ਉਹਦੀ ਸਭ ਤੋਂ ਖਤਰਨਾਕ ਵਾਲੀ, ਸਾਡੇ ਸੁਪਨਿਆਂ ਦਾ ਮਰ ਜਾਣਾ, ਉਹਦੇ ਵਿੱਚ ਸ਼ੁਰੂਆਤੀ ਜਿਹੜੀਆਂ ਉਹਦੀਆਂ ਸਤਰਾਂ ਨੇ ਉਹ ਬੜੇ ਧਿਆਨ ਮੰਗਦੀਆਂ ਨੇ ਕਿ ਸਾਨੂੰ ਆਦਤ ਹੀ ਪੈ ਗਈ ਕਿ ਅਸੀਂ ਸਾਰਾ ਕੁਝ ਸਹਿਣ ਕਰ ਜਾਂਦੇ ਹਾਂ। ਹੁਣ ਜਿਹੜੀ ਆਪਾਂ ਅੰਦਰੂਨ ਸ਼ਹਿਰਾਂ ਦੀ ਗੱਲ ਕਰ ਰਹੇ ਹਾਂ, ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਹਿਮਾਲਿਆ ਦੀ ਇਹ ਬੈਲਟ ਆ, ਮੇਰੇ ਖਿਆਲ ਜ਼ੋਨ ਨੰਬਰ 5 ਸਿਸਮਿਕ ਸਕੇਲ ਦਾ ਕਿਹਾ ਜਾਂਦਾ, ਇਹਨੂੰ ਡੇਂਜਰਸ ਏਰੀਆ ਕਿਹਾ ਜਾ ਰਿਹਾ ਹੈ। ਤੇ ਜੇ ਕਿਤੇ ਕੱਲ ਕਲੋਤਰ ਨੂੰ ਕੋਈ ਵੱਡਾ ਅਰਥਕੁਏਕ ਆ ਗਿਆ ਨਾ, ਤੇ ਜਿਸ ਤਰ੍ਹਾਂ ਦੀਆਂ ਉੱਥੇ ਗਲੀਆਂ ਨੇ, ਜਿਸ ਤਰੀਕੇ ਲੋਕੀ ਗਲੀਆਂ 'ਚ ਵੀ ਬਾਰੀ ਥਾਣੀ ਇੱਕ ਦੂਜੇ ਨੂੰ ਕੌਲੀ ਫੜਾ ਲੈਂਦੇ, ਪਲੇਟ ਫੜਾ ਲੈਂਦੇ ਨੇ, 2-2 2.5 ਫੁੱਟ ਦੀਆਂ ਚੌੜੀਆਂ ਗਲੀਆਂ ਨੇ, ਤੇ 4-4 ਮੰਜ਼ਲੀਆਂ ਬਿਲਡਿੰਗਾਂ ਦੀ ਸਾਰੀ ਆ ਪੁਰਾਤਨ, ਤੇ ਉਹ ਸਾਰਾ ਮਲਬੇ ਦੇ ਢੇਰ 'ਚ ਤਬਦੀਲ ਹੋ ਜਾਣਾ। ਤੇ ਫਿਰ ਕਹਿਣਾ ਕਿ ਇਹ ਤੇ ਕੁਦਰਤੀ ਆਫਤ ਸੀ ਜੀ, ਇਹਦੇ ਤੇ ਕੋਈ ਕੀ ਕਰ ਸਕਦਾ। ਇਹ ਚੀਜ਼ਾਂ ਸਰਕਾਰਾਂ ਦੇ ਵੇਖਣ ਵਾਲੀਆਂ ਨੇ, ਨਾਲ ਦੀ ਨਾਲ ਲੋਕਾਂ ਦੇ ਵੀ ਧਿਆਨ 'ਚ ਆਉਣੀਆਂ ਚਾਹੀਦੀਆਂ ਨੇ ਕਿ ਕੱਲ ਨੂੰ ਕੋਈ ਵੱਡੀ ਜਿਹੜੀ ਖਤਰਾ ਸਾਡੇ ਸਾਹਮਣੇ ਹੋ ਰਿਹਾ ਉਹਦੇ ਬਾਰੇ ਕੋਈ ਸੋਚਦਾ ਹੀ ਨਹੀਂ। ਲੋਕ ਸਿਸਟਮ 'ਚ ਇੱਦਾਂ ਗਰਕ ਹੋ ਗਿਆ ਕਿ ਸਾਰਾ ਕੁਝ ਰੱਬ ਤੇ ਛੱਡ ਦਿੱਤਾ ਗਿਆ ਲੱਗਦਾ। ਇਸ ਗੱਲ ਤੁਹਾਡੀ ਦਰੁਸਤ ਹੈ। ਮੈਂ ਦਿੱਲੀ ਗਿਆ ਸੀ ਪਿਛਲੇ ਸਾਲ, ਸ਼ਾਇਦ ਆਜ਼ਾਦ ਮੰਡੀ ਸੀ ਜਿੱਥੇ ਅਸੀਂ ਗਏ ਸੀ, ਤੇ ਹਾਲਤ ਦੇਖ ਕੇ ਮੈਂ ਹੈਰਾਨ ਰਹਿ ਗਿਆ ਵੀ ਉੱਥੇ ਜਿਹੜਾ ਜੰਜਾਲ ਸੀ, ਜਿਹੜੀਆਂ ਤਾਰਾਂ ਤੂਰਾਂ ਪਈਆਂ ਬਿਜਲੀ ਦੀਆਂ, ਇੰਨੀ ਬੁਰੀ ਹਾਲਤ, ਜਿਹਦਾ ਤੁਸੀਂ ਜ਼ਿਕਰ ਕਰਦੇ ਹੋ ਵੀ ਇੱਕ ਦੂਜੇ ਦੇ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ। ਤੇ ਮੈਨੂੰ ਲੱਗਦਾ ਸੀ ਵੀ ਜੇ ਇੱਥੇ ਕੋਈ ਹਾਦਸਾ ਵਾਪਰ ਜਾਵੇ ਤਾਂ ਇਹ ਤਾਂ ਬੜੀ ਵੱਡੀ ਤਬਾਹੀ ਮਚ ਸਕਦੀ ਹੈ। ਜੀ ਬਿਲਕੁਲ। ਕਿਸੇ ਦਾ ਕੋਈ ਧਿਆਨ ਨਹੀਂ ਹੈ, ਨਾ ਲੋਕਾਂ ਦਾ ਧਿਆਨ ਹੈ, ਨਾ ਪ੍ਰਸ਼ਾਸਨ ਦਾ ਧਿਆਨ ਹੈ, ਨਾ ਬਿਜਲੀ ਦਾ ਮਹਿਕਮਾ ਇਹਨਾਂ ਚੀਜ਼ਾਂ ਨੂੰ ਦੇਖੇ। ਜੇ ਮੈਂ ਜਲੰਧਰ, ਸਾਡੇ ਦੋਸਤ ਰਹਿੰਦੇ ਨੇ ਰਜਿੰਦਰ ਬਿਮਲ, ਜਿਹੜੇ ਕਿਤਾਬਾਂ ਛਾਪਦੇ ਨੇ, ਉਹਨਾਂ ਦਾ ਘਰ ਜਿਸ ਇਲਾਕੇ ਦੇ ਵਿੱਚ ਹੈਗਾ ਆ, ਉਹ ਮਾਈ ਹੀਰਾ ਗੇਟ ਦੇ ਨਾਲ ਹੀ ਇਲਾਕਾ ਲੱਗਦਾ ਆ। ਉਹ ਇਲਾਕਾ ਜਿਹੜਾ ਆ, ਕਿਸੇ ਵੇਲੇ ਉਹ ਮੁਸਲਿਮ ਆਬਾਦੀ ਹੁੰਦੀ ਸੀ ਆਜ਼ਾਦੀ ਤੋਂ ਪਹਿਲਾਂ, ਉਹ ਇੰਨਾ ਭੀੜਾ ਇਲਾਕਾ ਆ ਵੀ ਉਹ 2-3 ਕਿਲੋਮੀਟਰ 4 ਕਿਲੋਮੀਟਰ ਤੱਕ ਦਾ, ਜੇ ਤੁਸੀਂ ਇੱਕ ਛੱਤ ਤੇ ਚੜ ਗਏ ਆ ਤਾਂ 4 ਕਿਲੋਮੀਟਰ ਤੱਕ ਤੁਸੀਂ ਛੱਤ ਦੇ ਉੱਤੇ ਰਹਿ ਸਕਦੇ ਆ। ਮਤਲਬ ਇੱਦਾਂ ਇੱਕ ਦੂਜੇ ਨਾਲ ਜੁੜਿਆ ਸਾਰਾ ਕੁਝ। ਇੱਦਾਂ ਦੇ ਇਲਾਕੇ ਜੇ ਜਿੱਦਾਂ ਤੁਸੀਂ ਕਿਹਾ ਕਿ ਕੋਈ ਭੁਚਾਲ ਵਰਗੀ ਸਥਿਤੀ ਪੈਦਾ ਹੋ ਜਾਵੇ ਤਾਂ ਉਹ ਦਫਨ ਹੀ ਹੋਣਾ, ਸਾਰਾ ਕੁਝ ਦਫਨ ਹੀ ਹੋਣਾ ਹੈ, ਤੇ ਫਿਰ ਕੁਝ ਨਹੀਂ ਬਚਣਾ। ਮੈਂ ਜਦੋਂ ਭੁੱਜ ਦੇ ਵਿੱਚ ਭੁਚਾਲ ਆਇਆ ਤੇ ਗੁਜਰਾਤ ਦੇ ਵਿੱਚ ਬੜਾ ਵੱਡਾ, ਮੈਨੂੰ ਹੁਣ ਸਾਲ ਯਾਦ ਨਹੀਂ ਕਿਹੜਾ ਸਾਲ ਸੀ, 2002 ਮੇਰੇ ਖਿਆਲ 2 ਦੇ ਕਰੀਬ ਜਾਂ ਹਾਂਜੀ ਸੀ ਕੀ ਗੱਲ। ਹਾਂਜੀ, ਜਦੋਂ ਹਾਂਜੀ ਜੀ ਉਦੋਂ ਮੈਂ ਆਪਣੀ ਅਖਬਾਰ ਵੱਲੋਂ ਗਿਆ ਸੀ ਉੱਥੇ ਰਿਪੋਰਟ ਕਰਨ ਭੁੱਜ, ਤੇ ਉੱਥੇ ਹਾਲਤ ਇਹੀ ਸੀ, ਜਿਹੜੇ ਜੁੜਵੇਂ ਇਲਾਕੇ ਸੀ ਉਹਨਾਂ 'ਚ ਲੱਭਦਾ ਹੀ ਕੱਖ ਨਹੀਂ ਸੀ ਵੀ ਕਿਹੜਾ ਘਰ ਕਿਹੜਾ ਆ, ਕੋਈ ਉਹਨਾਂ ਨੂੰ ਵੱਖਰਾ ਵੱਖਰਾ ਕਰਕੇ ਨਹੀਂ ਸੀ ਦੇਖਿਆ ਜਾ ਸਕਦਾ। ਇੰਨੀ ਬੁਰੀ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਦਫਨ ਹੋਈਆਂ। ਸੋ ਇਹ ਆਪਣੇ ਆਪ ਦੇ ਵਿੱਚ ਹੀ ਹੈ ਕਿ ਤੁਸੀਂ 21ਵੀਂ ਸਦੀ 'ਚ ਜਿਉ ਰਹੇ ਹੋ, ਵਾਅਦੇ ਕਰਦੇ ਹੋ ਡਿਜੀਟਲ ਇੰਡੀਆ ਬਣਾ ਦੇਣਾ ਜੀ, ਤੇ ਤਰੱਕੀਆਂ ਦੇ ਵਿਕਾਸ ਦੇ ਬੜੇ ਦਾਅਵੇ ਹੈ, ਪਰ ਜਿਹੜਾ ਬੇਸਿਕ ਸਟਰਕਚਰ ਸਾਡਾ ਆ, ਬੁਨਿਆਦੀ ਜਿਹੜਾ ਢਾਂਚਾ ਇੰਨੀ ਬੁਰੀ ਤਰ੍ਹਾਂ ਜਿਹੜਾ ਕਲੈਪਸ ਹੋਣ ਵਾਲਾ ਹੈ, ਕਿਸੇ ਵੇਲੇ ਵੀ ਕਲੈਪਸ ਹੋ ਸਕਦਾ। ਅੱਜ ਵੀ ਇੱਕ ਖਬਰ ਹੈ, ਆਪਣੇ ਮੈਨੂੰ ਭੁੱਲ ਗਿਆ, ਮੈਂ ਤੁਹਾਨੂੰ ਭੇਜੀ ਸੀ ਖਬਰ ਵੀ ਕਿਹੜੇ ਇਲਾਕੇ ਦੀ ਆ, ਵੀ ਜਿੱਥੇ ਛੱਤ ਡਿੱਗ ਗਏ ਮੀਂਹ ਕਰਕੇ। ਪਟਿਆਲੇ ਦੀ ਖਬਰ ਹੈ ਜੀ, ਉਹ ਵੀ ਪਟਿਆਲੇ ਦੇ ਨੇੜੇ ਕੋਈ ਜਗ੍ਹਾ ਹੈ, ਉੱਥੇ ਦੀ ਖਬਰ ਹੈ। ਉਹ ਵੀ ਭਟੋਲੀ ਪਿੰਡ ਹੈ ਜੀ, ਪਾਤੜਾ ਕੋ, ਭਟੋਲੀ ਪਿੰਡ ਪਾਤੜਾ ਕੋ। ਘਰ ਕੱਚਾ ਹੋਊਗਾ, ਕਿੱਦਾਂ ਹੋਊਗਾ? ਉਹ ਸੁੱਤੇ ਪਏ ਤੇ ਉਹ ਬੱਚਾ, 3 ਮਾਸੂਮ ਬੱਚੀ ਤੇ ਇੱਕ ਉਹਨਾਂ ਦਾ ਪਿਓ ਜਿਹੜਾ ਆ ਉਹ ਬਹੁਤ ਹੋ ਗਏ। ਮੀਂਹ ਪਿਆ, ਬਸ ਮੀਂਹ ਪਿਆ, ਛੱਤ ਡਿੱਗ ਗਈ। ਇਹਦਾ ਮਤਲਬ ਹੈ ਕਿ ਉਹਨਾਂ ਕੋਲ ਸ਼ਾਇਦ ਇੰਨੀ ਕੁਵਤ ਹੀ ਨਹੀਂ ਸੀ, ਉਹਨਾਂ ਕੋਲ ਇੰਨਾ ਕੁਝ ਸੀਗਾ ਹੀ ਨਹੀਂ ਵੀ ਉਹ ਛੱਤ ਬਦਲ ਸਕਣ। ਮੈਨੂੰ ਪੁਰਾਣੇ ਦਿਨ ਯਾਦ ਆ ਜਾਂਦੇ ਆ, ਪਿੰਡਾਂ ਦੇ ਵਿੱਚ ਜਦੋਂ ਅਸੀਂ ਸੀਗੇ, ਥੰਮੀਆਂ ਦੇ ਕੇ ਜਿਹੜਾ ਗੁਜ਼ਾਰਾ ਕਰੀ ਜਾਂਦੇ ਸੀ। ਚੋਈ ਜਾਂਦਾ ਸੀ, ਬਾਲਟੀਆਂ ਥੱਲੇ ਰੱਖ ਦਿੰਦੇ ਸੀ, ਤੇ ਉਹ ਥੰਮੀਆਂ ਦੇ ਕੇ ਬਚਾਈ ਰੱਖਣਾ। ਤੇ ਇੱਕ ਦਿਨ ਤਾਂ ਮੈਨੂੰ ਆਪਣਾ ਹੀ ਯਾਦ ਹੈ ਕਿ ਮੈਂ ਉੱਠ ਕੇ ਗਿਆ, ਹਾਲੇ ਮੰਜੇ ਤੋਂ ਬਹੁਤ ਛੋਟਾ ਜਿਹਾ ਸੀ ਮੈਂ, ਤੋਂ ਜਿਹੜਾ ਜਿੱਥੇ ਕਿ ਮੈਂ ਪਿਆ ਸੀ, ਉਹ 2 ਖਣ ਮੇਰੇ ਉੱਠ ਕੇ ਜਾਣ ਤੋਂ ਤੁਰੰਤ ਬਾਅਦ ਡਿੱਗ ਗਏ। ਸੋ ਇਹ ਸਾਰੀ ਚੀਜ਼ਾਂ ਉੱਦਾਂ ਦੀਆਂ ਉੱਦਾਂ ਹੀ ਆ, ਹਾਲੇ ਵੀ ਇਹ ਘਟਨਾਵਾਂ ਦੱਸਦੀਆਂ। ਕੁਝ ਨਹੀਂ ਬਦਲਿਆ, ਕੋਈ ਲੋਕਾਂ ਦਾ ਜੀਵਨ ਨਹੀਂ ਬਦਲਿਆ, ਜਿਹੜਾ ਸਾਡਾ ਬੇਸਿਕ ਸਟਰਕਚਰ ਹੈ ਉਹ ਨਹੀਂ ਬਦਲਿਆ। ਡਿਜੀਟਲ ਇੰਡੀਆ ਜ਼ਰੂਰ ਦਿਖਾਈ ਦੇ ਰਿਹਾ। ਲੋਕਾਂ ਦੇ ਖਿਆਲਾਤ ਵੀ ਨਹੀਂ ਬਦਲੇ। ਅੱਜ ਵੀ ਅਸੀਂ ਇਹਨਾਂ ਘਟਨਾਵਾਂ ਨੂੰ ਕੁਦਰਤੀ ਕਹਿਰ ਕਹਿ ਦਿੰਦੇ ਹਾਂ, ਇਹ ਨਹੀਂ ਸੋਚਦੇ ਕਿ ਇਹਦੇ ਪਿੱਛੇ ਕੁਝ ਹੋਰ ਕਾਰਨ ਵੀ ਨੇ ਜਿਹੜੇ ਬਦਲੇ ਜਾ ਸਕਦੇ ਨੇ।
ਆਪਾਂ ਅਜੇ ਵੀ ਸਾਰਾ ਕੁਝ ਕੁਦਰਤੀ ਆਫਤ ਦਾ ਨਾਂ ਦੇ ਕੇ ਸੁਰਖਰੂ ਹੋ ਜਾਂਦੇ ਆ। ਸਾਡੀ ਲੀਡਰਸ਼ਿਪ ਨੂੰ ਵੀ ਇਦਾਂ ਹੀ ਲੱਗਦਾ ਤੇ ਜਦੋਂ ਕੋਈ ਵੱਡਾ ਲੋਕ ਆਉਂਦੇ ਨੇ ਟਰੰਪ ਵਰਗੇ, ਉਦੋਂ ਦੁਬਾਰਾ ਸਾਰ ਕੇ ਛਪਾ ਲੈਂਦੇ ਅਸੀਂ ਕਿ ਸਾਡੇ 'ਚ ਇਦਾਂ ਦੀ ਭੁੱਖਮਰੀ ਗਰੀਬੀ ਵੀ ਹੈ। ਪਰ ਇਹਨਾਂ ਚੀਜ਼ਾਂ ਵੱਲ ਕੌਣ ਧਿਆਨ ਦਊ ਤੇ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਚੀਜ਼ਾਂ ਨੂੰ ਹਾਈਲਾਈਟ ਕਰਨ ਦੀ? ਸਾਡਾ ਮੀਡੀਆ ਕਿਤੇ ਨਾ ਕਿਤੇ ਜਿਹੜਾ ਆ ਉਹ ਆਪਣੀ ਡਿਊਟੀ ਤੋਂ ਲੱਗਦਾ ਬੇਮੁਖ ਪੂਰੀ ਤਰ੍ਹਾਂ ਹੋ ਗਿਆ। ਉਹਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਉਭਾਰ ਕੇ ਸਰਕਾਰ ਤੱਕ ਪਹੁੰਚਾਉਣੀਆਂ ਜਿਹੜਾ ਮੀਡੀਆ ਦਾ ਕੰਮ ਹੈ, ਉਹਦੇ ਵੱਲ ਕਿਸੇ ਵੀ ਨਾ ਪ੍ਰਿੰਟ ਮੀਡੀਆ ਦਾ ਨਾ ਇਲੈਕਟ੍ਰੋਨਿਕ ਮੀਡੀਆ ਦਾ ਹੁਣ ਤਾਂ ਬਸ ਸਿੱਧੂ ਹੋਈ ਜਾਂਦੀ ਆ, ਹੋਰ ਤਾਂ ਕੋਈ ਨਜ਼ਰ ਨਹੀਂ ਆਉਂਦਾ। ਮੁੱਦੇ ਤਾਂ ਦੇਖੋ ਜੀ ਇਸ ਸਾਰੇ ਜਿਹੜਾ ਜਿਸ ਕਿਸਮ ਦਾ ਸਾਡਾ ਦੇਸ਼ ਦਾ ਹਾਲਾਤ ਵੀ, ਉਹਦੇ 'ਚ ਵੀ ਮੁੱਦੇ ਜਿਹੜੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਸਾਈਡ ਤੇ ਕਰ ਦਿੱਤਾ ਜਾਂਦਾ। ਤੇ ਪੰਜਾਬ ਦੇ ਵਿੱਚ ਵੀ ਜਿਹੜੇ ਹੁਣ ਸਵਾਲ ਕਰਨ ਵਾਲੇ ਤਾਂ ਇਹੀ ਬਣਦੇ ਆ ਵੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਇਸ਼ੂਜ਼ ਚੱਕੇ ਸੀਗੇ, ਜਿਹੜਾ ਬਦਲੇਗਾ ਪੰਜਾਬ ਤੇ ਜਿੱਤੇਗਾ ਪੰਜਾਬ ਤੇ ਪੰਜਾਬ ਦਾ ਮਾਡਲ, ਉਹ ਕਿੱਥੇ ਗਿਆ ਹੈ ਨਾ ਜੀ। ਤੁਸੀਂ ਜਿਸ ਸਿਸਟਮ ਨੂੰ ਬਦਲ ਦੇਣ ਦੀ ਗੱਲ ਕਰਦੇ ਹੋ, ਉਸ ਸਿਸਟਮ ਦਾ ਪਾਰਟ ਬਣ ਜਾਂਦੇ ਹੋ, ਉਸ ਸਿਸਟਮ ਦੇ ਵਿੱਚ ਇੱਕ ਪਾਰਟੀ ਦੇ ਪ੍ਰਧਾਨ ਬਣ ਜਾਂਦੇ ਹੋ। ਕੀ ਬਦਲਿਆ? ਕੁਝ ਨਹੀਂ ਬਦਲਿਆ, ਨਾ ਕੁਝ ਬਦਲਣਾ ਹੈ। ਸੋ ਇਸ ਕਰਕੇ ਇਸ ਵੇਲੇ ਮੀਡੀਆ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਮੀਡੀਆ ਅਸਲ ਦੇ ਵਿੱਚ ਆਪਣੀ ਜ਼ਿੰਮੇਵਾਰੀ ਤਾਂ ਉਹ ਤਾਂ ਛੱਡ ਹੀ ਚੁੱਕਾ ਹੈ। ਉਹਨੇ ਜ਼ਿੰਮੇਵਾਰੀ ਹੋਰ ਹੀ ਚੁੱਕ ਲਈ ਹੈ। ਉਹਨੇ ਜ਼ਿੰਮੇਵਾਰੀ ਇਹ ਚੁੱਕ ਲਈ ਹੈ ਵੀ ਬਸ ਆਪਣੀ TRP ਬਣਾਉਣੀ ਹੈ ਜਾਂ ਆਪਣੇ ਜਿਹੜੇ ਆਕਾ ਆ ਉਹਨਾਂ ਨੂੰ ਖੁਸ਼ ਕਰਨਾ। ਮੀਡੀਆ ਮਤਲਬ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਕੁਝ ਲੋਕ ਤਾਂ ਹੈ, ਕਦੀ ਵੀ ਨਹੀਂ ਹੁੰਦਾ ਵੀ ਸਾਰਾ ਕੁਝ ਖਤਮ ਹੋ ਜਾਇਆ ਕਰਦਾ। ਬਾਰੀ ਕੋਈ ਦੀਵਾ ਤਾਂ ਜਗਦਾ ਹੀ ਰਹਿੰਦਾ ਤੇ ਜਗਦਾ ਰਹਿਣਾ ਵੀ ਚਾਹੀਦਾ ਹੈ ਤੇ ਉਮੀਦ ਵੀ ਬਣੀ ਰਹਿਣੀ ਚਾਹੀਦੀ ਹੈ ਵੀ ਚੀਜ਼ਾਂ ਬਦਲਣਗੀਆਂ। ਪਰ 99% ਹਾਲਤ ਇਹ ਬਣ ਗਈ ਹੈ ਸਾਡੇ ਮੀਡੀਆ ਹਾਊਸ ਜਿਹੜੇ ਨੈਸ਼ਨਲ ਲੈਵਲ ਤੇ ਆਪਣੀ ਥਾਂ ਤੇ ਹੈ। ਈਵਨ ਜਿਹੜਾ ਅਲਟਰਨੇਟ ਮੀਡੀਆ ਦਾ ਅਸੀਂ ਜ਼ਿਕਰ ਕਰਦੇ ਰਹੇ ਹਾਂ, ਜਿੱਥੇ ਅਸੀਂ ਖੁਸ਼ੀ ਵੀ ਪ੍ਰਗਟ ਕੀਤੀ ਸੀ, ਉਹਦਾ ਵੀ ਹਾਲ ਲਗਭਗ ਉਸੇ ਤਰ੍ਹਾਂ ਦਾ ਪੱਤੀ ਮੀਡੀਆ ਦਾ ਜਿੱਦਾਂ ਦਾ ਹੈਗਾ ਉੱਦਾਂ ਦਾ ਹੋ ਚੁੱਕਾ ਹੈ। ਮੀਡੀਆ ਲਈ ਹੁਣ ਵੱਡੀ ਖਬਰ ਤੇ ਪਤਾ ਨਹੀਂ ਬਿਗ ਬ੍ਰੇਕਿੰਗ ਲਿਆ ਹੈ ਅੱਜ ਕੱਲ ਨਵਾਂ ਬਿਗ ਬ੍ਰੇਕਿੰਗ ਆ ਗਿਆ ਜੀ। ਬ੍ਰੇਕਿੰਗ ਇਟਸੈਲਫ ਹੀ ਬੜੀ ਵੱਡੀ ਗੱਲ ਹੁੰਦੀ ਹੈ ਜੀ। ਹੁਣ ਬਿਗ ਬ੍ਰੇਕਿੰਗ ਹੋ ਗਈ ਆ। ਸਾਡੇ ਵੀ ਇੱਥੇ ਮੀਡੀਆ ਘਰਾਣੇ ਕੁਝ ਇਦਾਂ ਦੇ ਹੈਗੇ। ਹੁਣ ਗੱਲ ਹੋਰ ਪਾਸੇ ਜਾਏਗੀ। ਉਹ ਪ੍ਰੋਗਰਾਮ ਸ਼ੁਰੂ ਕਰਦੇ ਕਹਿੰਦੇ ਸਾਡੇ ਕੋਲ ਬਹੁਤ ਸਾਰੀਆਂ ਬ੍ਰੇਕਿੰਗ ਨਿਊਜ਼ ਨੇ, ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹਨਾਂ ਨੂੰ ਬ੍ਰੇਕਿੰਗ ਨਿਊਜ਼ ਦਾ ਮੀਨਿੰਗ ਹੀ ਨਹੀਂ ਪਤਾ ਕਿ ਜਿਹੜੀਆਂ ਅਜੇ ਅੱਗੇ ਅੱਧਾ ਘੰਟਾ ਟਾਲੀਆਂ ਜਾ ਸਕਦੀਆਂ ਉਹ ਬ੍ਰੇਕਿੰਗ ਨਿਊਜ਼ ਨੇ ਜੀ। ਸੋ ਇਹ ਤਮਾਸ਼ਾ ਜਿਹੜਾ ਹੋ ਰਿਹਾ ਨਾ ਜੀ, ਇਹ ਤੇ ਤਕਲੀਫ ਵੀ ਆ, ਦੁੱਖ ਵੀ ਹੁੰਦਾ ਵੀ ਤੁਸੀਂ ਸਾਡੇ ਹੁਣ ਮੈਂ ਜਾਂਦਾ ਜੀ ਇੱਥੇ ਮਿੱਤਰਾਂ ਨੂੰ ਮਿਲੀ ਦਾ ਪ੍ਰੈਸ ਕਲੱਬ, ਕੱਲ ਵੀ ਮੈਂ ਗਿਆ ਸੀ ਚੰਡੀਗੜ੍ਹ। ਮਤਲਬ ਇੱਕ ਚਿੰਤਾ, ਜਿਹੜੇ ਚਿੰਤਨਸ਼ੀਲ ਲੋਕ ਹੈ ਨਾ ਜੀ, ਉਹਨਾਂ 'ਚ ਇੱਕ ਚਿੰਤਾ ਜਿਹੀ ਹੈ ਵੀ ਹੋ ਕੀ ਰਿਹਾ ਫਿਊਚਰ ਦੇ ਵਿੱਚ ਵੀ। ਜਿਹੜੇ ਸਾਡੇ ਬੱਚੇ ਆ ਰਹੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਲੋਕ ਪੱਖੀ ਪੱਤਰਕਾਰੀ ਦੀ ਕੋਈ ਸਿਖਲਾਈ ਨਹੀਂ ਹੈ, ਨਾ ਉਹਨਾਂ ਦੀ ਲਫ਼ਾਜ਼ੀ ਦੇ ਉੱਤੇ ਕਿਸੇ ਕਿਸਮ ਦਾ ਕੰਮ ਹੈ। ਉਹਨਾਂ ਨੂੰ ਸ਼ਬਦਾਂ ਦਾ ਨਹੀਂ ਪਤਾ, ਪੰਜਾਬੀ ਨਹੀਂ ਚੰਗੀ ਤਰ੍ਹਾਂ ਆਉਂਦੀ, ਜਿੱਦਾਂ ਉਹ ਬੋਲਦੇ ਨੇ, ਜਿੱਦਾਂ ਉਹ ਚੀਕ ਕੇ ਬੋਲਦੇ ਨੇ, ਉਸ ਤਰ੍ਹਾਂ ਦਾ ਉਹਨਾਂ ਨੂੰ ਸਟਾਈਲ ਜਿਹੜਾ ਲਗਾਤਾਰ ਦਿੱਤਾ ਜਾ ਰਿਹਾ ਹੈ। ਤੇ ਅਸੀਂ ਮਿੱਤਰ ਬੈਠੇ ਕਈ ਵਾਰੀ ਉਦਾਸ ਵੀ ਹੁੰਦੇ ਆ, ਨਿਰਾਸ਼ ਵੀ ਹੁੰਦੇ ਆ, ਕਈ ਵਾਰੀ ਹਾਸਾ ਵੀ ਆਉਂਦਾ ਹੈ ਵੀ ਹੋ ਕੀ ਰਿਹਾ। ਪਰ ਸੱਚਮੁੱਚ ਇਹ ਬਹੁਤ ਵੱਡੇ ਸੰਕਟ 'ਚੋਂ ਗੁਜ਼ਰ ਰਿਹਾ ਹੈ। ਪੰਜਾਬੀ ਮੀਡੀਆ ਤਾਂ ਸਪੈਸ਼ਲੀ ਬਹੁਤ ਵੱਡੇ ਸੰਕਟ 'ਚੋਂ ਗੁਜ਼ਰ ਰਿਹਾ ਹੈ, ਚਾਹੇ ਉਹ ਪ੍ਰਿੰਟ ਮੀਡੀਆ ਆ ਚਾਹੇ ਇਲੈਕਟ੍ਰੋਨਿਕ ਮੀਡੀਆ ਆ। ਇਸ ਵੇਲੇ ਬਹੁਤ ਜ਼ਿਆਦਾ ਕਮੀ ਜਿਹੜੀ ਹੈ ਸਾਨੂੰ ਇੱਥੇ ਮਹਿਸੂਸ ਹੋ ਰਹੀ ਹੈ। ਨਾ ਕੋਈ ਵਧੀਆ ਤਰੀਕੇ ਨਾਲ ਕੋਈ ਐਂਕਰ ਮਿਲ ਰਿਹਾ, ਨਾ ਕੋਈ ਮਤਲਬ ਲੈ ਦੇ ਕੇ ਕੁਝ ਬੰਦੇ ਨੇ ਜਿਹੜੇ ਮੀਡੀਆ ਦੇ ਵਿੱਚ ਗੱਲ ਕਰਨ ਵਾਲੇ ਨੇ, ਕੋਈ ਨਵਾਂ ਵਿਚਾਰ ਨਹੀਂ ਆ ਰਿਹਾ, ਨਵੇਂ ਖਿਆਲ ਨਹੀਂ ਆ ਰਹੇ, ਨਵੇਂ ਪੇਸ਼ਕਾਰ ਨਹੀਂ ਆ ਰਹੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਆਈਡੀਓਲੋਜੀਕਲ ਲੈਵਲ ਦੇ ਉੱਤੇ ਸਾਊਂਡ ਬੰਦੇ ਨਹੀਂ ਹੈ। ਸਿਰਫ ਮਾਰਕੀਟ ਦੇ ਲਿਹਾਜ਼ ਦੇ ਨਾਲ ਜਿੱਦਾਂ ਮੀਡੀਆ ਹਾਊਸ ਚਲਾਉਣਾ ਚਾਹੁੰਦੇ ਆ ਉੱਦਾਂ ਸਾਰੀਆਂ ਚੀਜ਼ਾਂ ਚੱਲ ਰਹੀਆਂ। ਬਿਲਕੁਲ ਉਹੀ ਹੋ ਰਿਹਾ ਜੀ। ਇਹ ਬਹੁਤ ਵੱਡਾ ਵਿਸ਼ਾ ਹੈ ਤੇ ਬਹੁਤ ਗੱਲਾਂ ਹੋ ਸਕਦੀਆਂ ਨੇ। ਪਹਿਲਾਂ ਪਹਿਲ ਤੇ ਆਪਾਂ ਇਕੱਲੇ ਪ੍ਰਿੰਟ ਮੀਡੀਆ ਦੇ ਉੱਤੇ ਹੀ ਇਹ ਸਵਾਲ ਉੱਠਦੇ ਹੁੰਦੇ ਸੀ ਕਿ ਉਹਨਾਂ ਨੇ ਉਹ ਸਿਗਰਟਾਂ ਵੇਚਣ ਵਾਲੇ ਖੋਖਿਆਂ ਵਾਲਿਆਂ ਨੂੰ ਵੀ ਪੱਤਰਕਾਰ ਬਣਾਤਾ ਤੇ ਪਿੰਡਾਂ 'ਚ ਕਰਿਆਨੇ ਵਾਲਿਆਂ ਨੂੰ ਵੀ ਪੱਤਰਕਾਰ ਬਣਾਤਾ। ਮੇਰੇ ਇੱਕ ਮਿੱਤਰ ਨੇ ਤੁਹਾਡੇ ਟ੍ਰਿਬਿਊਨ 'ਚ ਹੀ, ਮਨਮੋਹਨ ਢਿੱਲੋਂ, ਤੁਸੀਂ ਵੀ ਜਾਣਦੇ ਉਹਨਾਂ ਨੂੰ, ਉਹਨਾਂ ਨੂੰ ਮੈਂ ਇੱਕ ਵਾਰੀ ਪੁੱਛਿਆ ਕਿ ਸਾਡਾ ਮਿੱਤਰ ਹੁੰਦਾ ਸੀ ਮਨੀ ਮਾਜਰੇ ਤੋਂ, ਟ੍ਰਿਬਿਊਨ ਵਾਸਤੇ ਹੀ ਪੱਤਰਕਾਰੀ ਕਰਦਾ, ਹਾਲੇ ਟ੍ਰਿਬਿਊਨ ਦਾ ਮਿਆਰੀ ਅਖਬਾਰ ਹੈ। ਮੈਂ ਪੁੱਛਦਾ ਸੀ ਕਿ ਉਹਨਾਂ ਦਾ ਕੀ ਹਾਲ ਹੈ, ਉਹ ਕਿੱਥੇ ਕਾਜ ਕਰ, ਨਾਂ ਨਹੀਂ ਮੈਂ ਲੈਣਾ ਉਹਨਾਂ ਦਾ। ਉਹ ਕਹਿੰਦੇ ਜੀ ਉਹਨਾਂ ਕੋਈ ਨਹੀਂ, ਇੱਕ ਫੜਿਆ ਹੋਇਆ ਹਰਿਆਣੇ ਦਾ ਲੀਡਰ, ਰੋਟੀ ਪਾਣੀ ਚੱਲੀ ਜਾਂਦਾ ਉਹਨਾਂ ਦਾ, ਉਹ ਦੇਈ ਜਾਂਦਾ, ਉਹਨਾਂ ਦੀਆਂ ਖਬਰਾਂ ਲਵਾ ਦਿੰਦੇ ਆ। ਇਹ ਤੇ ਹਾਲ ਆ ਪੱਤਰਕਾਰੀ ਦਾ ਹੁਣ ਕਿ ਇੱਕ ਪੱਤਰਕਾਰ ਇੱਕ ਜਾਂ ਦੋ ਲੀਡਰ ਫੜ ਲੈਂਦਾ ਆ, ਉਹਨਾਂ ਨੂੰ ਪ੍ਰਮੋਟ ਕਰੀ ਜਾਂਦਾ ਆ ਤੇ ਉਹ ਉਹਨਾਂ ਨੂੰ ਪੈਸੇ ਦੇਈ ਜਾਂਦੇ ਆ। ਤੇ ਉੱਦਾਂ ਕਹਿਣ ਨੂੰ ਵੱਡੀਆਂ ਵੱਡੀਆਂ ਗੱਲਾਂ ਜੀ, ਪੀਲੀ ਪੱਤਰਕਾਰੀ, ਫਲਾਣੀ ਪੱਤਰਕਾਰੀ ਆਪਾਂ ਕਰਦੇ ਰਹਿੰਦੇ ਹਾਂ। ਤਾਂ ਸਮਾਂ ਕਾਫੀ ਹੋ ਗਿਆ। ਇਸ ਇਸ਼ੂ ਤੇ ਕਿਸੇ ਦਿਨ ਲੰਬੀ ਗੱਲ ਵੀ ਕਰ ਲਾਂਗੇ ਆਪਾਂ।
ਜੀ 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 ਬਿਲਕੁਲ, ਬਹੁਤ ਸਾਰੀਆਂ ਗੱਲਾਂ ਨਹੀਂ ਕਰਨ ਵਾਲੀਆਂ, ਕਰਾਂਗੇ ਜ਼ਰੂਰ ਲਾਜ਼ਮੀ ਤੌਰ ਤੇ ਆਉਂਦੇ ਦਿਨਾਂ 'ਚ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ।